ਚੈਰੀਟੇਬਲ ਆਰਗੇਨਾਈਜੇਸ਼ਨ ਦਾ ਸੰਸਥਾ ਦਾ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਅਤੇ ਅਸੀਂ ਤੁਹਾਡੇ ਕੋਲ ਆਏ ਹਾਂ ਇਸੀ ਬਹਾਨੇ। ਨਹੀਂ ਤਾਂ ਸਾਡਾ ਅਜੇ ਇਸ ਦਾ ਪ੍ਰੋਡਕਸ਼ਨ ਦਾ ਕੰਮ ਚੱਲ ਰਿਹਾ ਸਿੰਗਾਪੁਰ ਦੇ ਅੰਦਰ ਉਰਦੂ ਲੈਂਗੁਏਜ ਦਾ। 18 ਅਕਤੂਬਰ ਨੂੰ ਅਸੀਂ ਉਰਦੂ ਲੈਂਗੁਏਜ ਵਿੱਚ ਗੁਰੂ ਨਾਨਕ ਦਸਤਾਵੇਜ਼ੀ ਡਾਕੂਮੈਂਟਰੀ ਰਿਲੀਜ਼ ਕਰਨ ਜਾ ਰਹੇ ਹਾਂ, ਜੋ ਮੇਰੇ ਬਹੁਤ ਕਰੀਬ ਹੈ ਮੇਰੇ ਦਿਲ ਦੇ, ਕਿਉਂਕਿ ਇਹ ਪ੍ਰੋਜੈਕਟ ਨੂੰ ਮੁਕੰਮਲ ਕਰਨ ਤੋਂ ਪਹਿਲਾਂ ਮੈਨੂੰ ਉਹ ਖਿਆਲ ਆਉਂਦਾ ਸੀਗਾ ਜਦੋਂ ਇਹ ਵਾਲੀ ਕਿਤਾਬ ਕੀਤੀ ਸੀਗੀ ਦੂਜੀ ਵੋਲੀਅਮ, ਜਿਹਦੇ ਅੰਦਰ ਸਿੰਧ ਔਰ ਬਲੋਚਿਸਤਾਨ ਦੇ ਅੰਦਰ ਕਾਫੀ ਟਾਈਮ ਬਿਤਾਉਣ ਦਾ ਮੈਨੂੰ ਮੌਕਾ ਮਿਲਿਆ। ਇਹਦੇ ਅੰਦਰ 110 पेज में इस किताब के अंदर ਜਿਹੜੀ ਸਿੰਧੀ ਔਰ ਬਲੋਚੀ ਨਾਨਕ ਪੰਥੀ ਕਮਿਊਨਿਟੀ, ਮੈਂ ਹਿੰਦੂ ਤੇ ਸਿੱਖ ਨਹੀਂ ਬੋਲਾਂਗਾ, ਇਹ ਅੱਜ ਕੱਲ੍ਹ ਬੜੇ ਪਾੜੇ ਪੈ ਗਏ ਨੇ, ਤੇ ਨਾਨਕ ਪੰਥੀ ਜਿਹੜੀ ਸਾਡੀ ਕਮਿਊਨਿਟੀ ਹੈ ਉੱਥੇ ਦੀ, ਜੋ ਸਹੀ ਮਾਇਨੇ 'ਚ ਦੱਸਿਆ ਮੈਨੂੰ ਉਹਨਾਂ ਨਾਲ ਰਹਿਣ ਦਾ ਮੌਕਾ ਮਿਲਿਆ ਹੈ, ਜਿਤਨੀ ਉਹਨਾਂ ਦੀ ਆਸਥਾ ਹੈ ਨਾ ਗੁਰੂ ਨਾਨਕ ਦੇ ਪ੍ਰਤੀ, ਸ਼ਾਇਦ ਈਸ ਪੰਜਾਬ 'ਚ ਨਹੀਂ ਮਿਲੀ। ਤੇ ਮੈਨੂੰ ਇਹ ਦਿਲ ਦੇ 'ਚ ਖੁਆਇਸ਼ ਸੀਗੀ ਕਿ ਉਹਨਾਂ ਦੀ ਹੁਣ ਜ਼ੁਬਾਨ ਜਿਹੜੀ ਹੈ ਉਰਦੂ ਹੋ ਗਈ ਹੈ, ਅਤੇ ਇਹ ਸੀਗਾ ਕਿ ਉਰਦੂ ਦੇ ਅੰਦਰ ਕਰ ਦਿੱਤਾ ਜਾਵੇ ਮੁਕੰਮਲ ਹੋਣ ਤੋਂ ਪਹਿਲਾਂ। ਫਿਰ ਰੱਬ ਨੇ ਕਿਸੇ ਤਰੀਕੇ ਨਾਲ ਸਬਬ ਬਣਾ ਦਿੱਤਾ, ਕਿਉਂਕਿ ਫੰਡਿੰਗ ਚਾਹੀਦੀ ਹੁੰਦੀ ਹੈ, ਅਤੇ ਕੁਛ ਫੰਡਿੰਗ ਮਿਲ ਗਈ ਅਤੇ ਉਸ ਨੂੰ ਅਸੀਂ ਇਸ ਲਗਾ ਤਾ। ਅਤੇ ਮੇਰੇ ਕਹਿਣ ਦਾ ਭਾਵ ਇਹ ਸੀਗਾ ਕਿ ਅਸੀਂ ਬਿਜ਼ੀ ਸੀਗੇ ਉੱਥੇ ਉਰਦੂ ਦਾ ਕੰਮ ਕਰਨ ਵਾਸਤੇ। ਬੀਬੀ ਦਾ ਫੋਨ ਆਇਆ ਮੈਨੂੰ ਅਤੇ ਇਹਨਾਂ ਨੇ ਰਿਕੁਐਸਟ ਕੀਤੀ ਅਤੇ ਉਹ ਕੰਮ ਉੱਥੇ ਰੋਕ ਕੇ ਅਸੀਂ ਤੁਹਾਡੇ ਕੋਲ ਆਏ ਹਾਂ। ਬਹੁਤ ਬਹੁਤ ਸ਼ੁਕਰੀਆ। ਅਤੇ ਬੇਨਤੀ ਵਰਤਨ ਨਹੀਂ ਕਰਦਾ, ਬਹੁਤ ਬਹੁਤ ਧੰਨਵਾਦ। ਅੱਛਾ ਵੀਰ ਜੀ, ਤੁਸੀਂ ਇਹ ਕਿਤਾਬਾਂ ਲਿਖੀਆਂ, ਬਹੁਤ ਸਾਰਾ ਸਮਾਂ ਲਗਾਇਆ ਪਾਕਿਸਤਾਨ 'ਚ, ਉਸ ਤੋਂ ਬਾਅਦ ਫਿਰ ਤੁਹਾਡਾ ਕਿਵੇਂ ਮੂਡ ਬਣਿਆ ਕਿ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਹੈ ਉਹਦੇ ਉੱਤੇ ਦਸਤਾਵੇਜ਼ੀ ਲੜੀ ਬਣਾਉਣ ਦਾ ਵਿਚਾਰ ਕਿਵੇਂ? ਬੀਬੀ ਜੀ, ਤੁਸੀਂ ਕਿਹਾ ਤੁਹਾਨੂੰ ਕਿਸ ਤਰ੍ਹਾਂ ਇਹ ਮੋਟੀਵੇਸ਼ਨ ਆਈ, ਵਿਚਾਰ ਕਿਸ ਤਰ੍ਹਾਂ ਆਇਆ? ਬੰਦਾ ਤੇ ਸਾਹ ਨਹੀਂ ਆਪਣਾ ਲੈਣ ਨੂੰ ਸੋਚ ਸਕਦਾ, ਵਿਚਾਰ ਕਿਤੇ ਦੀ ਗੱਲ ਹੈ। ਸਾਹ ਸਾਨੂੰ ਨਹੀਂ ਪਤਾ, ਹਮ ਆਦਮੀ ਹਾਂ ਇੱਕਦਮ ਆਇਆ, ਦੂਜਾ ਨਹੀਂ ਆਏਗਾ, ਇਹ ਵੀ ਅਸੀਂ ਕੰਟਰੋਲ ਕਰ ਸਕਦੇ ਹਾਂ। ਅਤੇ ਵਿਚਾਰ ਕੀ ਹੁੰਦੇ ਰਹੇ ਆਪਣੇ, ਅਤੇ ਇਹ ਤਾਂ ਮੈਂ ਪੂਰੀ ਤਰੀਕੇ ਨਾਲ ਹੁਣ ਮੈਂ ਕੋਈ ਬਹੁਤ ਸਪਿਰਿਚੁਅਲ ਸੇਂਟਲੀ ਬੰਦਾ ਨਹੀਂ ਹਾਂ ਤੁਹਾਡੇ ਵਾਂਗਨ, ਸਾਰੇ ਬੰਦਾ ਮੈਂ 25 ਸਾਲ ਇਹੋ ਜਿਹੀ ਜਗਤ ਵਿੱਚ ਆਪਣਾ ਟਾਈਮ ਕੱਟਿਆ ਹੈ ਜਿਸਦੇ ਅੰਦਰ ਹਉਮੈ ਤੋਂ ਬਿਨਾਂ ਕੁਝ ਕੰਮ ਹੁੰਦਾ ਨਹੀਂ ਹੈ। ਕਾਰਪੋਰੇਟ ਜਗਤ ਦੇ ਅੰਦਰ ਅਮਰੀਕਨ ਐਕਸਪ੍ਰੈਸ, ਫਾਈਨੈਂਸ਼ੀਅਲ ਇੰਡਸਟਰੀ, ਅਮਰੀਕਨ ਕੰਪਨੀ, ਹਉਮੈ ਤੋਂ ਬਿਨਾਂ ਕੋਈ ਕੰਮ ਨਹੀਂ ਹੁੰਦਾ। ਹੈ ਨਾ, ਇੱਕ ਸਵਾਲ ਪੁੱਛਿਆ ਗਿਆ ਪਰ ਕਿਵੇਂ ਬਚੇ ਰਹੇ? ਨਹੀਂ, ਮੇਰੇ ਹਉਮੈ ਅਜੇ ਕਾਇਮ ਹੈ, ਮੇਰੀ ਕੋਈ ਹਉਮੈ ਨਹੀਂ ਗਈ। ਮੈਂ ਕੰਮ ਕਰ ਰਿਹਾ ਲੇਕਿਨ ਲੱਗਦਾ ਹੈ ਲੋਕਾਂ ਨੂੰ, ਲੇਕਿਨ ਮੇਰੀ ਹਉਮੈ ਕਾਇਮ ਹੈ। ਲੇਕਿਨ ਉਸ ਟਾਈਮ ਦੇ ਅੰਦਰ ਹਉਮੈ ਜ਼ਿਆਦਾ ਸੀ, ਕਿਉਂਕਿ ਕੋਈ ਕਾਰਪੋਰੇਟ ਜਗਤ ਦੇ ਉੱਤੇ ਰਾਈਜ਼ ਕਰਨਾ ਹੋ। ਮੈਂ ਏਸ਼ੀਆ ਪੈਸੀਫਿਕ ਰੀਜਨ ਦਾ ਅਮਰੀਕਨ ਐਕਸਪ੍ਰੈਸ ਵਿੱਚ ਰੈਵਨਿਊ ਮੈਨੇਜਮੈਂਟ ਦਾ ਹੈਡ ਸੀਗਾ, ਅਤੇ ਗੱਲ ਇਹ ਆਉਂਦੀ ਕਿ ਇਸ ਦਾ ਵਿਚਾਰ ਕਿੱਥੋਂ ਆਇਆ। ਲੇਕਿਨ ਵਿਚਾਰ ਜਿਹੜੇ ਨੇ, ਇੱਥੇ ਕਾਫੀ ਯੂਥ ਬੈਠੀ ਹੋਈ ਹੈ, ਮੈਂ ਯੂਥ ਨੂੰ ਸੰਬੋਧਿਤ ਕਰ ਰਿਹਾ, ਜਿਹੜੀ ਆਪਣੀ ਨਵੀਂ ਪਨੀਰੀ ਹੈ, ਮੈਂ ਉਹਨਾਂ ਨੂੰ ਸੰਬੋਧਿਤ ਕਰ ਰਿਹਾ। ਜੋ ਮੇਰੀ ਜ਼ਿੰਦਗੀ ਦੇ ਅੰਦਰ ਹੋਇਆ ਹੈ ਉਹ ਮੈਂ ਤੁਹਾਡੇ ਨਾਲ ਦੱਸਣਾ ਚਾਹੁੰਦਾ। ਪ੍ਰੇਰਨਾ ਉੱਥੋਂ ਆਈ ਹੈ। ਦੇਖੋ ਜੀ, ਅਕਸਰ ਮੈਨੂੰ ਲੋਕ ਪੁੱਛਦੇ ਨੇ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਹਾਊ ਡਿਡ ਯੂ ਡੂ ਇਟ, ਅਤੇ ਮੈਂ ਕਹਿੰਦਾ ਦੇਖੋ, ਜਿਹੜੀ ਚੀਜ਼ ਨੂੰ ਤੁਸੀਂ ਲੱਭ ਰਹੇ ਹੁੰਦੇ ਹੋ ਨਾ, ਅਨਕੌਂਸ਼ੀਅਸਲੀ ਨਾ ਜਾਣਦੇ ਹੋਏ ਤੁਸੀਂ ਜਿਸ ਚੀਜ਼ ਨੂੰ ਲੱਭ ਰਹੇ ਹੋ ਨਾ, ਇਹਨੂੰ ਯਾਦ ਰੱਖਣਾ, ਉਹ ਚੀਜ਼ ਵੀ ਤੁਹਾਨੂੰ ਲੱਭ ਰਹੀ ਹੈ। ਇਹ ਵਿੱਚ ਬੜੀ ਅਜੀਬ ਜਿਹੀ ਗੱਲ ਹੈ, ਰਿਕੁਐਸਟ ਕਿਹਾ ਹੈ ਨਾ, ਫਾਈ ਕਰਤੀ। ਬਿਲਕੁਲ, ਤੁਹਾਡੇ ਦਿਮਾਗ ਵਿੱਚ ਇਸ ਚੀਜ਼ ਦੀ ਪਾਲ ਸੀ। ਹਾਂ, ਅਤੇ ਗੱਲ ਇਹ ਹੈ ਕਿ ਕਿਸ ਚੀਜ਼ ਦੀ ਪਾਲ ਸੀ। ਮੇਰੀ ਉਮਰ ਹੁਣ 57 ਨਵੰਬਰ ਵਿੱਚ ਹੋ ਜਾਏਗੀ। ਜਦੋਂ ਮੈਂ ਕਾਰਪੋਰੇਟ ਜਗਤ ਛੱਡਿਆ, ਉਸ ਟਾਈਮ ਮੇਰੀ ਉਮਰ 48 ਈਅਰਸ ਸੀ। 48 ਈਅਰਸ ਦੇ ਅੰਦਰ ਤੁਸੀਂ ਕਾਰਪੋਰੇਟ ਜਗਤ ਛੱਡ ਦਿਓ, ਆਪਣਾ ਇੱਕ ਹਾਈ ਪਿਨਿਕਲ ਕਰੀਅਰ ਛੱਡ ਦਿਓ, ਇਹ ਕੋਈ ਪਾਗਲਪਨ ਨਹੀਂ ਹੈ। ਲੇਕਿਨ ਮੈਂ ਸਹੀ ਗੱਲ ਦੱਸਾਂ, ਮੈਨੂੰ ਨਹੀਂ ਪਤਾ ਸੀਗਾ ਕਿ ਕਿਉਂ ਛੱਡਿਆ। ਮੈਂ ਝੂਠ ਨਹੀਂ ਕਹਿ ਰਿਹਾ, ਮੈਨੂੰ ਨਹੀਂ ਪਤਾ ਸੀਗਾ, ਇਹ ਰੱਬ ਨੇ ਕੰਮ ਕਰਾਉਣਾ ਸੀਗਾ। ਲੇਕਿਨ ਉਸ ਤੋਂ ਪਹਿਲੇ ਹੋ ਕੀ ਰਿਹਾ ਸੀਗਾ, ਇਹ ਯੂਥ ਨੂੰ ਮੈਂ ਇਹ ਗੱਲ ਦੱਸਣਾ ਚਾਹ ਰਿਹਾ। 17 ਸਾਲ ਦੀ ਉਮਰ 'ਤੇ 18 ਸਾਲ ਦੇ ਵਿੱਚ ਮੇਰੀ ਫਾਦਰ ਦੀ ਡੈਥ ਹੋ ਗਈ ਸੀਗੀ। ਕੁਛ ਘਰ ਦੇ ਸਬਬ ਇਹੋ ਜਿਹੇ ਹੋਏ, ਫਿਰ ਗੁਰੂ ਨਾਨਕ ਸਾਹਿਬ ਦਾ ਸ਼ਬਦ ਜਿਹੜਾ ਯਾਦ ਆਉਂਦਾ ਹੈ, ਦੁੱਖ ਦਾਰੂ ਸੁੱਖ ਰੋਗ ਪਿਆ। ਗੱਲ ਇਹ ਹੈ ਕਿ ਜਿਹੜਾ ਉਹ ਦੁੱਖ ਜਿਹੜਾ ਹੈ ਨਾ, ਅਸੀਂ ਅਕਸਰ ਫਿਜ਼ੀਕਲ ਦੁੱਖ ਦੇਖਦੇ ਹਾਂ, ਮੈਨੂੰ ਇੰਨੇ ਪੈਸੇ ਨਹੀਂ ਮਿਲ ਰਹੇ,
ਮੇਰੇ ਕੋਲ ਇਤਨਾ ਵੱਡਾ ਘਰ ਨਹੀਂ ਹੈ, ਨਹੀਂ। ਦੁੱਖ ਕ੍ਰੀਏਟਿਵ ਪ੍ਰੋਸੈਸ ਦੇ ਅੰਦਰ ਜਿਹੜੀ ਚੀਜ਼ ਨੂੰ ਅਗਰ ਕੁਝ ਕ੍ਰੀਏਟ ਕਰਨਾ ਹੈ, ਤੇ ਉਹ ਦੁੱਖ ਤੁਹਾਡੇ ਅੰਦਰ ਦੀ ਤਾਂਘ ਹੁੰਦੀ ਹੈ, ਜਿਹਦੇ ਅੰਦਰ ਤੁਸੀਂ ਕਹਿ ਰਹੇ ਹੋ ਕਿ ਮੈਂ ਕੁਝ ਲੱਭ ਰਿਹਾ। ਕੁਐਸਚਨ ਇਹ ਹੈ ਕਿ ਲੱਭ ਕੀ ਰਿਹਾ, ਮੈਨੂੰ ਨਹੀਂ ਪਤਾ ਹੈ। ਆਵਾਂਗੇ ਉਹ ਜਗ੍ਹਾ ਜਿੱਥੇ ਜੋ ਚੀਜ਼ ਲੱਭ ਰਿਹਾ, ਉਹ ਸਮਝ ਮੈਨੂੰ ਆਉਣੀ ਸ਼ੁਰੂ ਹੋਈ ਹੈ 50 ਸਾਲ ਦੀ ਉਮਰ ਦੇ ਅੰਦਰ, ਲੇਕਿਨ ਅਜੇ ਮੈਂ 18 ਸਾਲ ਤੇ ਹਾਂ, ਮੈਨੂੰ ਸਮਝ ਨਹੀਂ ਹੈ ਤੇ ਕੁਝ ਲੱਭ ਰਹੇ ਹਾਂ। ਉਹ ਕਰਦੇ ਕਰਦੇ ਮੇਰਾ ਥੋੜਾ ਰੁਝਾਨ ਜਿਹੜਾ ਹੈ, ਇਹ ਹੁਣ ਜਿਹੜੀ ਗੱਲ ਹੈ ਯੂਥ ਵਾਸਤੇ, ਜਿਹੜੀ ਹੁਣ ਤੁਸੀਂ ਲੋਕ ਅਗਲੀ ਆਪਣੀ ਲਾਈਫ ਦੇ ਉੱਤੇ ਚੜੋਗੇ, ਪੜਾਓ ਪਾਓਗੇ, ਜੋ ਮੈਂ ਸਮਝ ਦੱਸਣ ਜਾ ਰਿਹਾ 3-4 ਚੀਜ਼ਾਂ। ਮੈਂ ਆਪਣੀ ਜ਼ਿੰਦਗੀ ਅੰਦਰ ਜੋ ਵੀ ਚੀਜ਼ ਕੀਤੀ ਹੈ, ਇੱਕ ਤਾਂ ਕਿ ਤੁਸੀਂ ਪੜ੍ਹਾਈ ਕਰਨੀ, ਮੈਂ ਇੰਜੀਨੀਅਰਿੰਗ ਕੀਤੀ, MBA ਕੀਤੀ, ਫਿਰ ਉਸ ਤੋਂ ਬਾਅਦ ਅਮਰੀਕਾ ਵਿੱਚ ਕੰਮ ਕੀਤਾ, ਲੇਕਿਨ ਉਹ ਕੰਮ ਕਰਦੇ ਪੜ੍ਹਾਈ ਕਰਦੇ ਹੋਏ ਰੁਝਾਨ ਕਿਸੇ ਹੋਰ ਪਾਸੇ ਵੀ ਹੁੰਦਾ ਸੀਗਾ। ਪੈਸ਼ਨ ਜਿਸਨੂੰ ਕਹਿੰਦੇ ਨੇ, ਇੱਕ ਜਜ਼ਬਾਤ, ਜਨੂਨ, ਉਸ ਪਾਸੇ ਮੇਰਾ ਹਰ ਟਾਈਮ ਮੈਨੂੰ ਨਹੀਂ ਲੱਗਦਾ ਉਸ ਟਾਈਮ ਚੇਤਨਾ ਮੇਰੀ ਸੀਗੀ, ਮੈਨੂੰ ਪਤਾ ਨਹੀਂ ਸੀਗਾ ਮੈਂ ਕੀ ਕਰ ਰਿਹਾ। ਅੱਛਾ ਕੁਝ ਹੋ ਰਿਹਾ ਸੀਗਾ। ਤੇ ਮੈਂ ਅਗਰ ਬਚਪਨ ਜਦੋਂ ਫਾਦਰ ਦੀ ਡੈਥ ਹੋਈ ਤੇ ਦੁਖਦਾਰ ਉਸ ਸੁੱਖ ਰੋਗ ਪਿਆ, ਉਹਦੇ ਅੰਦਰ ਮੇਰਾ ਕੁਝ ਰੁਝਾਨ ਚਲਾ ਗਿਆ ਧਰਮ ਵੱਲ। ਲੇਕਿਨ ਗੁਰੂ ਨਾਨਕ ਨੂੰ ਸਮਝਣ ਵਾਸਤੇ ਤਾਂ ਧਰਮ ਤੋਂ ਬਾਹਰ ਜਾਣਾ ਪਏਗਾ, ਹੈ ਨਾ। ਲੇਕਿਨ ਸ਼ੁਰੂ ਤੋਂ ਕਿਦੋਂ ਕਰੋਗੇ? ਤੇ ਧਰਮ ਵੱਲ ਗਿਆ, ਉਹ ਤੋਂ ਹੌਲੇ ਹੌਲੇ ਕਰਦੇ ਕਰਦੇ ਕੀਰਤਨ ਵੱਲ ਚਲਾ ਗਿਆ, ਉਸ ਤੋਂ ਬਾਅਦ ਕਰਦੇ ਕਰਦੇ ਫਲਸਫਿਆਂ ਵੱਲ। ਆਪਣਾ ਫਲਸਫਾ ਨਹੀਂ, ਗੁਰੂ ਗ੍ਰੰਥ ਸਾਹਿਬ ਨੂੰ ਅਗਰ ਸਮਝਣਾ ਹੈ ਤੇ ਤੁਹਾਨੂੰ ਆਪਣਾ ਦਾਇਰਾ ਵਧਾਉਣਾ ਪਏਗਾ, ਤੁਹਾਨੂੰ ਆਪਣੇ ਆਪ ਨੂੰ ਓਪਨ ਰੱਖਣਾ ਪਏਗਾ। ਅਗਰ ਛੜ ਦਰਸ਼ਨ ਦੀ ਗੱਲ ਕਰਦੇ ਨੇ, ਛੜ ਦਰਸ਼ਨ ਹੈਨ ਕਿਹੜੇ, ਉਹਨੂੰ ਵੀ ਸਮਝਣਾ ਪਏਗਾ। ਕਰਦੇ ਕਰਦੇ ਇੱਕ ਟਾਈਮ ਇਹੋ ਜਿਹਾ ਆਇਆ ਕਿ ਮੇਰਾ ਰੁਝਾਨ ਮੈਂ ਨਾਸਤਿਕ ਵੀ ਹੋ ਗਿਆ। ਨਾਸਤਿਕ ਹੋਣਾ ਜ਼ਰੂਰੀ ਹੈ, ਕਿਉਂਕਿ ਜ਼ਿੰਦਗੀ ਨੂੰ ਦੋਵੇਂ ਪੱਖੋਂ ਦੇਖੋਗੇ ਤਾਂ ਹੀ ਤੁਹਾਨੂੰ ਸਮਝ ਆਏਗਾ ਕਿ ਕੀ ਤੁਸੀਂ ਗਵਾਚ ਦਿੱਤਾ। ਜਦੋਂ ਮੈਂ ਥੋੜਾ ਨਾਸਤਿਕ ਟਾਈਪ ਮਾਈਂਡ ਵਿੱਚ ਚਲਾ ਗਿਆ ਤਾਂ ਮੈਨੂੰ ਤਾਂ ਕਬੀਰ ਜੀ ਦਾ ਸ਼ਬਦ ਯਾਦ ਆਇਆ, ਖਾਲਕ ਖਲਕ ਖਲਕ ਮੈਂ ਖਾਵੇਂ, ਤੇ ਲੱਭ ਕੀ ਰਹੇ ਤੂੰ। ਗੱਲ ਇੱਥੋਂ ਆਈ। ਇਹ ਮੇਰੀ ਕਰੀਬ 42 ਸਾਲ ਦੀ ਉਮਰ ਹੋ ਗਈ ਸੀ, ਤੇ ਮੈਂ ਉਸ ਟਾਈਮ ਨਾ ਕੈਮਰਾ ਚੱਲਿਆ, ਤੇ ਕੈਮਰਾ ਚੱਕਿਆ ਤੇ ਮੈਂ ਫੋਟੋਗ੍ਰਾਫੀ ਕਰਨ ਲੱਗਿਆ। ਹੁਣ ਕਰਦੇ ਕਰਦੇ 48 ਸਾਲ ਤੇ ਜੌਬ ਮੇਰੀ ਕੁਛ ਕਾਰਨ ਵਰਸ਼ ਮੈਂ ਛੱਡੀ। ਉਸ ਟਾਈਮ ਹਉਮੈ ਜ਼ਿਆਦਾ ਸੀਗੀ, ਮੈਨੂੰ ਇਹ ਸੀਗਾ ਕਿ ਮੈਂ ਛੱਡ ਦਾਂਗਾ, ਕਿਤੇ ਨਾ ਕਿਤੇ ਪੂਰੀ ਜੌਬ ਮਿਲ ਜਾਏਗੀ। ਕੁਝ ਉਹਦਾ ਸਿਚੁਏਸ਼ਨ ਬਣ ਰਹੀ ਸੀ ਕਿ ਮੈਨੂੰ ਕੰਪਨੀ ਆਸਟ੍ਰੇਲੀਆ ਭੇਜ ਰਹੀ ਸੀ, ਮੈਂ ਜਾਣਾ ਨਹੀਂ ਚਾਹੁੰਦਾ, ਮੈਂ ਹਉਮੈ ਛੱਡ ਦਿੱਤੀ। ਹੁਣ ਗੱਲ ਇਹ ਹੈ, ਰੱਬ ਨੇ ਕੁਛ ਕਰਵਾਉਣਾ ਕੁਝ ਹੋਰ ਹੁੰਦਾ, ਤੇ ਰੱਬ ਨੇ ਇਹੋ ਜਿਹਾ ਬੂਹਾ ਬੰਦ ਕੀਤਾ ਕਿ ਅੱਗੇ ਮੇਰੀ ਕੋਈ ਹੋਰ ਜੌਬ ਲੱਗੀ ਨਹੀਂ। ਮੈਂ ਛਟਪਟਾਉਂਦਾ ਰਿਹਾ, 8 ਮਹੀਨੇ ਤੱਕ ਮੈਂ ਛਟਪਟਾਉਂਦਾ ਰਿਹਾ, ਕੋਈ ਨਹੀਂ ਕਿਤੇ ਜੌਬ। ਮੈਂ ਝੂਠ ਨਹੀਂ ਬੋਲ ਰਿਹਾ। ਲਾਈਫ ਇਜ਼ ਨॉट ਅ ਬੈਡ ਆਫ ਰੋਜ਼ਸ। ਕੋਈ ਤੁਹਾਡੇ ਵਾਸਤੇ ਅੱਗੇ ਕਿਸੇ ਨੇ ਗਲੀਚਾ ਲਗਾ ਕੇ ਨਹੀਂ ਬਿਠਾਇਆ ਹੋਇਆ। ਮੈਂ ਛਟਪਟਾਉਂਦਾ ਰਿਹਾ, ਲੇਕਿਨ ਕਿਸੇ ਨੇ ਜੌਬ ਨਹੀਂ ਦਿੱਤੀ। ਔਰ ਮੈਨੂੰ ਇਹ ਲੱਗਦਾ ਕਿ ਇਤਨਾ ਵੱਡਾ ਰੋਲ ਕੀਤਾ ਹੈ ਤੇ ਮੇਰੀ ਹੁਣ ਵੈਲਿਊ ਇੱਕਦਮ ਜ਼ੀਰੋ ਹੋ ਗਈ। ਉਸ ਟਾਈਮ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਨ ਜਾ ਰਿਹਾ, ਜੋ ਮੈਂ ਕਰਦਾ ਸੀਗਾ ਨਾ ਆਪਣੇ ਜਗਤ ਦੇ ਅੰਦਰ, ਕਾਰਪੋਰੇਟ ਜਗਤ ਦੇ ਅੰਦਰ, ਨਾਲ ਦੀ ਜਿਹੜੀ ਜਨੂਨ ਦੇ ਵਿੱਚ ਚੀਜ਼ਾਂ ਕਰ ਰਿਹਾ ਸੀਗਾ, ਹਰ 4-5 ਸਾਲ ਦੇਖੋ ਉਹਦੀ ਲੇਅਰ ਵੰਡੀ ਜਾਏਗੀ, ਪਰਤ ਵੰਡੀ ਜਾ ਰਹੀ ਸੀਗੀ। ਔਰ ਜਦੋਂ ਮੈਂ ਛੱਡਿਆ 48 ਈਅਰਸ ਦੀ ਉਮਰ ਤੇ, ਉਹ ਸਾਰੀ ਚੀਜ਼ਾਂ ਨੇ ਅੰਦਰ ਮੇਰੇ ਲਈ ਖਿਆਲ ਪੈਦਾ ਕੀਤਾ। ਲੇਕਿਨ ਸਕਿੱਲ ਸਭ ਆ ਗਿਆ ਸੀਗਾ, ਲਿਖਣ ਦਾ ਸਕਿੱਲ ਆ ਗਿਆ ਸੀਗਾ, ਫੋਟੋਗ੍ਰਾਫੀ ਦਾ ਸਕਿੱਲ ਆ ਗਿਆ ਸੀਗਾ, ਫਲਸਫੇ ਦਾ ਸਕਿੱਲ ਕੁਝ ਸਮਝ ਆਉਣਾ ਸ਼ੁਰੂ ਹੋ ਗਿਆ ਸੀਗਾ। ਮਿਊਜ਼ਿਕ ਦਾ ਇਹਦੇ ਅੰਦਰ ਬੜਾ ਵੱਡਾ ਪੱਖ ਹੈ, ਮਿਊਜ਼ਿਕ ਦਾ ਸਾਰੇ ਰਾਗਾਂ ਵਿੱਚ ਗਾਏ ਗਏ ਨੇ ਸ਼ਬਦ, ਕੁਝ ਸਮਝ ਆਉਣੀ ਸ਼ੁਰੂ ਹੋ ਗਈ ਸੀ। ਤੇ ਮੈਨੂੰ ਲੱਗਿਆ 48 ਸਾਲ ਦੀ ਉਮਰ ਦੇ ਅੰਦਰ ਕਿ ਪਾਕਿਸਤਾਨ ਦੇ ਅੰਦਰ, ਮੈਨੂੰ ਇਹ ਲੱਗਦਾ ਸੀਗਾ ਗੁਰਦੁਆਰੇ ਜਾਈਦਾ ਸੀ ਸਿੰਗਾਪੁਰ ਦੇ ਅੰਦਰ, ਤੇ ਉੱਥੇ ਜਦੋਂ ਕੋਈ ਚਾਈਨੀਜ਼ ਡੈਲੀਗੇਸ਼ਨ ਆਉਂਦੀ ਸੀ, ਉਹ ਆਰ ਸਿੱਖਸ, ਤੇ ਉਹ ਸਾਡੇ ਦਿਖਾਉਂਦੇ ਸਨ ਇੱਕ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ, ਉਸ ਦੇ ਅੰਦਰ ਈਸਟ ਪੰਜਾਬ ਦਾ ਇੱਕ ਇਲਾਕਾ ਦਿਖਾਉਂਦੇ ਸਨ, ਸਿੱਖਸ ਆ ਫਰੋਮ ਪੰਜਾਬ। ਤੇ ਮੈਂ ਕਹਿੰਦਾ ਸੀ ਤੁਹਾਡੀ ਮਤ ਮਾਰੀ ਨਹੀਂ, ਸਾਡੇ ਬਜ਼ੁਰਗ ਇੰਡਸ ਦਰਿਆ ਦੇ ਇਲਾਕੇ ਤੋਂ ਆਏ ਸਨ, ਜੋ ਕਸ਼ਮੀਰ ਤੋਂ ਲੈ ਕੇ ਸਿੰਧ, ਬਲੋਚਿਸਤਾਨ, ਅਫਗਾਨਿਸਤਾਨ ਤੋਂ ਲੈ ਕੇ ਈਸਟ ਪੰਜਾਬ ਤੱਕ ਸੀਗਾ। ਉਹ ਸਾਡੀ ਬਦਕਿਸਮਤੀ ਹੈ ਕਿ ਤਾਰੀਖ ਨੇ ਸਾਡੇ ਨਾਲ ਇਹੋ ਜਿਹਾ ਸਲੂਕ ਕੀਤਾ ਕਿ ਸਭ ਕੁਝ ਗਵਾਚ ਗਿਆ। ਲੇਕਿਨ ਤੁਸੀਂ ਕੀ ਆਪਣੀ ਮੈਮਰੀ ਵੀ ਗਵਾਚ ਦੋਗੇ? ਤੇ ਮੈਨੂੰ ਇਹ ਹੁੰਦਾ ਸੀ ਕਿ ਮੇਰੇ ਫਾਦਰ ਕਸ਼ਮੀਰ ਤੋਂ ਆਏ ਨੇ, ਮੈਂ ਜਾਣਾ ਚਾਹੁੰਦਾ ਕਸ਼ਮੀਰ ਪਾਕਿਸਤਾਨ ਵਾਲੇ ਪਾਸੇ, ਆਪਣੀ ਫਾਦਰ ਦੀ ਜਗ੍ਹਾ ਦੇਣਾ ਚਾਹੁੰਦਾ। ਕਰਦੇ ਕਰਦੇ ਬਸ ਮੈਨੂੰ ਜਨੂਨ ਆਇਆ 48 ਸਾਲ ਦੀ ਉਮਰ ਤੇ ਮੈਂ ਕਿਹਾ ਮੈਂ ਪਾਕਿਸਤਾਨ ਜਾਣਾ ਚਾਹੁੰਦਾ। ਉਸ ਤੋਂ ਬਾਅਦ ਕਹਾਣੀ ਸ਼ੁਰੂ ਹੋਈ ਤੇ ਮੈਂ ਗਿਆ। 4 ਸਾਲ ਦੇ ਅੰਦਰ ਇਹ ਦੋਵੇਂ ਕਿਤਾਬਾਂ ਹੋ ਗਈਆਂ, ਪਤਾ ਨਹੀਂ ਚੱਲਿਆ ਮੈਂ ਵਾਪਸ ਕਾਰਪੋਰੇਟ ਜਗਤ ਜਾਣ ਦੀ ਸੋਚੀ ਨਹੀਂ। 4 ਸਾਲ ਦੇ ਅੰਦਰ ਇਹ ਕਿਤਾਬਾਂ ਹੋਈਆਂ। 2018 ਦੇ ਅੰਦਰ ਇਹ ਕਿਤਾਬਾਂ ਦਾ ਕੰਮ ਖਤਮ ਹੋਇਆ, ਜਿਸ ਅੰਦਰ 126 ਸ਼ਹਿਰਾਂ ਦੇ ਪਿੰਡਾਂ ਦੇ ਅੰਦਰ ਮੈਪਿੰਗ ਕੀਤੀ ਗਈ ਹੈ। ਔਰ ਸਿਰਫ ਪੰਜਾਬ ਨਹੀਂ, ਇਸ ਅੰਦਰ ਸਿੰਧ, ਬਲੋਚਿਸਤਾਨ, ਪੰਜਾਬ, ਖੈਬਰ ਪਖਤੂਨਖਵਾ, ਕਸ਼ਮੀਰ,
ਪਾਕਿਸਤਾਨ ਦਾ ਪਾਸਾ ਔਰ ਗਿਲਗਿਟ ਬਲਟਿਸਤਾਨ ਸਾਰੀ ਵਿਰਾਸਤ ਦਾ ਵਿੱਚ ਅੰਸ਼ ਕੀਤਾ ਗਿਆ। 2018 ਦੇ ਵਿੱਚ ਮੈਂ ਵਾਪਸ ਆਇਆ ਤਾਂ ਮੈਨੂੰ ਮਹਿਸੂਸ ਹੋ ਰਿਹਾ ਸੀਗਾ ਕਿ ਮੇਰੀ ਉਮਰ 52 ਇਅਰਸ ਹੋ ਗਈ ਸੀਗੀ, ਔਰ ਮੈਨੂੰ ਮਹਿਸੂਸ ਹੋ ਰਿਹਾ ਸੀਗਾ ਕਿ ਮੇਰੀ ਜ਼ਿੰਦਗੀ ਦਾ ਮਕਸਦ ਖਤਮ ਹੋ ਗਿਆ, ਕਿਉਂਕਿ ਅੱਗੇ ਕੁਝ ਨਜ਼ਰ ਨਹੀਂ ਆ ਰਿਹਾ ਸੀ। ਕਿਤਾਬਾਂ ਤੋਂ ਬਾਅਦ ਕੀ ਕਰ ਲੋਗੇ ਤੁਸੀਂ, ਕੀ ਨਜ਼ਰ ਆ ਰਿਹਾ ਸੀ। ਤੇ ਮੈਨੂੰ ਬਸ ਚਾਹ ਮੈਂ ਪੀ ਰਿਹਾ ਸੀਗਾ ਇੱਕ ਦਿਨ ਅਕਤੂਬਰ 2018 ਵਿੱਚ, ਤੇ ਚਾਹ ਪੀਂਦੇ ਮੈਨੂੰ ਖਿਆਲ ਆਇਆ ਮਾਈਂਡ ਦੇ ਅੰਦਰ ਕਿ ਗੁਰੂ ਨਾਨਕ ਸਾਹਿਬ ਦੇ ਸਫ਼ਰ ਨੂੰ ਅੱਜ ਤੱਕ ਕਿਸੇ ਨੇ ਡਾਕੂਮੈਂਟ ਕਿਉਂ ਨਹੀਂ ਕੀਤਾ, ਔਰ ਪੜ੍ਹੇਗਾ ਕੋਈ ਨਹੀਂ। ਪੜ੍ਹਨ ਵਾਲੇ ਬੜੇ ਲੋਕਾਂ ਨੇ ਕੰਮ ਕੀਤਾ, ਮੈਂ ਨਹੀਂ ਕਿਹਾ ਕਿ ਮੈਂ ਪਹਿਲਾ ਬੰਦਾ, ਬੜੇ ਲੋਕਾਂ ਨੇ ਕੰਮ ਕੀਤਾ, ਨੌਲੇਜ ਲੇਅਰ ਵਿੱਚ ਆਉਂਦੀ ਹੈ, ਪਰਤ ਵਿੱਚ ਆਉਂਦੀ ਹੈ। ਤੇ ਮੈਂ ਜਦੋਂ ਖਿਆਲ ਆਇਆ, ਤੇ ਇੰਟਰਸਟਿੰਗ ਗੱਲ ਇਹ ਕਿ ਜਦੋਂ ਮੈਂ ਆਪਣੇ ਆਪ ਨੂੰ ਪ੍ਰਿਪੇਅਰ ਕਰ ਰਿਹਾ ਸੀਗਾ ਅਨਨੋਇੰਗਲੀ, ਮੈਂ ਕਿਹਾ ਨਾ ਕਿ ਜੋ ਚੀਜ਼ ਤੁਸੀਂ ਲੱਭ ਰਹੇ ਹੋ ਉਹ ਸ਼ਾਇਦ ਤੁਹਾਨੂੰ ਲੱਭ ਰਹੀ ਹੈ, ਕਿਉਂਕਿ ਮੈਨੂੰ ਇਤਨੇ ਸਾਲਾਂ ਦੇ ਅੰਦਰ ਮੈਂ ਇੱਕ ਐਕਸਲ ਸਪਰੈਡਸ਼ੀਟ ਬਣਾ ਲਈ ਸੀਗੀ ਜਿਹਦੇ ਤੇ ਮੈਂ ਲਿਖਿਆ ਹੋਇਆ ਸੀਗਾ 150 ਸਾਲ ਤੱਕ ਦੇ ਲਿਟਰੇਚਰ ਦੇ ਅੰਦਰ ਕਿੱਥੇ ਕਿੱਥੇ ਗੁਰੂ ਨਾਨਕ ਸਾਹਿਬ ਦਾ ਸਫ਼ਰ ਮੁਮਕਿਨ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਆਪਣੀ ਜ਼ਿੰਦਗੀ ਦੇ ਬਾਬਤ ਕੁਛ ਨਹੀਂ ਲਿਖਿਆ, ਤੇ ਮੁਮਕਿਨ ਹੈ ਮੈਂ ਕਹਿ ਰਿਹਾ, ਕਿਉਂਕਿ 150 ਸਾਲ ਤੱਕ ਦਾ ਜਿਹੜਾ ਲਿਟਰੇਚਰ ਹੈ ਉਸ ਦੇ ਅੰਦਰ ਇਹ ਥਾਵਾਂ ਦਾ ਜ਼ਿਕਰ ਆਉਂਦਾ ਹੈ। ਅੱਜ ਦਾ ਜਿਹੜਾ ਸਿੱਖ ਹੈ ਉਹ ਤੇ ਵਨ ਅਪਮੈਨਸ਼ਿਪ ਵਿੱਚ ਹੈ ਨਾ, ਕਿ ਗੁਰੂ ਨਾਨਕ ਸਾਹਿਬ ਇੱਥੇ ਵੀ ਗਏ ਉੱਥੇ ਵੀ ਗਏ। ਤੁਸੀਂ YouTube ਤੇ ਜਾਓ, ਗੁਰੂ ਨਾਨਕ ਨੇ ਅਮਰੀਕਾ ਵੀ ਪਹੁੰਚ ਗਏ, ਅਗਲੇ ਸਾਲ ਸ਼ਾਇਦ ਕੈਨੇਡਾ ਪਹੁੰਚ ਜਾਣ, ਰਾਈਟ। ਤੇ ਗੱਲ ਇਹ ਹੈ ਕਿ ਉਹ ਤਾਂ ਤੁਸੀਂ ਵਧਾਉਣ ਵਾਸਤੇ ਕਿਤੇ ਵਧਾਉਣੇ ਜਾਓ, ਲੇਕਿਨ ਉਹ ਸਾਰਾ ਕੰਮ ਤਿਆਰ ਸੀਗਾ। ਇਸ ਕਰਕੇ ਮੈਂ ਸ਼ੁਰੂ ਕੀਤਾ ਕਿ ਬੰਦੇ ਨੂੰ ਪਤਾ ਵੀ ਨਹੀਂ ਹੁੰਦਾ ਸਾਹ ਲੈਣ ਦਾ, ਤੇ ਰੱਬ ਮੇਰੇ ਕੋਲ ਕੁਝ ਕਰਵਾ ਰਿਹਾ ਸੀਗਾ, ਉਹ ਸਾਰੀ ਪਰਤ ਤਿਆਰ ਸੀਗੀ। ਤੇ ਬਸ ਅਸੀਂ ਇੱਕ ਮਨ 'ਚ ਖਿਆਲ ਲਿਆ ਤੇ ਮੈਂ ਚੱਲ ਪਿਆ। ਮੇਰੀ ਵਾਈਫ ਨਾਲ, ਬਾਏ ਦ ਵੇ ਮੇਰੀ ਵਾਈਫ ਇੱਥੇ ਅੱਜ ਹੈ ਨਹੀਂ, ਵਿੰਦਰ ਕੌਰ, ਉਹਨੇ ਕੱਲ ਸ਼ਾਮੀ ਆਉਣਾ ਹੈ। ਉਹ ਸਾਂਝੇ ਤਰੀਕੇ ਨਾਲ ਅਸੀਂ ਦੋਵੇਂ 18 ਮਹੀਨੇ ਤੱਕ ਰੋਡ ਤੇ ਰਹੇ, ਤੇ ਆਪੇ ਨਾਰੇ ਦੀ ਗੱਲ ਅਸੀਂ ਦੋਵੇਂ ਨੇ ਇਕੱਠੇ ਪੂਰਾ ਕੰਮ ਕੀਤਾ। ਅਸ਼ੋ ਹੈ ਨਹੀਂ ਤੇ, ਬਟ ਉਹਦਾ ਪੂਰਾ ਇਸ 'ਚ ਪੂਰਾ ਰੋਲ ਹੈਗਾ। ਤੇ ਐਂਡ ਕਰਦੇ ਸੌਰੀ ਜਵਾਬ ਲੰਬਾ ਹੋ ਗਿਆ, ਬਟ ਮੈਂ ਯੂਥ ਵਾਸਤੇ ਇੱਕ ਗੱਲ ਕਹਾਂਗਾ, ਸਿਰਫ ਤੁਹਾਡੇ ਵਾਸਤੇ, ਨੌਜਵਾਨ ਪੀੜ੍ਹੀ ਵਾਸਤੇ ਮੈਂ ਆਪਣੀ ਜ਼ਿੰਦਗੀ ਦੀ ਜਿਹੜੀ ਸੀਖ ਲਈ ਹੈ ਉਹ ਇਹ ਹੈ, ਲੋਕ ਕਹਿੰਦੇ ਨੇ ਜਨੂਨ ਨੂੰ ਫੋਲੋ ਕਰੋ, ਮੈਂ ਕਹਿੰਦਾ ਜਨੂਨ ਨੂੰ ਕਦੀ ਨਾ ਫੋਲੋ ਕਰੋ। ਬੜੀ ਕੌਂਟਰਰੀ ਬੜੀ ਮੈਂ ਰਿਪੀਟ ਗੱਲ ਦੱਸ ਰਿਹਾ, ਮੈਂ ਕਹਿੰਦਾ ਮੈਂ ਜਨੂਨ ਵਾਲਾ ਕੰਮ ਕੀਤਾ ਹੈ। ਮੈਂ ਤੁਹਾਨੂੰ ਕਹਿ ਰਿਹਾ ਜਨੂਨ ਨੂੰ ਕਦੀ ਨਾ ਫੋਲੋ ਕਰੋ, ਜਨੂਨ ਨੂੰ ਕ੍ਰੀਏਟ ਕਰੋ, ਜਨੂਨ ਨੂੰ ਪੜਾਓ। ਜਨੂਨ ਦੇ ਪਿੱਛੇ ਲੱਗਣਾ ਇੱਕ ਅਲੱਗ ਚੀਜ਼ ਹੁੰਦੀ ਹੈ, ਜਨੂਨ ਨੂੰ ਬਣਾਉਣਾ ਅਲੱਗ ਚੀਜ਼ ਹੁੰਦੀ ਹੈ। ਜਦੋਂ ਤੁਹਾਡਾ ਪਿੱਛੇ ਜਾਏ, ਹਾਂ, ਜਦੋਂ ਜਨੂਨ ਨੂੰ ਪੜਾਉਣਾ ਸ਼ੁਰੂ ਕਰੋਗੇ ਨਾ, ਮਤਲਬ ਜੋ ਚੀਜ਼ਾਂ ਤੁਸੀਂ ਕਰ ਰਹੇ ਹੋ ਆਪਣੀ ਪੂਰੀ ਜਨੂਨ ਨਾਲ ਉਸ ਚੀਜ਼ ਨੂੰ ਠੀਕ ਕਰੋ, ਤੇ ਇੱਕ ਟਾਈਮ ਆਏਗਾ। ਦੇਖੋ ਕੋਈ ਜ਼ਿੰਦਗੀ ਸ਼ਾਰਟਕਟ ਨਹੀਂ ਹੈ। ਮੈਂ 48 ਈਅਰ ਛੱਡਿਆ, 50 ਔਨ ਮਾਈ 7 ਹੋ ਰਹੀ ਹੈ, ਹੁਣ ਜਾ ਕੇ 5 ਲੈਂਗੁਏਜ ਕੰਮ ਮੁਕੰਮਲ ਹੋਇਆ। ਹੁਣ ਸਾਨੂੰ ਸਮਝ ਆ ਰਿਹਾ ਕਿ ਮੇਰੀ ਜ਼ਿੰਦਗੀ ਦਾ ਮਕਸਦ ਸ਼ਾਇਦ ਇਹ ਸੀਗਾ, ਲੇਕਿਨ ਜਨੂਨ ਨੂੰ ਬਣਾਇਆ ਹੈ, ਜਨੂਨ ਨੂੰ ਫੋਲੋ ਨਹੀਂ ਕੀਤਾ, ਜਨੂਨ ਦੇ ਪਿੱਛੇ ਨਹੀਂ ਲੱਗਿਆ ਸੀ। ਉਹ ਬਣਾ ਕੇ ਚੀਜ਼ ਜਿਹੜੀ ਬਣੀ ਹੈ ਅੱਜ ਤੁਹਾਡੇ ਅੱਗੇ ਆ ਰਹੀ ਹੈ। ਤੇ ਇਸ ਕਰਕੇ ਜਦੋਂ ਤੁਹਾਡੀ ਉਮਰ ਅੱਜ 18 ਸਾਲ ਹੈ, 19 ਸਾਲ ਹੈ ਜਾਂ 16 ਸਾਲ ਹੈ, ਇਹ ਬਸ ਸਿੱਖ ਰੱਖ ਲਓ ਕਿ ਜਦੋਂ ਕੁਝ ਵੀ ਕੰਮ ਕਰਨਾ ਹੈ ਉਸਨੂੰ ਬਣਾਉਣਾ ਹੈ, ਉਸ ਦੇ ਪਿੱਛੇ ਨਹੀਂ ਲੱਗਣਾ। ਇੱਕ ਟਾਈਮ ਆਏਗਾ ਕਿ ਜਦੋਂ ਤੁਹਾਡੇ ਪਿੱਛੇ ਜਨੂਨ ਲੱਗੇਗਾ। ਬਹੁਤ ਵਧੀਆ ਦੱਸੀ ਜਿਹੜਾ ਆਪਣਾ opinion ਵਿੱਚ ਦੇਣਾ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਤੁਸੀਂ ਕੈਰੀਅਰ ਦੀ ਗੱਲ ਕੀਤੀ ਹੈ, ਅੱਜ ਸਾਰੇ ਬੱਚੇ ਜਿਹੜੇ ਆਪਣੇ ਸੋਚ ਬੱਚੇ ਨੇ ਤੇ ਉਹ ਤਾਂ ਬਹੁਤ ਬੱਚੇ ਜਿਹੜੇ ਇਹ ਸੋਚ ਰਹੇ ਨੇ ਵੀ ਅਸੀਂ ਆਪਣਾ ਕੈਰੀਅਰ ਬਣਾਉਣਾ ਹੈ। ਕੈਰੀਅਰ ਇਸ ਨੂੰ ਸਮਝਦੇ ਨੇ ਕਿ ਅਸੀਂ ਇਸ ਤਰ੍ਹਾਂ ਵੱਧ ਤੋਂ ਵੱਧ ਪੈਸੇ ਕਮਾ ਸਕੀਏ ਤੇ ਲੱਗਦੀ ਜ਼ਿੰਦਗੀ ਬਿਤਾ ਸਕੀਏ। ਪਰ ਮੈਨੂੰ ਲੱਗਦਾ ਕਿ ਉਹਦਾ ਨਾਲੋਂ ਜ਼ਿਆਦਾ ਜ਼ਰੂਰੀ ਗੱਲ ਇਹ ਹੈ ਕਿ ਤੁਸੀਂ ਇਹੋ ਜਿਹਾ ਕੰਮ ਕਰਦੇ ਜਾਓ ਦੁਨੀਆ ਦੇ ਵਿੱਚ, ਜਿਸ ਤਰ੍ਹਾਂ ਅਵਤੇਸ਼ਨ ਦੀ ਰਾਣੀ ਕੀਤਾ, ਤੇ ਜਿਹੜਾ ਤੁਸੀਂ ਜਦੋਂ ਤੁਹਾਡੇ ਪਿੱਛੇ ਫਿਰੇ ਇਸ ਤਰ੍ਹਾਂ ਦਾ ਕੰਮ ਕਰੋਗੇ। ਮੈਂ ਮੇਰੀ ਸਲਾਹ ਹੈ ਆਪਣੇ ਯੂਥ ਨੂੰ, ਔਰ ਮੈਂ ਆਸ ਕਰਦੀ ਹਾਂ ਕਿ ਅੱਜ ਦਾ ਸਾਰਾ ਪ੍ਰੋਗਰਾਮ ਹੈ ਉਹਨਾਂ ਦਾ ਕਾਫੀ ਅਸਰ ਪਏਗਾ। ਇਸ ਤਰ੍ਹਾਂ ਪਰ ਸਵਾਲ ਹੈ ਕਿ ਪ੍ਰਧਾਨ ਦੇਵੀ ਦੀ ਉਦਾਸੀਆਂ ਦਾ ਬਿਰਤਾਂਤ ਨਿਰੰਤਰ ਵਿਕਸਿਤ ਹੁੰਦਾ ਰਿਹਾ। ਤੁਸੀਂ ਤੋਂ ਗਰੀਬ ਆਦਿ ਕਿਵੇਂ ਦਸਤਾਰ ਉਤਰਤਾ ਹੈ ਤੁਹਾਡੀ ਵਾਰਚ ਇਤਿਹਾਸਕ ਦਸਤਾਵੇਜ਼ ਲਈ ਬਣਾਉਣ ਲਈ ਤੁਸੀਂ ਕਿਹੜੇ ਸਮੱਸਿਆ ਦੀ ਵਰਤੋਂ ਕੀਤੀ? ਦੇਖੋ ਜੀ, ਪਹਿਲੀ ਗੱਲ ਤੇ ਉਹਨਾਂ ਨੂੰ ਸਲਾਮ, ਉਹਨਾਂ ਸ਼ਖਸੀਅਤਾਂ ਨੂੰ, ਉਹਨਾਂ ਅਕੈਡਮਿਸ਼ੀਅਨਸ ਨੂੰ, ਉਹਨਾਂ ਸਾਡੇ ਬਜ਼ੁਰਗਾਂ ਨੂੰ ਜਿਨ੍ਹਾਂ ਨੇ ਸਾਨੂੰ ਇਸ ਮੁਕਾਮ ਤੱਕ ਇੱਕ ਲਿਟਰੇਚਰ ਛੱਡ ਕੇ ਦਿੱਤਾ ਹੈ ਨਾ। ਅਸੀਂ ਆਪਣੇ ਆਪ ਕੁਝ ਨਹੀਂ ਕਰ ਸਕਦੇ, ਅਸੀਂ ਕਹੀਏ ਨਹੀਂ ਕਿ ਮੈਂ ਕੀਤਾ ਹੈ, ਨਹੀਂ। ਅਗਰ ਉਹਨਾਂ ਨੇ ਕੰਮ ਨਹੀਂ ਕੀਤਾ ਹੁੰਦਾ ਨਾ, ਜਿੱਦਾਂ ਇਹ ਕਿਤਾਬਾਂ ਤੁਸੀਂ ਲੈ ਲਓ, ਮੈਂ ਇਸ ਤੋਂ ਪਹਿਲੇ ਕਹਿਣਾ ਮੈਂ ਇਕਬਾਲ ਕੈਸਰ ਸਾਹਿਬ ਨੂੰ ਸਲਾਮ ਕਰਨਾ,
ਪਾਕਿਸਤਾਨ 'ਚ ਜਿਹੜਾ 1999 ਦੇ ਅੰਦਰ ਗੁਰਦੁਆਰਾ ਦਾ ਪਾਕਿਸਤਾਨ ਦੇ ਉੱਤੇ ਕੰਮ ਕੀਤਾ, ਉਹਦਾ ਦਾਇਰਾ ਕੁਝ ਹੋਰ ਸੀ, ਉਸਦਾ ਦਾਇਰਾ ਅਸੀਂ ਬਦਲ ਕੇ ਕੁਝ ਹੋਰ ਪੇਸ਼ ਕੀਤਾ। ਲੇਕਿਨ ਮੈਂ ਕਹਾ ਕਿ ਮੈਂ ਇਕਬਾਲ ਕੈਸਰ ਸਾਹਿਬ ਨੂੰ ਐਕਨੋਲੇਜ ਨਾ ਕਰਾਂ, ਉਹ ਮੇਰਾ ਵੱਡਾਪਨ ਨਹੀਂ ਹੈ। ਤੇ ਪਹਿਲੀ ਗੱਲ ਉਹਨਾਂ ਸਾਰਿਆਂ ਸ਼ਖਸਾਂ ਨੂੰ ਸਲਾਮ ਕਰਨਾ ਜਿਨ੍ਹਾਂ ਦੇ ਅੰਦਰ ਕਿਰਪਾਲ ਸਿੰਘ ਦੀ, ਡਾਕਟਰ ਕਿਰਪਾਲ ਸਿੰਘ ਦੀ ਜਨਮ ਸਾਖੀ ਪਰੰਪਰਾ, ਜਿਨ੍ਹਾਂ ਨੇ ਪੁਰਾਤਨ ਜਿਤਨੀ ਵੀ ਜਨਮ ਸਾਖੀਆਂ ਦਾ ਇੱਕ ਨਿਚੋੜ ਕੱਢ ਕੇ ਸਾਡੇ ਅੱਗੇ ਰੱਖਿਆ, ਤਾਂ ਮੈਂ ਉਹਨਾਂ ਸ਼ਖਸਾਂ ਨੂੰ ਸਲਾਮ ਕਰਨਾ ਜਿਨ੍ਹਾਂ ਨੇ ਇੱਕ ਬੇਸਲਾਈਨ ਵਾਕ ਲਿਖਿਆ। ਗੱਲ ਇਹ ਆਉਂਦੀ ਹੈ ਕਿ ਗੁਰੂ ਨਾਨਕ ਸਾਹਿਬ ਦਾ ਅਗਰ ਤੁਸੀਂ ਸਫ਼ਰ ਮੈਪ ਕਰਨਾ ਹੈ, ਕਿੱਥੋਂ ਸ਼ੁਰੂ ਕਰਨਾ ਹੈ, ਕਿੱਥੇ ਲੈ ਕੇ ਜਾਣਾ ਹੈ, ਕਿਸ ਤਰ੍ਹਾਂ ਕਰਨਾ ਹੈ, ਕਿਉਂਕਿ ਜਦੋਂ ਗੁਰੂ ਨਾਨਕ ਸਾਹਿਬ ਔਰ ਭਾਈ ਮਰਦਾਨਾ ਜੀ ਨੇ ਆਪਣੀ ਜ਼ਿੰਦਗੀ ਦੇ ਬਾਰੇ ਕੁਝ ਲਿਖਿਆ ਹੀ ਨਹੀਂ, ਔਰ ਅਗਰ ਤੁਸੀਂ 150 ਸਾਲ ਤੱਕ ਦਾ ਲਿਟਰੇਚਰ ਦੇਖੋ ਗੁਰੂ ਨਾਨਕ ਸਾਹਿਬ ਦੀ ਲਾਈਫ ਤੋਂ 65 ਸਾਲ ਬਾਅਦ ਭਾਈ ਗੁਰਦਾਸ ਜੀ ਆਪਣੀ ਵਾਰਾਂ ਲਿਖਦੇ ਨੇ। ਭਾਈ ਗੁਰਦਾਸ ਜੀ ਆਪਣੀ ਕੁਝ ਚੰਦ ਵਾਰਾਂ ਦੇ ਅੰਦਰ ਜ਼ਿਕਰ ਕਰਦੇ ਨੇ ਕਿ ਇਤਨਾ ਤੋਂ ਦੱਸਦੇ ਨੇ ਗੁਰੂ ਨਾਨਕ ਸਾਹਿਬ ਔਰ ਭਾਈ ਮਰਦਾਨਾ ਕੋਈ ਬਾਲਾ ਨਹੀਂ ਹੈ ਇਸ ਅੰਦਰ, ਸਿਰਫ ਗੁਰੂ ਨਾਨਕ ਸਾਹਿਬ और भाई मर्दाना नहीं मानता है। वो चले बगदाद गए, मक्का गए, बटाला गए, मेरू पर्वत गए, इन्होंने एक दायरा बनाता कि बहुत दूर तक चले, पर उन्होंने काम डिटेल में गुरु नानक साहब के बारे दसना नहीं सीगा। उस तो बाद जिहड़े होर राइटर्स आए जिन्होंने जन्म साखी आज जिक्र भी आया सीगा पहले सैशन में, जन्म साखी लिटरेचर के बारे, जन्म साखी लिटरेचर जो आना शुरू होया, देखो जन्म साखी लिटरेचर लोगों ने ਤੁਹਾਡੇ ਜੇ ਔਰ ਮੇਰੇ ਜੇ ਬੰਦੇ ਜਿਨ੍ਹਾਂ ਦਾ ਜਜ਼ਬਾਤ ਗੁਰੂ ਨਾਨਕ ਨਾਲ ਜੁੜਿਆ ਹੋਇਆ ਹੈ, ਉਹਨਾਂ ਨੇ ਲਿਖਣਾ ਸ਼ੁਰੂ ਕੀਤਾ। ਉਹ ਜਜ਼ਬਾਤ ਜਿਹਨਾਂ ਦਾ ਜੁੜਿਆ ਹੋਇਆ ਨਾ, ਉਹ ਆਪਣੀ ਉਹਦੇ ਅੰਦਰ ਥੋੜੀ ਪਿਆਰ, ਥੋੜਾ ਆਪਣਾ ਉਹਨਾਂ ਵੱਲ ਗੁਰੂ ਨਾਨਕ ਵੱਲ ਆਪਣਾ ਇੱਕ ਸ਼ਰਧਾ ਜ਼ਾਹਿਰ ਕਰਨਗੇ। ਤੇ ਤੁਸੀਂ ਉਸਨੂੰ ਲਿਟਰੇਚਰ ਵਿੱਚ ਸ਼ਰਧਾ ਵਾਲਾ ਲਿਟਰੇਚਰ ਦੇਖ ਕੇ ਪੜ੍ਹਨਾ ਸ਼ੁਰੂ ਕਰੋ। ਤੇ ਗੱਲ ਆਉਂਦੀ ਹੈ, ਇਸ ਦਾ ਅਸੀਂ ਨਾਂ ਰੱਖਿਆ ਸੈਨਤ, ਇੰਗਲਿਸ਼ ਵਿੱਚ ਨਾਂ ਰੱਖਿਆ ਐਲੇਗਰੀ। ਦੇਖੋ ਬਾਣੀ ਜਿਹੜੀ ਹੈ ਨਾ ਮੁਹਾਵਰਿਆਂ 'ਚ ਗੱਲ ਕਰਦੀ ਹੈ, ਬਾਣੀ ਜਿਹੜੀ ਹੈ ਸੈਨਤਾ ਇਸ਼ਾਰਿਆਂ 'ਚ ਗੱਲ ਕਰਦੀ ਹੈ। ਤੇ ਗੱਲ ਇਹ ਹੈ ਕਿ ਤੁਸੀਂ ਇਸ਼ਾਰਿਆਂ ਦੇ ਬਾਬਤ ਤੁਸੀਂ ਗੁਰੂ ਨਾਨਕ ਸਾਹਿਬ ਦੀ ਲਾਈਫ ਸਮਝਣਾ, ਤੁਸੀਂ ਅਗਰ 150 ਸਾਲ ਤੱਕ ਦਾ ਲਿਟਰੇਚਰ ਸਮਝੋ, ਜਿਸ ਨੂੰ ਅੱਜ ਸਿੱਖ ਜਗਤ ਦੇ ਅੰਦਰ ਕਾਫੀ ਲੋਕ ਕਹਿਣਗੇ ਮਿੱਠ ਮਿਥਿਆਸ। ਦੇਖੋ ਤੁਸੀਂ ਸੁਣਨਾ ਸ਼ੁਰੂ ਕਰੋ ਤਾਂ ਸਾਰਾ ਕੁਝ ਸੁੱਟ ਦੋ, ਫਿਰ ਕੁਝ ਬਚਿਆ ਨਹੀਂ ਨਾ। ਹੁਣ ਤੁਸੀਂ ਦੇਖੋ ਮਿਹਰਬਾਨ ਜਨਮ ਸਾਖੀ ਨੂੰ ਜਿਸ ਦੇ ਅੰਦਰ ਹੀ ਸਕਸੈਸ਼ਨ ਇਸ਼ੂ ਦੇ ਕਰਕੇ ਪ੍ਰਿਥੀ ਚੰਦ ਡਾਇਨੈਸਟੀ ਦੇ ਅੱਗੇ ਕਾਫੀ ਲੋਕ ਨਹੀਂ ਮੰਨਦੇ। ਮੈਂ ਕਿਹਾ ਤੁਸੀਂ ਨਾ ਮੰਨ, ਠੀਕ ਹੈ ਨਾ ਮੰਨ, ਲੇਕਿਨ ਉਸ ਨੂੰ ਸੁੱਟਣ ਦੇ ਕਰਕੇ ਤੁਸੀਂ ਇੱਕ ਸਭ ਤੋਂ ਵੱਡਾ ਸੰਗ੍ਰਹਿ ਗੁਰਬਾਣੀ ਦੇ ਸ਼ਬਦਾਂ ਦਾ ਵੀ ਪਰੇ ਕਰ ਰਹੇ ਹੋ। ਕਿਉਂਕਿ ਜਨਮ ਸਾਖੀ ਲਿਟਰੇਚਰ ਜਿਸਨੇ ਪੜ੍ਹਨਾ ਹੈ, ਤੁਹਾਨੂੰ ਮਿਹਰਬਾਨ ਜਨਮ ਸਾਖੀ ਦੇ ਵਿੱਚੋਂ ਬਹੁਤ ਸਾਰੇ ਉਹ ਸ਼ਬਦ ਮਿਲਣਗੇ ਵੀ ਗੁਰੂ ਨਾਨਕ ਸਾਹਿਬ ਨਾਲ ਐਸੋਸੀਏਟ ਕਰਨੇ ਕਿ ਐਸੇ ਇਸ ਜਗ੍ਹਾ ਤੇ ਕੀ ਗੱਲ ਹੋਈ, ਇਸ ਜਗ੍ਹਾ ਤੇ ਕੀ ਗੱਲ ਹੋਈ, ਬਗਦਾਦ ਦੇ ਅੰਦਰ ਪੀਰ ਅਬਦੁਲ ਕਾਦਰ ਗਿਲਾਨੀ ਨਾਲ ਕੀ ਗੱਲ ਹੋਈ, ਮਿਹਰਬਾਨ ਜਨਮ ਸਾਖੀ ਮਿਲੇਗਾ ਉਹ ਸ਼ਬਦ। ਹੈ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ, ਲੇਕਿਨ ਜ਼ਿਕਰ ਉੱਥੋਂ ਮਿਲੇਗਾ। ਤੇ ਤੁਸੀਂ ਕਿੰਤੂ ਪਰੰਤੂ ਨਹੀਂ ਕਰ ਸਕਦੇ ਹੋ। ਕਹਿਣ ਦਾ ਮਤਲਬ ਭਾਵ ਹੈ ਕਿ ਜਦੋਂ ਸੰਗ੍ਰਹਿ ਲੈਂਦੇ ਹੋ ਤੇ ਸੰਗ੍ਰਹਿ ਵਿੱਚੋਂ ਇੱਕ ਜਿਹੜੇ ਸਾਡੇ ਬਜ਼ੁਰਗਾਂ ਨੇ ਸਾਡੇ ਕੋਲ ਚੀਜ਼ ਲਿਖ ਕੇ ਦਿੱਤੀ ਹੈ, ਉਹਦੇ ਵਿੱਚ ਸੀਕੁਐਂਸ਼ੀਅਲ ਚੀਜ਼ਾਂ ਪਈਆਂ ਨੇ। ਮੈਂ ਮਾਡਰਨ ਨੈਰੇਟਿਵ ਵਿੱਚ ਨਹੀਂ ਜਾ ਰਿਹਾ। ਮਾਡਰਨ ਨੈਰੇਟਿਵ ਵਿੱਚ ਮਾਡਰਨ ਅੱਜ ਕੱਲ੍ਹ ਦੇ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਇੱਥੇ ਗਏ, ਇੰਡੋ ਚਾਈਨਾ ਬਾਰਡਰ ਦੇ ਨਾਲ ਜਿੰਨੀ ਵੀ ਆਰਮੀ ਦਾ ਸਰ ਧਰਮ ਸਥਲ ਪੁੱਗਦਾ ਹੈ, ਕੁਝ ਸਾਲਾਂ ਬਾਅਦ ਗੁਰੂ ਨਾਨਕ ਸਾਹਿਬ ਨੂੰ ਅਸੀਂ ਇੱਥੇ ਪਹੁੰਚਾ ਦੇ ਰਹੇ ਹਾਂ। ਉਹ ਸਾਡਾ ਦਾਇਰਾ ਨਹੀਂ ਹੈ, ਕਿਸੇ ਹੋਰ ਦਾ ਦਾਇਰਾ ਹੈ, ਤੁਸੀਂ ਬੇਸ਼ੱਕ ਬਣਾਓ, ਸਾਡਾ ਨਹੀਂ ਹੈ। तो उस चीज़ को लैके असी एक सीक्वेंस नहीं बनाना शुरू किया है। तो तुसी जो यार वो अखबार दे साख्या लिखे है, ਉਹਦੇ ਵਿੱਚ ਜੋ ਵੀ ਤਿੰਡੀਆਂ ਚੀਜ਼ਾਂ ਬਹੁਤ ਸਾਰੀਆਂ मैं तो मेहरबान का चलिए मेहरबान जरूर साकी का सिर्फ ना लिया है मैं, ये तो मैं कह रहा 150 साल तक का जगह लिटरेचर लिखा गया है वो फिट होने ਪਰ 265 ਛੰਦਾਂ ਦੇ ਵਿੱਚ ਜਿਹੜਾ ਤੁਸੀਂ ਕੀਰਤਨ ਦਾ ਸੰਗੀਤ ਦਾ ਵਿਆਖਿਆ ਕੀਤੀ ਹੈ, ਉਹ ਦੱਸਦਾ ਵੀ ਰੂਹ ਹੈ ਬਹੁਤ। ਮਤਲਬ ਤੁਸੀਂ ਪੱਕੇ ਰਾਗਾਂ ਦੇ ਵਿੱਚ ਰਬਾਬ ਦੇ ਰਾਗ ਦੇ ਕੀਰਤਨ ਕੀਤੇ ਆ, ਉਹਨੂੰ ਪਹਿਲ ਦਿੱਤੀ ਹੈ। ਔਰ ਇਹਦੇ ਨਾਲ ਹੋਰ ਵੀ ਜਿਹੜੀ ਦਸਤਾਵੇਜ਼ੀ ਹੈ ਉਹ ਜਿਹੜੀ ਤੁਹਾਡੀ ਰੂਹ ਨੂੰ ਛੂਹਦੀ ਹੈ। ਤੇ ਬੀਬੀ ਮੈਂ ਕਿਹਾ ਤੁਸੀਂ ਗੱਲ ਕਰ ਰਹੇ ਹੋ, ਤੁਸੀਂ ਸੁਣਨਾ ਚਾਹੁੰਦੇ ਹੋ ਕਿ ਮਿਊਜ਼ਿਕ ਦੇ ਬਾਰੇ ਚ ਦਸਤਾਵੇਜ਼ ਸੰਗੀਤ ਜਿਹੜੀ ਤੇ ਜਿਹੜੀ ਹੈ ਦਸਤਾਵੇਜ਼ੀ ਦੇ ਵਿੱਚ ਤੁਸੀਂ ਜਦੋਂ ਅਸੀਂ ਤਾਂ ਕਿਹਾ ਵੀ ਸਨਮਾਨ ਕਰਨਾ ਤੇ ਤੁਸੀਂ ਆਪਣਾ ਦੋ ਸਾਥੀਆਂ ਦਾ ਵੀ ਨਾਮ ਜਿਹੜਾ ਤੇਰੇ ਬਾਬੂ ਜਾਂਦੇ ਆ। ਹਾਂਜੀ ਅਸੀਂ ਚਾਹੁੰਦੇ ਆ ਲੋਕ ਇਹ ਮਤਲਬ ਦਾ ਤਰੀਕਾ ਤੇ ਬਿਨਾਂ ਸੰਗੀਤ ਤੋਂ ਫਿਰ ਉਹ ਜਿਹੜੇ ਦਸਤਾਵੇਜ਼ ਸੀ ਉਹ ਵੀ ਜ਼ਿਆਦਾ ਦਿਲੋਂ ਨਹੀਂ ਛੋੜੇ ਤੇ ਤੇ ਹੋਰ ਛੋੜੇ। ਹੁਣ ਪਰਸੋਂ ਜਿਹੜਾ ਤੁਸੀਂ ਸਾਨੂੰ ਤੁਸੀਂ ਬੁਲਾਇਆ ਸਨਮਾਨ ਕਰਨ ਵਾਸਤੇ, ਮੈਂ ਬੀਬੀ ਨੂੰ ਕਿਹਾ ਸਾਨੂੰ ਤੁਸੀਂ ਸਨਮਾਨ ਕਰੋਗੇ ਜਿਹੜੇ ਸਾਡੇ ਮਿਊਜ਼ੀਸ਼ੀਅਨਸ ਨੇ ਉਹਨਾਂ ਨੂੰ ਵੀ ਸਨਮਾਨ ਕਰੋ, ਬਿਕਾਜ਼ ਉਹਨਾਂ ਨੂੰ ਲੋਕੀ ਭੁੱਲ ਜਾਂਦੇ ਨੇ। ਸਾਡਾ ਤਾਂ ਕੀ ਹੈ ਮਿਲਦੇ ਹੋ ਰਿਹਾ ਉਹ ਜਿਹੜੀ ਕਹਿ ਦਿੱਤੇ ਬਿਲਕੁਲ
ਸਾਡਾ ਇਹਦੇ ਟੈਕਸਟ ਹੋਵੇ ਤਾਂ ਲੋਕ ਜਿਹੜਾ ਨਾ ਇਹਨਾਂ ਦੀ ਦਿਲਚਸਪ ਪੰਨਾ ਕੋ ਜਦੋਂ ਉਹਦੇ ਵਿੱਚ ਕੀਰਤਨ ਭਰਿਆ ਜਾਂਦਾ ਔਰ ਉਹ ਵੀ ਬੜੇ ਰੂਹ ਤੋਂ ਕੀਰਤਨ ਕੀਤਾ ਉਹਨਾਂ ਦੇ ਚੈਨਲ ਉਹਨਾਂ ਨੇ ਸਾਰੇ ਰੂਹ ਨਾਲ ਕੀਤਾ। ਤੇ ਮੈਂ ਤੁਹਾਡੇ ਨਾਲ ਮਿਊਜ਼ਿਕ ਦੇ ਬਾਰੇ ਗੱਲਾਂ, ਦੇਖੋ ਮੁਸ਼ਕਿਲਾਤ ਬਹੁਤ ਆਈਆਂ ਸੀ, ਪੈਸੇ ਤੋਂ ਲੈ ਕੇ ਹੋਰ ਐਕਸੈਸ ਕਰਨਾ, ਇਲਾਕੇ ਜਾਣਾ, ਬਹੁਤ ਮੁਸ਼ਕਿਲਾਤ ਆਏ। ਮਿਊਜ਼ਿਕ ਦਾ ਤੁਹਾਨੂੰ ਮੁਸ਼ਕਿਲਾਤ ਦੱਸਣਾ ਔਰ ਮਿਊਜ਼ਿਕ ਦੀ ਰੂਹ ਦੇ ਬਾਰੇ ਮੈਂ ਸਟਰਕਚਰ ਕਰ ਦੇਣਾ, ਕਿਉਂਕਿ ਤੁਸੀਂ ਸ਼ਾਇਦ ਅੱਜ ਤੋਂ ਬਾਅਦ ਜਾਓਗੇ ਦ ਗੁਰੂ ਨਾਨਕ ਦੇ ਅੱਗੇ ਦ ਲਗਾ ਦੇਣਾ, ਬਸ thegurunanak.com ਤੇ ਜਾ ਕੇ ਤੁਸੀਂ ਜਿਸ ਜ਼ਬਾਨ ਵਿੱਚ ਦੇਖਣਾ ਤੁਸੀਂ ਦੇਖਣਾ ਸ਼ੁਰੂ ਕਰ ਦਿਓ। ਔਰ ਮੇਰੀ ਤੁਹਾਨੂੰ ਬੇਨਤੀ ਹੈ ਕਿ ਇਸ ਨੂੰ ਜਿੱਦਾਂ ਅੱਜ ਕੱਲ੍ਹ ਨੈਟਫਲਿਕਸ ਦੇ ਉੱਤੇ ਸੀਰੀਜ਼ ਆਉਂਦੀ ਹੈ ਨਾ, ਉਸ ਤਰ੍ਹਾਂ ਨਾ ਦੇਖਣਾ ਕਿ ਇੱਕ ਦਿਨ 'ਚ 4-5 ਦੇਖਣੇ ਸ਼ੁਰੂ करते, नहीं तक नहीं समझ आएगा। हाँ, एक हफ्ते 'ਚ एक एपिसोड देखो, कोई छेती नहीं कितने नरक पा जाएगा, देखना शुरू करो। और जब देखना शुरू करोगे तो इस तो गल समझ आई कि वो जी इस पूरी डॉक्यूमेंट्री सीरीज दी है वो 256 शब्द ਜਿਹੜੇ ਨੇ ਜਿਨ੍ਹਾਂ ਨੂੰ 2-3 ਲਾਈਨਾਂ ਵਿੱਚ ਉਹਨਾਂ ਰਾਗਾਂ ਵਿੱਚ ਗਾਇਆ ਗਿਆ, ਜਿਨ੍ਹਾਂ ਵਿੱਚ ਲਿਖਿਆ ਗਿਆ। ਔਰ ਇਹਦੇ ਅੰਦਰ ਰਾਗ ਦੀ ਕਲਾਬਾਜ਼ੀ ਨਹੀਂ ਹੈ, ਜੋ ਵੀ ਤੁਸੀਂ ਸੁਣ ਰਹੇ ਹੋ ਉਹ ਹੈ ਉसी ਰਾਗ ਦੇ ਅੰਦਰ, ਲੇਕਿਨ ਰਾਗ ਦੀ ਕਲਾਬਾਜ਼ੀ ਨਹੀਂ ਹੈ, ਸ਼ਬਦ ਨੂੰ ਪ੍ਰਦਾਨ ਦਿੱਤਾ ਗਿਆ ਔਰ ਸਟ੍ਰਿੰਗ ਇੰਸਟਰੂਮੈਂਟਸ ਨਾਲ ਕੀਤਾ ਗਿਆ। ਲੇਕਿਨ ਗੱਲ ਮੈਂ ਜਿਹੜੀ ਕਰਨਾ ਚਾਹ ਰਿਹਾ ਮਿਊਜ਼ਿਕ ਦੇ ਬਾਰੇ 'ਚ, ਜਨਮ ਸਾਖੀ ਲਿਟਰੇਚਰ ਦੇ ਅੰਦਰੋਂ ਅਸੀਂ 120 ਸ਼ਬਦ ਲਏ ਨੇ। 120 ਸ਼ਬਦ ਜਿਹੜੇ ਲਏ ਨੇ ਉਹ ਜਿੱਥੇ ਗੁਰੂ ਨਾਨਕ ਸਾਹਿਬ 150 ਤੋਂ ਉੱਪਰ ਜਿਹੜੀ ਮਲਟੀਫੇਥ ਸਾਈਟਸ ਤੇ ਗਏ ਨੇ, ਉਹਨਾਂ ਥਾਵਾਂ ਤੇ ਕੀ ਡਾਇਲੌਗ, ਕੀ ਗੋਸ਼ਟੀ ਹੋਈ, ਉਸ ਨੂੰ ਅਸੀਂ ਅੱਗੇ ਰੱਖ ਰਹੇ ਹਾਂ ਉਹਨਾਂ ਸ਼ਬਦਾਂ ਦੇ ਆਧਾਰ ਤੇ, ਠੀਕ ਹੈ। ਲੇਕਿਨ ਅਸੀਂ ਕਿਸੇ ਦੀ ਜਗ੍ਹਾ ਗੁਰੂ ਨਾਨਕ ਸਾਹਿਬ ਨੂੰ ਨਹੀਂ ਦਰਸਾਇਆ। ਇਹ ਕੋਈ ਫਿਲਮ ਨਹੀਂ ਹੈ, ਡਾਕੂਮੈਂਟਰੀ ਪ੍ਰੈਜੈਂਟੇਸ਼ਨ ਹੈ। ਅਸੀਂ ਬੇਸ਼ੱਕ ਆਰਟਵਰਕ ਦਿਖਾਏ ਨੇ, ਉਹ ਜਨਮ ਸਾਖੀ ਦੇ ਆਰਟਵਰਕ ਦਿਖਾ ਰਹੇ ਹਾਂ ਅਸੀਂ, ਲੇਕਿਨ ਅਸੀਂ ਆਪ ਕਿਤੇ ਗੁਰੂ ਨਾਨਕ ਸਾਹਿਬ ਨੂੰ ਨਹੀਂ ਦਰਸਾਇਆ, ਨਾ ਹੀ ਭਾਈ ਮਰਦਾਨਾ ਨੂੰ ਦਰਸਾਇਆ। ਤੇ ਦਰਸ਼ਾਨ ਦਾ ਰੂਪ ਕੀ ਹੈਗਾ? ਸੰਗੀਤ ਤੇ ਦਰਸ਼ਾਨ ਦਾ ਰੂਪ, ਉਹਨਾਂ ਦਾ ਫਲਸਫਾ ਜਿਹੜਾ ਹੈ ਉਹ ਦਰਸ਼ਾਨ ਦਾ ਰੂਪ ਹੈ। ਸਭ ਉਹਨਾਂ ਦੇ ਵਿੱਚੋਂ ਸੇਧ ਲੈਣੀ ਜਿਹੜਾ ਹੈ ਉਹ ਦਾਰਸ਼ਨਿਕ ਰੂਪ ਹੈ। ਤੇ ਉਸ ਤੋਂ ਅਸੀਂ ਸਮਝਾਉਣ ਵਾਸਤੇ ਉਹ ਜਿਹੜੇ 120 ਸ਼ਬਦ ਜਨਮ ਸਾਖੀ ਲਿਟਰੇਚਰ ਵਿੱਚੋਂ ਲਏ ਨੇ, ਮੱਕਾ ਵਿੱਚ ਕੀ ਗੱਲ ਹੋ ਰਹੀ ਹੈ, ਜਗਨਨਾਥਪੁਰੀ ਕੀ ਗੱਲ ਹੋ ਰਹੀ ਹੈ, ਇਹ 120 ਸ਼ਬਦ ਅਗਰ ਤੁਸੀਂ ਗੁਰੂ ਨਾਨਕ ਨੂੰ ਨਹੀਂ ਦਰਸਾ ਰਹੇ ਹੋ, ਤੇ ਜਿਹੜੇ ਸ਼ਬਦ ਗਾਏ ਗਏ ਨੇ ਉਹ ਇੱਕ ਮੇਨ ਦੀ ਆਵਾਜ਼ ਵਿੱਚ ਗਾਏ ਗਏ ਨੇ, ਪੁਰਸ਼ ਦੀ ਆਵਾਜ਼ ਵਿੱਚ। ਉਹਨਾਂ ਨੂੰ ਤੁਸੀਂ ਪਰਸੋਂ ਮਿਲੋਗੇ, ਜਿਹੜੇ ਆ ਰਹੇ ਨੇ ਬੀਬੀ ਨੇ ਉਹਨਾਂ ਕੀਰਤਨੀਆਂ ਵਾਲਿਆਂ ਨੂੰ ਵੀ ਬੁਲਾਇਆ, ਮਹਾਪੀਰ ਤੇ ਸਤਿੰਦਰ ਬੋਦਲ ਜਿਸ ਦੇ ਸਾਰੇ ਸ਼ਬਦ ਗਾਏ ਨੇ, ਉਹ ਪਰਸੋਂ ਤੁਹਾਡੇ ਅੱਗੇ ਕੀਰਤਨ ਵੀ ਕਰਨਗੇ। ਤੇ ਜਿਨ੍ਹਾਂ ਨੇ ਗਾਇਆ ਮੇਲ ਸ਼ਬਦ ਵੌਇਸ ਦੇ ਅੰਦਰ ਗੁਰੂ ਨਾਨਕ ਨੂੰ ਉਹ ਪ੍ਰੈਜ਼ੈਂਟ ਕਰ ਰਹੇ ਨੇ, ਉਹ ਹੈ ਸਤਿੰਦਰ ਸਿੰਘ ਬੋਦਲ। 120 ਸ਼ਬਦ ਤੇ ਹੋ ਗਏ। ਬੋਦਲ ਸਾਹਿਬ ਦੀ ਜਿਹੜੀ ਖਾਸੀਅਤ ਸੀਗੀ ਉਹ ਮੈਂ ਜ਼ਿਕਰ ਕਰਨਾ ਚਾਹਨਾ। ਅਸੀਂ ਬੋਦਲ ਸਾਹਿਬ ਨੂੰ ਕਿਹਾ, ਸਤਿੰਦਰ ਸਾਨੂੰ ਉਹਨਾਂ ਰਾਗਾਂ ਵਿੱਚ ਗਾਣਾ ਹੈ ਜਿਹਦੇ ਅੰਦਰ ਗੁਰੂ ਨਾਨਕ ਸਾਹਿਬ ਨੇ ਲਿਖਿਆ ਹੈ। ਅਗਰ ਗੌੜੀ ਗਵਾਰੀ ਚੇਤੀ ਰਾਗ ਹੈ ਨਾ, ਤੇ ਗਾਣਾ ਤੁਸੀਂ ਗੌੜੀ ਗਵਾਰੀ ਚੇਤੀ 'ਚ ਹੈ। ਔਰ ਉਸ ਬੰਦੇ ਦੀ ਸ਼ਖਸੀਅਤ ਦੀ ਇਹ ਕਾਬਲੀਅਤ ਕਿ ਜਦੋਂ ਉਸਨੇ ਟੇਕ ਦਿੱਤਾ ਨਾ, ਇੱਕ ਟੇਕ ਦੇ ਅੰਦਰ ਦਿੰਦਾ ਸੀਗਾ ਰਿਕਾਰਡਿੰਗ, ਇੱਕ ਟੇਕ ਦੇ ਅੰਦਰ, ਇਤਨੀ ਉਹਦੀ ਮਾਰੀਅਤ ਹੈ। ਔਰ ਗੱਲ ਇੱਕ ਚੈਲੰਜ ਇਹ ਆਈ, ਅਸੀਂ ਕਿਹਾ ਕਿ ਬਾਕੀ ਦੇ ਜਿਹੜੇ 260 ਦੇ ਕਰੀਬ ਸ਼ਬਦ ਨੇ, ਤੇ ਬਾਕੀ ਦੇ 140 ਸ਼ਬਦ ਜਿਹੜੇ ਨੇ ਉਹ ਇੱਕ ਫੀਮੇਲ ਵੌਇਸ ਦੇ ਅੰਦਰ, ਇੱਕ ਨਾਰੀ ਦੇ ਵੌਇਸ ਦੇ ਅੰਦਰ ਹੈਗਾ। ਉਹ ਨਾਰੀ ਕਿਹੜੀ ਹੈ? ਉਹ ਪਾਕਿਸਤਾਨ ਦੀ ਲਾਹੌਰ ਦੀ ਰਹਿਣ ਵਾਲੀ ਮੁਸਲਮਾਨ ਸਲੀਮਾ ਖਵਾਜਾ, ਜਿਸ ਨੇ ਭਾਈ ਮਰਦਾਨਾ ਦੀ ਵੰਸ਼ ਵਿੱਚੋਂ ਭਾਈ ਗੁਲਾਮ ਮੁਹੰਮਦ ਚਾਂਦ ਜੀ ਸੀ, ਜਿਹੜੇ ਉਹਨਾਂ ਦੇ ਉਹ ਅਕਾਲ ਚਲਾਣਾ ਕਰ ਗਏ ਨੇ ਕਾਫੀ ਟਾਈਮ ਪਹਿਲਾਂ, ਉਹਨਾਂ ਕੋਲੋਂ ਖੁਦ ਜਾ ਕੇ ਸਿੱਖਿਆ ਉਹਨਾਂ ਨੇ, ਹੈ ਨਾ। ਮਾਉ ਦੀ ਗੱਲ ਦੇਖੋ ਹੁਣ ਜਿਹੜੀ ਵਿਰਾਸਤ ਜਿਹੜੀ ਵੰਡੀ ਗਈ ਹੈ ਰੈਡਕਲਿਫ ਲਾਈਨ ਦੇ ਕਰਕੇ, ਉਹਦੇ 'ਚ ਇਹ ਵੀ ਹੋਇਆ ਹੈ ਕਿ ਮਿਊਜ਼ਿਕ ਵੀ ਵੰਡਿਆ ਗਿਆ ਹੈ, ਕਲਚਰ ਵੀ ਵੰਡਿਆ ਗਿਆ ਹੈ। ਕਿਉਂਕਿ ਜਿਹੜੇ ਰਾਗ ਤੁਹਾਨੂੰ ਇੱਥੇ ਪਤਾ ਨੇ ਨਾ, ਤੁਸੀਂ ਕਹਿੰਦੇ ਹੋ ਗੁਰੂ ਨਾਨਕ ਸਾਹਿਬ ਦੀ ਬਾਣੀ 60 ਤੋਂ ਉੱਪਰ ਰਾਗਾਂ ਵਿੱਚ ਹੈ, ਮਿਸ਼ਰਿਤ ਰਾਗ ਭਾਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ 60 ਕੋਈ ਕਹਿੰਦਾ 60, ਕੋਈ 61, ਕੋਈ 62 ਕਹਿੰਦਾ, ਇੰਨੇ ਰਾਗਾਂ ਵਿੱਚ ਹੈਗੀ। ਗੁਰੂ ਨਾਨਕ ਸਾਹਿਬ ਦੀ ਬਾਣੀ ਕਰੀਬ 36-37 ਰਾਗਾਂ ਵਿੱਚ ਹੈ, ਮਿਸ਼ਰਿਤ ਰਾਗ ਮਿਲਾ ਕੇ। ਅਸੀਂ ਸਲੀਮਾ ਦੇ ਅੱਗੇ ਉਹ ਲਿਸਟ ਰੱਖੀ, ਮੈਂ ਉਹਨਾਂ ਨੂੰ ਕਿਹਾ ਕਿ ਅਸੀਂ ਸਲੀਮਾ ਨੂੰ ਕਰਕੇ ਸਿਲੈਕਟ ਕੀਤਾ ਕਿ ਭਾਈ ਇसी बहाने जिसने अगर मेहनत करके भाई गुलाम मुहम्मद चांद तो सीखिया, मतलब भाई मर्दाना दी वंश तो सीखिया, असी कोशिश करना चाहते हैं कि तुहाडी आवाज़ को असी प्लेटफॉर्म देंगे क्योंकि कल वो भी शायद बच सके। सारा थिंकिंग ये सी।
ਤੇ ਅਸੀਂ ਜਦੋਂ ਉਹ ਲਿਸਟ ਅੱਗੇ ਰੱਖੀ ਤਾਂ ਕਹਿੰਦੀ ਹੈ ਇਸ ਵਿੱਚ ਤਾਂ ਮੈਨੂੰ ਸਿਰਫ 11 ਰਾਗ ਆਉਂਦੇ ਨੇ। ਵਿਰਾਸਤ ਰਾਗਾ ਦੀ ਵੀ ਵੰਡੀ ਗਈ ਹੈ। हिंदू मुसलमान सिख दे करके रिलीजन पे वंडिया ही गया और जमीन भी वंडी गई, म्यूजिक भी वंडिया गया। कहनी है मैंने सिख पाकिस्तान ਦੇ सिर्फ 11 राग पता नहीं ਕਿਹੜੇ ਰਾਗ ਨੇ। ਤੇ ਫਿਰ ਸਾਡੇ ਇੱਥੇ ਚੈਲੰਜ ਸੀ, ਅਸੀਂ ਕਿਹਾ ਕਿ ਸਲੀਮਾ ਤੂੰ ਸਿੱਖੇਂਗੀ, ਅਗਰ ਤੈਨੂੰ ਅਸੀਂ ਸਿਖਾਉਣ ਵਾਸਤੇ ਬੰਦਾ ਡਿਬਿਊਟ ਕਰੀਏ ਸਿੱਖੇਂਗੀ। ਕਹਿੰਦੀ ਨੇਕੀ ਔਰ ਪੂਛ ਹੈ, ਨੇਕੀ ਔਰ ਪੂਛ। ਤੇ ਅਸੀਂ ਸਤਵਿੰਦਰ ਨੂੰ ਅਸੀਂ ਫਿਰ ਕਿਹਾ, ਸਤਵਿੰਦਰ ਉਸ ਟਾਈਮ ਕੋਵਿਡ ਦਾ ਟਾਈਮ ਸੀਗਾ, ਤੂੰ ਫੋਨ ਦੇ ਉੱਤੇ ਇਹਨੂੰ ਸਿਖਾਉਣਾ ਸ਼ੁਰੂ ਕਰ, ਇੰਟਰਨੈਟ ਦੇ ਉੱਤੇ ਟ੍ਰੇਨਿੰਗ ਸ਼ੁਰੂ ਹੋਈ ਉਹਦੀ ਉੱਥੋਂ। ਲੇਕਿਨ ਦੋਵੇਂ ਪਾਸਿਆਂ ਨੇ ਪੂਰੀ ਆਪਣੀ ਮੁਕੰਮਲ ਜਾਨ ਲਗਾ ਕੇ ਟ੍ਰੇਨਿੰਗ ਕੀਤੀ ਔਰ ਟ੍ਰੇਨਿੰਗ ਲਈ। ਔਰ 8 ਮਹੀਨੇ ਬਾਅਦ ਜਦੋਂ ਤਿਆਰ ਹੋ ਗਈ ਤੇ ਸਤਵਿੰਦਰ ਨੇ ਕਿਹਾ ਹੁਣ ਸਿਨੇਮਾ ਤਿਆਰ ਹੋ ਗਈ ਹੈ। ਫਿਰ ਅਸੀਂ ਰਿਕਾਰਡਿੰਗ ਸਟਾਰਟ ਕੀਤੀ, ਫਿਰ ਸਾਰੇ ਸਟੂਡੀਓ ਬੰਦ, ਕੋਵਿਡ ਦੇ ਟਾਈਮ ਤੇ ਸਭ ਬੰਦ। ਖੈਰ ਉਸ ਦੇ ਵੀ ਜਾਵਾਂਗੇ, ਰਿਕਾਰਡਿੰਗ ਹੋਈ ਹੈ। ਜੋ ਤੁਸੀਂ ਕੁੜੀ ਦਾ ਸ਼ਬਦ ਸੁਣ ਰਹੇ ਹੋ, ਕੋਈ ਲੋਕ ਕਹਿੰਦੇ ਨੇ ਕਿ ਆਵਾਜ਼, ਕੋਈ ਲੋਕ ਕਹਿੰਦੇ ਬਹੁਤ ਚੰਗੀ ਆਵਾਜ਼ ਹੈ, ਕੋਈ ਲੋਕ ਕਹਿੰਦੇ ਨੇ ਨਾ ਥੋੜੀ ਆਵਾਜ਼ ਅਲੱਗ ਆਵਾਜ਼ ਹੋ ਸਕਦੀ ਸੀ। ਮੈਂ ਕਹਿਣਾ ਤੁਸੀਂ ਖਾਮੀਆਂ ਨਾ ਲੱਭੋ, ਤੁਸੀਂ ਲੱਭੋ ਕਿ ਇਹ ਬੀਜ ਬੋਇਆ ਜਾ ਰਿਹਾ ਹੈ। ਭਾਈ ਮਰਦਾਨਾ ਦੀ ਲੈਗੇਸੀ ਜਿਹੜੀ ਖਤਮ ਹੋ ਗਈ ਹੈ ਨਾ। ਭਾਈ ਗੁਲਾਮ ਮੁਹੰਮਦ ਚਾਂਦ ਜੀ ਗੁਰਦਾਸਪੁਰ 'ਚ ਆਪਣਾ ਰਹਿੰਦੇ ਸੀਗੇ, ਵਿਰਾਸਤ ਇਹੋ ਜਿਹੀ ਖਤਮ ਹੋਈ ਪਾਰਟੀਸ਼ਨ ਕੀ ਮੁਸਲਮਾਨ ਹੋਣ ਦੇ ਕਰਕੇ ਕਿਸੇ ਨੇ ਇਹ ਨਹੀਂ ਦੇਖਿਆ ਕਿ ਭਾਈ ਮਰਦਾਨਾ ਦੀ ਵੰਸ਼ ਦੀ ਕੱਢ ਪਰੇ ਇਸ ਤੇ ਉੱਪਰ। ਤੇ ਕਿਸੇ ਨੇ ਜਾ ਕੇ ਸਿੱਖਿਆ ਅਗਰ ਤੇ ਖਾਮੀਆਂ ਨਾ ਕੱਢੋ, ਪੋਜ਼ਿਟਿਵ ਦੇਖੋ। ਵੀ ਬੜੀ ਬਹੁਤ ਸੌਖੀ ਹੈ ਨਾ ਦੇਖਣਾ ਦੇ ਕਰਨਾ ਬਹੁਤ ਔਖਾ ਸੀ। यही कहना था ना मैं कि म्यूजिक का बड़ा वड्डा पक्ष है दे अंदर 260 शब्द एंड कर जो मैं यही कहना इस दे अंदर म्यूजिक के बारे की ये हिंदी च बोला था कि ये मैं अक्सर लोगों को कहना जो मैं पूछते हैं कि मैं हिंदी च कहना कि ये दस्तावेजी फिल्म तो एक बहाना है, ये सिर्फ एक बहाना है, क्योंकि गुरु नानक का फलसफा समझाना है। फलसफा समझाने वास्ते तो फिर शब्द के थ्रू ही जाना पड़ेगा। बाकी तो सिर्फ गुरु नानक साहब कितने गए मैं तो आज कहना है फिल्म मेकर मैनू नहीं पता। मैं फिल्म थोड़े के 24 एपिसोड 20 घंटे की दस्तावेजी बना के खड़ी कर देती है, देखना है देखो, नहीं देखना ना देखो। लेकिन मैं बनाने वाले तो कह रहे हैं मैनू नहीं पता गुरु नानक साहब कितने गए, लेकिन शब्द तो हैं साढ़े को। और जो साढ़े बुजुर्ग लिख के गए 150 साल तक बाद तक उसको ਅਸੀਂ ਆਧਾਰ ਬਣਾ ਕੇ ਅਸੀਂ ਕਹਿੰਦੇ ਠੀਕ ਹੈ, ਠੀਕ ਲਿਖਿਆ ਤੁਸੀਂ ਤੇ ਦੂਸਰਾ ਲੋਕ ਅਸੀਂ ਬਣਾ ਪਾਸ਼ਾ ਨੇ ਤਾਂ ਦੇਖੋ ਜਿੱਥੇ ਤੇ ਗਏ ਤੇ ਸੱਚਨ ਦਾ ਬਣ ਪਏ ਤੇ ਸੰਤ ਜਿੱਥੇ ਦੇ ਗਏ ਜਿੱਥੇ ਲੋਕਾਂ ਨੂੰ ਧਰਮ ਸਿੰਘ ਉਹਨਾਂ ਨੇ ਕੀਰਤਨ ਕਰਦੇ ਹੀ ਬਣਾ ਦੇ ਨਾਰੀ ਉਹਨਾਂ ਨੂੰ ਸੁਧਾਰਿਆ। ਇਹ ਤਾਂ ਵੱਡੀ ਵਿਰਾਸਤ ਤੇ ਵੀ ਤਾਕਤ ਹੈ। ਬਿਲਕੁਲ ਇਹ ਬੰਦੇ ਦੀ ਜਿਹੜੀ ਹੈ ਨਾ ਸੋਚ ਬਦਲ ਸਕਦਾ ਇਨਸਾਨ। ਤੇ ਤੂੰ ਕਹਿਣਾ ਚਾਹੁੰਦੇ ਸੀ ਤਾਂ ਬੰਦੇ ਦੀ ਉਹ ਉਦਾਂ ਸ਼ਾਇਦ ਸਮਝਾਉਂਦੇ ਤੇ ज़्यादा औखा होंदा ते ਉਹਨਾਂ ਨੇ ਡਿਫਟਰ ਵਾਈਜ਼ ਲੋਕਾਂ ਨੂੰ ਸਮਝਾਇਆ ਤੇ ਉਹ ਜ਼ਿਆਦਾ ਮੈਨੂੰ ਲੱਗਦਾ ਅਸਲ। ਥੋੜਾ ਮੈਂ ਇੱਕ ਚੀਜ਼ ਤੇ ਬੋਲਾਂਗਾ ਕਿ ਹੁਣ ਹੋ ਗਿਆ ਨੇ ਸਾਨੂੰ, ਅਸੀਂ ਸੈਪਟੈਂਬਰ 2021 ਦੇ ਅੰਦਰ ਇੰਗਲਿਸ਼ ਦੀ ਡਾਕੂਮੈਂਟਰੀ ਰਿਲੀਜ਼ ਕੀਤੀ ਸੀ। ਹੁਣ ਕਰੀਬ 2 ਮਹੀਨੇ ਹੋਣ 2 ਸਾਲ ਹੋ ਜਾ ਰਹੇ ਨੇ, 1 ਮਹੀਨੇ 'ਚ 2 ਸਾਲ ਹੋ ਜਾਣਗੇ। ਤੇ ਮਾਈਂਡ ਨਾ ਕਰਨਾ, ਮੈਂ ਆਪਣੇ ਜਜ਼ਬਾਤ ਦੀ ਗੱਲ ਕਰ ਰਿਹਾ। ਮੈਨੂੰ ਨਹੀਂ ਲੱਗਦਾ 2 ਸਾਲ ਦੇ ਅੰਦਰ ਕਿ ਸਿੱਖਾਂ ਨੂੰ ਇਸ ਦੇ ਨਾਲ ਕੋਈ ਪ੍ਰੇਮ ਹੈ, क्योंकि नॉन सिख ज़्यादा देख रहे हैं और नॉन सिख सानू लिख ज़्यादा दे रहे, चाहे वो गोरा है, चाहे वो मुसलमान है, चाहे वो हिंदू है, वो सानू ज़्यादा लिख रहे। इसका 2 ही रीज़न है, या तो सिखा नू देख के जाहिर नहीं करन दा लग रहा, या तो लगता है गुरु नानक साढ़े अपने ही ने, सानू पता है सब कुछ, या तो उन्होंने देख ही नहीं रही। ये 3 चीज़ें हो सकती है, लेकिन सानू फीडबैक जो है नॉन सिक्स का ज़्यादा आ रहा है। वैसे ठीक है ठीक है, जो है गुरु नानक पे किसी एक धड़े दे नहीं ने, गुरु नानक का फलसफा सब दसते हैं। नानक दे फलसफे ते किसी तक कब्जा नहीं है। ये जरूरी है कि सिख लिया समझदार बिल्कुल हो सकता है नॉन सिख पे ते ऐसा ज़्यादा बंदा को बाकी गुरनाथ बादशाह जो गए ने बहुत एवरीथिंग दिशा च गए ने जिथे जाना संभव नहीं सीगा। बड़िया मुश्किल आईयां हो गई जिवें तुसीं ईरान, इराक, अफगानिस्तान इस दिशा में गए इंडिया तो चुनौतियां तुसीं पाइयां ਤੁਹਾਨੂੰ ਰਸਤੇ ਦੇ ਵਿੱਚ ਉੱਥੇ ਜਾਣ ਵਾਸਤੇ ਤੇ ਕੀ ਕੁਛ ਉੱਥੇ ਅਨੁਭਵ ਕੀਤਾ? ਚੁਣੌਤੀਆਂ ਦੀ ਗੱਲ ਅਸੀਂ ਕਰੀਏ, ਪਹਿਲੇ ਸਿਰਫ ਦੇਸ਼ਾਂ ਦੀ ਚੁਣੌਤੀ ਨਾ ਕਰੀਏ, ਸਿਰਫ ਚੁਣੌਤੀਆਂ ਦੀ ਗੱਲ ਪਹਿਲੇ ਕਰੀਏ। ਦੇਸ਼ਾਂ 'ਚ ਵੜਨਾ ਤੇ ਦੂਜੀ
ਇੱਕ ਲੈਵਲ ਲੋਅਰ ਦੀ ਚੁਣੌਤੀ ਹੈ। ਸਭ ਤੋਂ ਵੱਡੀ ਚੁਣੌਤੀ ਤੇ ਇਹ ਹੈ ਕਿ ਗੁਰੂ ਨਾਨਕ ਸਾਹਿਬ ਦਾ ਤੁਸੀਂ ਨੈਰੇਟਿਵ ਪੇਸ਼ ਕਿਸ ਤਰ੍ਹਾਂ ਕਰੋਗੇ, ਕੀ ਕਰੀਏ। ਚਲੋ ਉਸਦੀ ਅਸੀਂ ਬਹੁਤ ਗੱਲ ਕਰ ਲਈ ਹੈ ਨਾ। ਦੂਜੀ ਚੁਣੌਤੀ ਆਉਂਦੀ ਹੈ, ਭਾਈ ਸਾਹਿਬ ਨੇ ਕਿਹਾ ਕਿ ਦੇਖਾਂਗੇ ਕਿਤਨੇ ਪੈਸੇ ਦੇਣੇ ਪੈਣਗੇ। ਕੁਝ ਪੈਸੇ ਨਹੀਂ ਦੇਣੇ ਤੁਹਾਡੇ ਕੋਲ, ਇਹ gurunanak.com ਤੇ ਜਾਓ ਤੇ ਦੇਖਣਾ ਸ਼ੁਰੂ ਕਰ ਦਿਓ। ਅਸੀਂ ਤੇ ਪੈਸੇ ਨਹੀਂ ਚਾਰਜ ਕਰਦੇ ਨਾ, ਲੇਕਿਨ ਇਹੋ ਜਿਹਾ ਕੰਮ ਕਰਨ ਵਾਸਤੇ ਪੈਸੇ ਤੇ ਚਾਹੀਦੇ ਹੁੰਦੇ ਨੇ ਨਾ। ਹੈ ਇੱਕ ਸਿਮਿਲੈਰਿਟੀ ਬਹੁਤ ਹੈ। ਬਿਲਕੁਲ ਬਿਰਦਰ ਵਾਲੇ ਤੇ ਤੁਹਾਡੇ ਕੰਮਾਂ ਦੇ ਵਿੱਚ ਇੱਕ ਸਿਮਿਲੈਰਿਟੀ ਬਹੁਤ ਹੈ ਕਿ ਭਗਤ ਜੀ ਨੇ ਵੀ ਬਿਨਾਂ ਪੈਸੇ ਤੋਂ ਕੰਮ ਆਰੰਭ ਕੀਤਾ, ਬਿਲਕੁਲ ਤੇ ਤੁਸੀਂ ਵੀ ਬਿਨਾਂ ਪੈਸੇ ਤੋਂ ਕੰਮ ਆਰੰਭ ਬਿਲਕੁਲ ਬਿਲਕੁਲ ਡੂਬ ਹੈ। ਪਹਿਲਾਂ ਬਜਟ ਪੜਾਇਆ ਹੀ ਨਹੀਂ ਹੈਗਾ, ਤੇ ਗੁਰੂ ਸਾਹਿਬ ਨੇ ਆਪੇ ਕਿਰਪਾ ਕੀਤੀ ਹੈ, ਤੁਸੀਂ ਦਸਤਾਵੇਜ਼ ਵੀ ਬਣਾਉਣੇ ਸ਼ੁਰੂ ਕਰ ਦਿਆ ਤੇ ਆਪੇ ਹੀ ਸੰਗਤਾਂ ਨੇ ਸਹਿਯੋਗ ਦੇਣਾ ਸ਼ੁਰੂ ਕਰ। ਜਿਸਨੇ ਵੀ ਕੁਝ ਵੀ ਫਿਲਮ ਮੇਕਿੰਗ ਕੀਤੀ ਹੈ, ਅੱਜ ਮੈਂ ਤੁਹਾਨੂੰ ਚਾਹੇ ਪੰਜਾਬੀ ਇੰਡਸਟਰੀ ਦਾ ਹੋਵੇ, ਚਾਹੇ ਬਾਲੀਵੁੱਡ ਦਾ ਹੋਵੇ, ਚਾਹੇ ਹਾਲੀਵੁੱਡ ਦਾ ਹੋਵੇ, ਬਜਟ ਪਹਿਲਾਂ ਬਣਦਾ ਹੈ। ਬਜਟ ਤੋਂ ਬਾਅਦ ਮਾਰਕੀਟਿੰਗ ਦਾ ਬਜਟ ਅਲੱਗ ਰੱਖੇ ਜਾਂਦੇ ਆ, ਪ੍ਰੋਡਕਸ਼ਨ ਦਾ ਅਲੱਗ ਰੱਖੇ ਜਾਂਦੇ ਆ। ਸਾਡੇ ਕੋਲ ਤਾਂ ਕੱਖ ਨਹੀਂ ਪੈਸੇ ਸੀਗੇ, ਇੱਕ ਵਿਚਾਰ ਸੀਗਾ, ਫਿਰ ਵਿਚਾਰ ਸੀਗਾ, ਔਰ ਇਹਦੇ ਪਿੱਛੇ ਦੋ ਕਿਤਾਬਾਂ ਦਾ ਇੱਕ ਪ੍ਰੂਫ ਸੀਗਾ ਕਿ ਇਹ ਬੰਦਾ ਸਨਕੀ ਹੈ ਕਿ ਕੁਝ ਸ਼ਾਇਦ ਕਰ ਸਕਦਾ ਹੈ, ਤੇ ਬਸ ਫਲਕ ਸੀ ਦਿਖਾਉਣ ਵਾਸਤੇ। ਤੇ ਰੱਬ ਨੇ ਆਪ ਹੀ ਕਨੈਕਟ ਕਰਨਾ ਸ਼ੁਰੂ ਕੀਤਾ। ਇਸ ਪੂਰੇ ਪ੍ਰੋਜੈਕਟ ਦੇ ਅੰਦਰ ਸਾਡੇ ਕੋਲ ਹਰ ਮਹੀਨੇ ਦੇ ਅੰਦਰ ਉਨੇ ਹੀ ਪੈਸੇ ਹੁੰਦੇ ਸਨ ਕਿ ਅਗਲੇ 30 ਦਿਨ ਚੱਲ ਸਕਣ। ਪੂਰੇ 5 ਸਾਲ ਹੋ ਗਏ ਨੇ, ਸਾਡੇ ਕੋਲ ਇੱਕ ਵੀ ਮਹੀਨੇ ਦੇ ਅੰਦਰ ਦੂਜੇ ਮਹੀਨੇ ਵਾਸਤੇ ਪੈਸੇ ਨਹੀਂ ਰਹੇ, ਲੇਕਿਨ ਕੰਮ ਤੁਹਾਡੇ ਕੋਲ ਹੈ। ਤਾਂ ਹੀ ਮੇਰੇ ਕਹਿਣ ਦਾ ਭਾਵ ਇਹ ਸੀਗਾ, ਚੁਣੌਤੀ ਦੀ ਤੁਸੀਂ ਗੱਲ ਕੀਤੀ ਸੀ ਕਿ ਇੰਨਾ ਵੱਡਾ 5 ਸਾਲ ਦਾ ਕੰਮ 5 ਲੈਂਗੁਏਜ ਦੇ ਅੰਦਰ ਕਰਨਾ, ਕਿਤਨੇ $1 ਮਿਲੀਅਨ ਦਾ ਪ੍ਰੋਜੈਕਟ ਹੈ, ਤੇ ਪੈਸੇ ਕਿੱਥੋਂ ਆਉਣਗੇ। ਅਗਰ ਬੰਦਾ ਉਹ ਸੋਚਣ ਲੱਗ ਜਾਏ ਨਾ, ਜਿਵੇਂ ਮੈਂ ਕਹਿ ਰਿਹਾ, ਜਜ਼ਬਾਤ ਬਣਾਓ, ਆਪਣੇ ਜਜ਼ਬਾਤ ਦੇ ਪਿੱਛੇ ਨਾ ਲੱਗੋ, ਬਣਾਓ, ਕ੍ਰੀਏਟ ਕਰੋ। ਉਹ ਜਜ਼ਬਾਤ ਜਦੋਂ ਕ੍ਰੀਏਟ ਕਰਨਾ ਸ਼ੁਰੂ ਕਰਦੇ ਹੋ, ਤਾਂ ਮੈਂ ਇਸ ਨੂੰ ਕਹਿ ਰਿਹਾ, ਫਿਲਮ ਬਣੀ ਹੈ ਪੈਰਾਸ਼ੂਟ ਮਾਡਲ ਦੇ ਅੰਦਰ। ਹਰ ਮਹੀਨੇ ਦੇ ਵਿਚਕਾਰ ਕੋਈ ਨਾ ਕੋਈ ਪੈਰਾਸ਼ੂਟ ਕਿਧਰੋਂ ਖੁੱਲਦਾ ਸੀਗਾ, ਉਹ ਬਸ ਪੈਰਾਸ਼ੂਟ ਦੇ ਥਰੂ ਸਾਨੂੰ ਕੋਈ ਰਿਲੀਫ ਸਪਲਾਈ ਮਿਲ ਜਾਂਦੀ ਸੀਗੀ, ਅਗਲੇ 30 ਦਿਨ ਦਾ ਕੰਮ ਚੱਲ ਜਾਂਦਾ ਸੀਗਾ। ਇੱਦਾਂ ਕਰਕੇ ਚੀਜ਼ ਬਣੀ ਹੈ। ਬੜੀ ਵੱਡੀ ਪ੍ਰੋਬਲਮ ਸੀਗੀ, ਕਿਉਂਕਿ ਲੋਕਾਂ ਨੂੰ ਤੁਸੀਂ ਕੈਮਰਾਮੈਨ ਨੂੰ ਲੈ ਕੇ ਅਫਗਾਨਿਸਤਾਨ ਵੜਨਾ ਹੈ, ਰੋਟੀ ਤੇ ਖਾਣੀ ਹੈ ਨਾ, ਗੱਡੀਆਂ ਤੇ ਜਾਣਾ ਹੀ ਹੈ, ਲੋਕਾਂ ਨੂੰ ਤੇ ਪੈਸੇ ਦੇਣੇ। ਮੇਰੇ ਵਾਸਤੇ ਉਹ ਫਿਲਮ ਖਿੱਚਣੀ, ਅਗਰ ਮੈਨੂੰ $1000 ਦੇਣੇ ਪਏ ਉਹ ਜਗ੍ਹਾ ਤੱਕ ਪਹੁੰਚਣ ਵਾਸਤੇ, ਮੈਂ ਦਿਆਂਗਾ। ਤੇ ਕੰਮ ਹੀ ਇਹ ਚੀਜ਼ ਹੈਗਾ। ਤੇ ਸਭ ਤੋਂ ਵੱਡੀ ਦੂਜੀ ਪ੍ਰੋਬਲਮ, ਤੀਜੀ ਪ੍ਰੋਬਲਮ ਆਉਂਦੀ ਹੈ, ਜਦੋਂ ਅਗਰ ਤੁਸੀਂ ਸਾਰਾ ਇਹ 9 ਮੁਲਕਾਂ ਦਾ ਇਲਾਕਾ ਤੁਸੀਂ ਮੈਪ ਦੇ ਉੱਤੇ ਰੱਖਦੇ ਹੋ ਔਰ ਉੱਪਰੋਂ ਦੇਖਣਾ ਸ਼ੁਰੂ ਕਰੋ, ਤੁਹਾਨੂੰ ਇੱਕ ਚੀਜ਼ ਸਮਝ ਆਉਂਦੀ ਹੈ ਕਿ 70% ਇਲਾਕਾ ਜਿਹੜਾ ਹੈ ਅੱਜ ਐਕਸੈਸਿਬਲ ਨਹੀਂ ਹੈ, ਤੁਸੀਂ ਜਾ ਨਹੀਂ ਸਕਦੇ। ਬਿਲਕੁਲ ਪਾਕਿਸਤਾਨ ਨਹੀਂ ਜਾ ਸਕਦੇ, ਤੁਸੀਂ ਪਾਕਿਸਤਾਨ ਨਨਕਾਣਾ ਸਾਹਿਬ ਦੇਖੋ, ਜਿੱਦਾਂ ਵੀ ਗੁਰੂ ਨਾਨਕ ਸਾਹਿਬ ਦਾ ਨੈਰੇਟਿਵ ਹੈ, ਅਸੀਂ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਤੱਕ ਸੀਮਿਤ ਕਰਕੇ ਰੱਖਿਆ ਹੈ। ਤੁਸੀਂ ਦਸਤਾਵੇਜ਼ ਦੇਖੋਗੇ, ਪਾਕਿਸਤਾਨ ਦੇ ਅੰਦਰ ਹਰ ਸੂਫੀ ਸ਼ਰਾਈਨ, ਹਰ ਉਹ ਹਿੰਦੂ ਮਤ ਦਾ ਵੀ ਜਿਹੜਾ ਮਠ ਜਿਹਦਾ ਹਿੰਗਲਾਜ ਸ਼ਕਤੀ ਪੀਠ, ਜਿੱਥੋਂ ਗੁਰੂ ਨਾਨਕ ਸਾਹਿਬ ਹੋ ਕੇ ਮੱਕੇ ਵੱਲ ਜਾ ਰਹੇ ਨੇ, ਉਹਦਾ ਸਾਰੀ ਸਾਈਟਸ ਨੂੰ 100% ਕਲੀਨਿੰਗ ਕੀਤਾ ਗਿਆ। ਤੇ ਸਿਰਫ ਗੁਰਦੁਆਰੇ ਦੀ ਗੱਲ ਨਹੀਂ ਹੋਈ, ਗੁਰੂ ਨਾਨਕ ਸਾਹਿਬ ਤੇ ਗੁਰਦੁਆਰੇ ਗਏ ਨਹੀਂ, ਤੁਹਾਨੂੰ ਜਾਣਾ ਪੜੇਗਾ ਉਹਨਾਂ ਸਭ ਧਰਮ ਸਥਲਾਂ ਦੇ ਅੰਦਰ ਜਿੱਥੇ ਉਹ ਗਏ ਸਨ। ਤੇ 100% ਮੈਪਿੰਗ ਪਾਕਿਸਤਾਨ ਵਿੱਚ ਲੱਗਦਾ ਹੈ ਕਿ ਅਸੀਂ ਜਾ ਸਕਦੇ ਹਾਂ। ਤੁਸੀਂ ਜਾਣ ਦੀ ਕੋਸ਼ਿਸ਼ ਕਰੋ, ਪਾਰਾ ਚਿਨਾਰ ਵਿੱਚ ਵੜਨ ਦੀ ਕੋਸ਼ਿਸ਼ ਕਰੋ, ਤੁਸੀਂ ਬਲੋਚਿਸਤਾਨ 'ਚ ਵੜਨ ਦੀ ਕੋਸ਼ਿਸ਼ ਕਰੋ, ਕਿਸ ਤਰ੍ਹਾਂ ਜਾਓਗੇ। ਇੱਥੇ ਈਰਾਨ ਦੇ ਅੰਦਰ, ਮੈਂ ਸਿੰਗਾਪੁਰ ਦਾ ਵਾਸੀ ਹਾਂ, ਜਿਸ ਨੂੰ ਵੀ ਈਰਾਨ ਦੀ ਪੋਲੀਟਿਕਸ ਦੇ ਬਾਰੇ 'ਚ ਪਤਾ ਹੈ, ਈਰਾਨ ਔਰ ਅਮਰੀਕਾ ਦਾ ਵੈਰ ਹੈ, ਔਰ ਸਿੰਗਾਪੁਰ ਅਮਰੀਕਾ ਨਾਲ, ਅਮਰੀਕਾ ਦੇ ਪਾਸੇ ਹੈ, ਤੇ ਜਿਹੜਾ ਵੀ ਮੁਲਕ ਵੀ ਅਮਰੀਕਾ ਦੇ ਪਾਸੇ ਹੈ, ਈਰਾਨ ਦੇ ਅੰਦਰ ਜਾਣਾ ਔਰ ਫਿਲਮ ਕਰਨਾ ਕਦੀ ਸੋਚ ਨਹੀਂ ਕਰਦੇ। ਤੁਸੀਂ ਕਿਤਾ ਸੀ ਲਾਉਡ ਵੀ, ਹਾਂ, ਤੇ ਉਹ ਤਰੀਕੇ ਵੱਲ ਯਾਦ ਆਉਂਦਾ ਨਹੀਂ ਆਣਾ ਲਾਉਡ ਵੀ ਆਇਆ, ਤੇ ਕੈਮਰੇ ਵੀ ਤੁਸੀਂ ਦੱਸ ਰਹੇ ਸੀ ਰਾਤੀ ਮੈਨੂੰ ਤੇ ਵੱਖਰੇ ਛੋਟਾ ਕੈਮਰਾ ਦਾ ਪਤਾ ਕਿਉਂ ਵੀ ਹੈਗਾ ਏਦਾਂ ਦੀ ਤੁਹਾਨੂੰ। ਤੇ ਚਾਈਨਾ ਦੇ ਅੰਦਰ ਹੁਣ ਜਿਸ ਤਰ੍ਹਾਂ ਤੁਸੀਂ ਤਿੱਬਤ ਤੇ ਚਲੇ ਜਾਓ, ਤੇ ਤਿੱਬਤ ਤੇ ਕੈਲਾਸ਼ ਪਰਬਤ ਤੇ ਤੁਸੀਂ ਚਲੇ ਜਾਓ, ਕੈਲਾਸ਼ ਤੋਂ ਤੁਸੀਂ ਇੰਡੀਆ ਬਾਰਡਰ ਤੱਕ ਆਣਾ ਔਰ ਡਰੋਨ ਲੈ ਕੇ ਜਾਣਾ। ਮੈਂ ਤੁਹਾਨੂੰ ਉਸ ਚੁਣੌਤੀ ਦੀ ਗੱਲ ਦੱਸਣਾ, ਉਹ ਟੈਕਨੀਕਲ ਚੁਣੌਤੀ ਸੀ। ਪਹਿਲੇ ਇਹਨਾਂ ਇਲਾਕੇ 'ਚ ਵੜਨਾ 70% ਇਲਾਕਾ ਤੁਸੀਂ ਜਾ ਨਹੀਂ ਸਕਦੇ। ਅੱਜ ਰੱਬ ਦੀ ਕੋਈ ਸਾਡੇ ਕੋਲ ਦੇਣ ਸੀ, ਬਖਸ਼ਿਸ਼ ਸੀ ਕਿ ਅਸੀਂ ਚਲੇ ਗਏ ਸਾਰੇ ਲੋਕ, ਉਹ ਵੀ ਹੈ ਕੰਮ। ਹੁਣ ਤੁਸੀਂ ਇੰਡੀਆ ਵਿੱਚ ਆ ਜਾਓ, ਜਿਹੜਾ 30% ਇਲਾਕਾ ਹੈ, ਤੁਹਾਨੂੰ ਸ਼ਾਇਦ ਲੱਗਦਾ ਹੈ ਇੰਡੀਆ 'ਚ ਤੇ ਮੈਂ ਕਰ ਲਾਂਗਾ ਜੀ। ਅਗਰ ਇਹ ਦੇਖੋ ਤੁਸੀਂ, ਸਾਡੇ ਕੋਲ ਰਹਿ ਗਿਆ ਹੁਣ, ਮੈਂ ਇੰਨਾ ਕੰਮ ਕਰ ਲਿਆ, 9 ਸਾਲ ਆਪਣੀ ਜ਼ਿੰਦਗੀ ਦੇ ਲਗਾ ਲਏ ਨੇ। ਮੈਂ ਹੁਣ ਅੰਮ੍ਰਿਤਸਰ ਆਇਆ ਹੋਇਆ, ਮੈਂ ਲਿਖ ਕੇ ਦੇ ਦੇਣਾ, ਕੋਈ ਮੇਰੇ ਨਾਲ ਕੱਲ ਆ ਜਾਵੇ ਦਰਬਾਰ ਸਾਹਿਬ, ਮੈਨੂੰ ਹੁਣ ਅਗਰ ਆਪਣੀ ਕਮਿਊਨਿਟੀ ਜਾਣਦੀ ਹੈ,
मैं 9 ਸਾਲ ਤੱਕ ਕੰਮ ਕੀਤਾ। ਕੱਲ ਮੈਂ ਦਰਬਾਰ ਸਾਹਿਬ ਜਾ ਕੇ ਆਪਣਾ ਕੈਮਰਾ ਜਿਹੜਾ ਵੱਡਾ ਵਾਲਾ ਕੈਮਰਾ ਕੱਢਦਾ ਤੇ ਸਭ ਤੋਂ ਪਹਿਲਾਂ ਮੈਨੂੰ ਕੱਢਣਗੇ ਬਾਹਰ। ਬਿਲਕੁਲ ਹੈ ਨਾ, ਇਹ ਤੇ ਮੇਰੇ ਆਪਣੇ ਮਜ਼ਹਬ ਦੇ ਸਾਹ ਦੇ ਅੰਦਰ ਹੈ। ਤੇ ਤੁਸੀਂ ਕਹੋ ਜਗਨਨਾਥ ਮੰਦਿਰ ਜਾ ਕੇ ਮੈਂ ਕੈਮਰਾ ਕੱਢਾਂ, ਕਿਸ ਤਰ੍ਹਾਂ ਕਰੋਗੇ? ਇਹ ਬੜਾ ਭੁੱਖਾ ਕੰਮ ਹੈ ਔਰ ਸ਼ਾਇਦ ਇਹ ਰਿਪੀਟ ਨਹੀਂ ਹੋਏਗਾ। ਉਹ ਗੱਲ ਮੈਂ ਮਕਾਨ ਦੇ ਕੰਮ ਖਤਮ ਕਰਾਂ। ਟੈਕਨੀਕਲ ਇਸ਼ੂ ਮੈਂ ਤੁਹਾਨੂੰ ਛੋਟੀ ਜਿਹੀ ਇੱਕ ਮਿਸਾਲ ਦੱਸਣਾ। ਮੈਂ ਦੋ ਚੀਜ਼ਾਂ ਥੋੜੇ ਦੇ ਅੰਦਰ ਹਾਸੇ ਦੀ ਵੀ ਚੀਜ਼ ਦੱਸਦਾ ਰਾਈਟ ਲਾਸਟ ਦੀ ਚੀਜ਼, ਜ਼ਿਆਦਾ ਸੀਰੀਅਸ ਵੀ ਨਾ ਕਰੀਏ, ਬਟ ਟੈਕਨੀਕਲ ਚੀਜ਼ ਤੋਂ ਪੱਖ ਤੋਂ ਮੈਂ ਤੁਹਾਨੂੰ ਦੱਸਣਾ। ਪਹਿਲਾਂ ਇਹੋ ਜਿਹੀ ਚੀਜ਼ ਬੜੀ ਜ਼ਿਆਦਾ ਪ੍ਰੋਬਲਮ ਆਉਂਦੀ ਸੀ। ਹੁਣ ਅਸੀਂ ਚਲੇ ਗਏ ਤਿੱਬਤ ਤੇ ਪਠਾਰ ਤੇ, ਤਿੱਬਤ ਪਲੈਟੋ ਤੇ, ਕੈਲਾਸ਼ ਮਾਨਸਰੋਵਰ ਦੇ ਨੇੜੇ ਪਹੁੰਚ ਗਏ। ਹੁਣ ਤੁਸੀਂ ਕੈਲਾਸ਼ ਦਾ ਸੀਰੀਜ਼ ਦੇਖੋਗੇ, ਉਸ ਦੇ ਅੰਦਰ ਕੈਲਾਸ਼ ਦੇ ਉੱਤੇ ਤੱਕ ਅਸੀਂ ਡਰੋਨ ਚਲਾਇਆ ਹੈ। ਪਹਿਲੀ ਗੱਲ ਤੇ ਡਰੋਨ ਲੈ ਕੇ ਜਾਣਾ ਚਾਈਨਾ ਦੇ ਅੰਦਰ ਔਰ ਤਿੱਬਤ ਦੇ ਅੰਦਰ ਸਖਤ ਨਾ ਹੈ। ਉਹ ਸਾਨੂੰ ਪਤਾ ਸੀ ਕਿਸ ਤਰ੍ਹਾਂ ਲੈ ਕੇ ਗਏ। ਅਸੀਂ ਆਪਣੇ ਡਰੋਨ ਨੂੰ ਡਿਸਮੈਂਟਲ ਕਰ ਦਿੱਤਾ। ਪੱਖਾ ਸਾਡਾ ਇਸ ਬੈਗੇਜ ਦੇ ਅੰਦਰ, ਬੈਟਰੀ ਉਸ ਬੈਗੇਜ ਦੇ ਅੰਦਰ, ਉਹ ਡਰੋਨ ਪਹੁੰਚ ਗਿਆ ਉੱਥੇ। ਅੱਛਾ, ਉੱਥੇ ਪਹੁੰਚ ਗਿਆ ਸੀ। ਹੁਣ ਖੈਰ ਉਹ ਦੂਜੀ ਪ੍ਰੋਬਲਮ ਉਡਾਓਗੇ ਕਿਸ ਤਰ੍ਹਾਂ, ਕੀ ਕਰੋਗੇ? ਸਾਨੂੰ ਉੱਥੇ ਜਾ ਕੇ ਪਤਾ ਚੱਲਿਆ ਕਿ ਜਿੱਦਾਂ ਤੁਸੀਂ ਅੱਜ ਅਗਰ ਤੁਸੀਂ ਏਅਰਪੋਰਟ ਦੇ ਨੇੜੇ ਚਲੇ ਜਾਓ, ਤੁਸੀਂ ਡਰੋਨ ਉਡਾਉਣ ਦੀ ਕੋਸ਼ਿਸ਼ ਕਰੋ, ਤਾਂ ਜਿਹੜਾ ਡਰੋਨ ਉਡਾਉਣ ਵਾਲਾ ਬੰਦਾ ਉਹਨੂੰ ਪਤਾ ਹੁੰਦਾ ਹੈ ਇੱਕ ਰੈੱਡ ਜ਼ੋਨ ਹੁੰਦਾ ਹੈ, ਇੱਕ ਯੈਲੋ ਜ਼ੋਨ ਹੁੰਦਾ ਹੈ, ਇੱਕ ਗ੍ਰੀਨ ਜ਼ੋਨ ਹੁੰਦਾ ਹੈ। ਰੈੱਡ ਜ਼ੋਨ ਦੇ ਅੰਦਰ ਡਰੋਨ ਨਹੀਂ ਉੜੇਗਾ, ਯੈਲੋ ਜ਼ੋਨ ਦੇ ਅੰਦਰ ਉਹ ਡਰੋਨ ਥੱਲੇ ਆਣਾ ਸ਼ੁਰੂ ਹੋ ਜਾਏਗਾ, ਉਹ ਗ੍ਰੀਨ ਦੇ ਅੰਦਰ ਸਿਰਫ ਉੜ ਸਕਦਾ ਹੈ। ਜਿतने भी एयरपोर्ट ने वो सारे रेड जोन होंगे ने। और तिब्बत के अंदर चाइनीज गवर्नमेंट ने पूरा दा पूरा तिब्बतियन पठार, तिब्बतियन प्लेटो पूरा दा पूरा रेड किया हुआ है। एक एयरपोर्ट की गल नहीं कर रहे हैं, पूरा पठार जो है रेड लिख है, उत्ते ड्रोन उड़ ही नहीं सकता। असी जाके अपना ड्रोन जोड़िया, सानू तो पूरी लगता सीगा नहीं उड़ेगा। और तुसी मनोगे नहीं, रब्बी देन सीगी 18 घंटे साडा ड्रोन उड़िया। मतलब 18 घंटे वास्ते नहीं, बट 18 घंटे की विंडो वास्ते ਜਦੋਂ ਵੀ ਅਸੀਂ ਉਡਾਉਣਾ ਸੀਗਾ ਉੜਦਾ ਰਿਹਾ। ਜਦੋਂ ਸਾਨੂੰ 98% ਫੁਟੇਜ ਜੋ ਚਾਹੀਦੀ ਸੀ ਮਿਲ ਗਈ ਨਾ, ਉਸ ਤੋਂ ਬਾਅਦ ਉਹ ਡਰੋਨ ਨੇ ਵੀ ਉੜਨਾ ਬੰਦ ਕਰਤਾ। ਔਰ ਇਹਨੂੰ ਕੀ ਕਹੋਗੇ ਤੁਸੀਂ, ਕਿੱਥੋਂ ਹੋ ਰਿਹਾ? ਅਸੀਂ ਕਰ ਰਹੇ ਹਾਂ ਕੀ? ਤੇ ਬਸ ਲਾਸਟ ਚੀਜ਼ ਹਾਸੇ ਵਾਲੀ ਗੱਲ ਦੱਸਾਂ, ਚੈਲੰਜ ਆਉਂਦੀ ਹੈ ਤੇ ਚੁਣੌਤੀ ਦੀ ਗੱਲ ਕਰ ਰਹੇ ਹਾਂ। ਤੁਸੀਂ ਸੋਚਦੇ ਹੋ ਕਿ ਅਗਰ ਅਫਗਾਨਿਸਤਾਨ ਦੇ ਅੰਦਰ ਵੜ ਜਾਈ, ਸਾਡੇ 50 ਮੀਟਰ ਅੱਗੇ ਲੋਕਾਂ ਨੂੰ ਮਾਰਿਆ ਗਿਆ ਹੈ, ਅਸੀਂ 50 ਮੀਟਰ ਅੱਗੇ ਹੋ ਜਾਂਦੇ ਤੇ ਸਾਡੇ ਤੇ ਗੋਲੀ ਲੱਗ ਜਾਂਦੀ, ਰਾਈਟ। जिस मिनिस्ट्री बैठ के मैं गल्लां कर रहा सीगा उन्हां नाल 5 दिनों वास्ते, जिस दिन अप्रूवल लेटर लैके बाहर निकले हैं, उस दे 2 घंटे बाद उसी मिनिस्ट्री के अंदर बॉम्ब ब्लास्ट होया। मिनिस्ट्री दे बॉम्ब ब्लास्ट उसी मिनिस्ट्री दा जिथे असीं बैठे सीगे, 2 घंटे का फर्क सीगा, राइट। हुण असीं पहुंच गए गजनी। गजनी दे अंदर असीं ड्रोन उड़ाया। ते गजनी दे अंदर 2 थंब हैगे टावर, और तुसीं देखोगे भी डॉक्यूमेंट्री सीरीज दे अंदर, ਉਹ ਮਹਿਮੂਦ ਔਫ ਗਜ਼ਨੀ ਦਾ ਟਾਵਰ ਨੇ। ਤੇ ਅਫਗਾਨੀਆਂ ਨੇ ਬਣਾਇਆ ਮਹਿਮੂਦ ਔਫ ਗਜ਼ਨੀ, ਜਿਹੜਾ ਇੰਡੀਅਨ ਸਬ ਕੰਟੀਨੈਂਟ ਦੇ ਅੰਦਰ ਆਇਆ ਸੀਗਾ ਸਭ ਤੋਂ ਪਹਿਲਾਂ। ਤੇ ਮਹਿਮੂਦ ਔਫ ਗਜ਼ਨੀ ਦੇ ਇਸ ਆਨਰ ਦੇ ਅੰਦਰ ਕਿ ਉਹ ਉੱਥੇ ਇੰਡੀਆ ਗਿਆ ਸੀਗਾ, ਭਾਰਤ ਵੱਲ ਗਿਆ ਸੀਗਾ। 2 ਟਾਵਰ ਬਣੇ ਨੇ। ਤੇ ਸਾਡਾ ਜਿਹੜਾ ਵੀਡੀਓਗ੍ਰਾਫਰ ਸਲਮਾਨ ਪਾਕਿस्तान ਦਾ ਸੀਗਾ, मैं ਉਹਨੂੰ ਕਿਹਾ यार सलमान, इसको यहाँ से ऐसे उड़ाना, इस मुझको गजनी की एंट्री चाहिए, ये दो टावर्स को दिखाते हो तब गजनी की एंट्री करेंगे। ਤੇ ਉਹਨੇ ਡਰੋਨ ਉਡਾਇਆ। ਤੇ ਡਰੋਨ ਉਡਾਉਂਦੇ ਇੱਕ ਮਜ਼ਾਰ ਦੇ ਉੱਤੇ ਆ ਗਿਆ। ਤੇ ਮੈਨੂੰ ਕਹਿੰਦਾ, ਮੈਂ ਗੱਲ ਕਰ ਰਿਹਾ ਸੀ ਆਪਣੀ ਵਾਈਫ ਨਾਲ, ਤੇ ਕਹਿੰਦਾ ਅਮਰਦੀਪ ਸਾਹਿਬ ਇਹ ਤਾਂ ਬੰਦੂਕ ਲੈ ਕੇ ਉੱਪਰ ਪੁਆਇੰਟ ਕਰ ਰਹੇ ਹੈ, ਉਹ ਦੇਖ ਸਕਦਾ ਹੈ ਨਾ ਆਪਣੇ ਕੰਸੋਲ ਦੇ ਅੰਦਰ। ਤੇ ਕਹਿੰਦਾ ਮੈਂ ਥੱਲੇ ਦੇਖਿਆ ਤੇ ਉਹ ਡਰੋਨ ਸਾਡਾ 1 ਕਿਲੋਮੀਟਰ ਅੱਗੇ ਸੀਗਾ। ਤੇ ਉਹ ਦੇਖਦਾ, ਕਹਿੰਦਾ ਐਕਚੁਅਲੀ ਮੈਂ ਦੇਖਿਆ AK-47 ਲੈ ਕੇ ਉੱਪਰ ਫਾਇਰਿੰਗ ਸਟਾਰਟ ਹੋ ਗਈ ਉਹਦੇ ਉੱਤੇ, ਡਰੋਨ ਦੇ ਉੱਤੇ। ਤੇ ਮੈਂ ਉਹਨੂੰ ਕਿਹਾ ਜਲਦੀ ਮੋੜ ਤੇ ਵਾਪਸ ਮੰਗਾ। ਤੇ ਉਹ ਡਰੋਨ ਨੂੰ ਜਦੋਂ ਵਾਪਸ ਮੋੜਿਆ, ਜਦ ਤੱਕ ਡਰੋਨ ਸਾਡੇ ਕੋਲ ਵਾਪਸ ਆਇਆ 1 ਕਿਲੋਮੀਟਰ ਦੂਰ ਸੀਗਾ। ਉਹ ਨਾਲ ਦੇ ਨਾਲ 2 ਗੱਡੀਆਂ ਦੇ ਉੱਤੇ ਸਾਰੇ AK-47 ਲੱਪੇ ਹੋਏ, ਉਹ ਬੰਦੇ ਉਹਨਾਂ ਦੇ ਲੋਕਲ ਮਦਾਰ ਉੱਥੋਂ 2 ਗੱਡੀਆਂ ਵੀ ਸਾਡੇ ਕੋਲ ਆ ਗਈਆਂ। ਮੈਂ ਤੇ ਕਿਹਾ ਅੱਜ ਤੱਕ ਗਏ, ਦਿਸ ਇਜ਼ ਦੀ ਐਂਡ ਆਫ ਦਾ ਪ੍ਰੋਜੈਕਟ। ਉਹ ਆਏ, ਥੱਲੇ ਉਤਰੇ। ਸਾਡੇ ਨਾਲ ਲੋਕਲ ਛੇਬੋਲ ਸਿੰਘ ਕਾਬੁਲ ਦਾ, ਉਹ ਦਿੱਲੀ ਆ ਗਿਆ। ਇਹਨੂੰ ਪਤਾ ਉਹਦੀ ਬੜੀ ਸਾਡੀ ਸਪੋਰਟ ਸੀਗੀ, ਲੋਕਲ ਸੀਗਾ, ਉਹ ਸਾਡੇ ਨਾਲ ਗਿਆ ਸੀਗਾ। ਉਹਨੂੰ ਦਰੀ ਆਉਂਦੀ ਹੈ, ਪਸ਼ਤੋ ਆਉਂਦੀ ਹੈ। ਕਹਿੰਦਾ ਵੀਰ ਜੀ ਤੁਸੀਂ ਸਾਈਡ 'ਤੇ ਖੜੇ ਹੋ ਜਾਓ। ਤੇ ਸਾਈਡ 'ਤੇ ਅਸੀਂ ਖੜੇ ਹੋ ਗਏ। ਉਹ ਗਿਆ ਉਹਦੇ ਕੋਲ, ਉਹਨਾਂ ਦਾ ਜਿਹੜਾ ਸਰਦਾਰ ਸੀਗਾ, ਪਠਾਨੀ ਸਰਦਾਰ, ਤੇ ਉਹਦੇ ਕੋਲ ਗਿਆ। ਉਹ ਕਹਿੰਦਾ ਉਹ ਗੱਲ ਕਰ। ਪਹਿਲਾਂ ਬੜਾ ਟੇਬਲ ਵਿੱਚ ਆਇਆ ਹੋਇਆ ਸੀਗਾ, ਮੈਨੂੰ ਨਜ਼ਰ ਆਇਆ, ਗੁੱਸੇ ਸੀਗਾ ਬੜਾ ਕਿ ਕਰ ਕੀ ਰਹੇ ਹੋ ਤੁਸੀਂ ਲੋਕ ਇੱਥੇ। ਤੇ ਗਿਆ, ਗੱਲ ਕਰਦੇ ਕਰਦੇ ਅੱਧੇ ਮਿੰਟ ਦੇ ਅੰਦਰ ਉਹਦਾ ਸਾਰਾ ਤੇਵਰ ਥੱਲੇ ਹੋ ਗਿਆ। ਤੇ ਉਹਦੇ ਮੂੰਹ ਦੇ ਉੱਤੇ ਸਮਾਈਲ ਆ ਗਈ। ਤੇ ਫਿਰ ਮੇਰੇ ਕੋਲ ਆਉਂਦਾ ਹੈ, ਕਹਿੰਦਾ ਸਰਦਾਰ ਸਾਹਿਬ
आपका क्या खिदमत किया जाए, आपको बंदूक चाहिए कि कारतूस चाहिए, जो चाहिए लेकर जाओ। अनमोल सिंह ने उन्हें किया है कि बाबा नानक दा फिल्म बन रही है, तो कहना है कारतूस चाहिए, बंदूक चाहिए, जो लेकर जाओ, क्या खिदमत करे, चाय बिस्कुट नहीं है इधर में। So that ਇੱਥੇ ਪਰਪੂਰ ਸੰਗਤੀ ਜਿਹੜੀ ਹੈ ਇਹਨਾਂ ਬਦਲ ਤੇ ਵਿਸ਼ਵਾਸ ਕਰਕੇ ਕੰਮ ਨਹੀਂ ਕਰਦੇ ਸੀ ਔਖੇ ਇਹ ਫਿਰ ਆਪਣਾ ਸੇਵਕ ਹੀ ਆਪੇ ਰੱਖੇ ਆਪੇ ਨਾਮ ਦੇ ਪਾਵੇ ਦੇ ਤਾਂ ਕਾਜ ਕੀ ਤੇ ਸੇਵਕ ਕੀਤਾ ਤਾਂ ਉਹ ਤਾਂ ਪਾਵੇ ਸੇਵਕ ਕੋਨੈਕਟੀ ਹੋਈ ਵੀ ਖਾਣ ਤਾਂ ਤੁਹਾਨੂੰ ਉਹਦੇ ਸੇਵਕ ਹੋ ਉਹ ਨਾਨਕ ਦੇ ਉਹ ਤੁਹਾਡੇ ਨੇੜੇ ਅੰਦਸਾਂ ਨਹੀਂ ਰਹੇ ਤੇ ਆਂ ਮੁਸ਼ਕਿਲ ਦੇ ਵਿੱਚ ਤੁਹਾਡੇ ਹਾਇਰ ਤਾਂ ਦਿੱਤੇ ਤਾਂ ਇਹ ਤੇਰੀ ਤਸਤ ਦੇ ਨਿਕਲ ਬਣਾ ਸਕਦੇ ਹੁਣ ਜਦੋਂ ਇਹ ਚੀਜ਼ਾਂ ਹੋ ਗਈਆਂ ਨਾ ਤੇ ਹੁਣ ਮੈਨੂੰ ਪੂਰਾ ਮੁਕੰਮਲ ਯਕੀਨ ਹੈ ਉਸ ਰੱਬੀ એનર્ਜੀ ਦੇ ਉੱਤੇ, ਕਿਉਂਕਿ ਮੈਂ ਵਿਚਕਾਰ ਇਹ ਕਿਹਾ ਸੀ ਮੈਂ ਨਾਸਤਿਕ ਵੀ ਹੋ ਗਿਆ ਸੀਗਾ, ਕਿਉਂਕਿ ਮੈਂ ਵਿਚਕਾਰ ਇਹ ਕਿਹਾ ਮੈਂ ਨਾਸਤਿਕ ਵੀ ਹੋ ਗਿਆ ਸੀਗਾ, ਲੇਕਿਨ ਉਸ ਵਕਤ ਜਾ ਕੇ ਮੈਂ ਦੇਖਿਆ ਨਾ ਤੇ ਮੈਨੂੰ ਹੁਣ ਪੂਰਾ ਯਕੀਨ ਹੈ ਰੱਬੀ ਉਸ ਊਰਜਾ ਦੇ ਉੱਤੇ, ਉਸ ਸ਼ਕਤੀ ਦੇ ਉੱਤੇ, ਕਿਉਂਕਿ ਅਸੀਂ ਦੇਖਿਆ ਕੀ ਹੋ ਰਿਹਾ ਹੈ। ਅਸੀਂ ਦੱਸ ਰਹੇ ਸੀ ਅਫਗਾਨਿਸਤਾਨ ਦੇ ਸਾਹਮਣੇ ਬੰਦਾ ਮਾਰਿਆ ਉਹਦੇ ਅਸੀਂ ਉਸਨੂੰ ਇੱਕ ਪੋਜ਼ਿਟਿਵ ਨਜ਼ਰੀਏ ਨਾਲ ਦੇਖੀਏ, ਮੈਂ ਉਸਦੀ ਕਹਾਣੀ ਤੁਹਾਨੂੰ ਸੁਣਾ ਦੇਣਾ, ਪੋਜ਼ਿਟਿਵ ਨਜ਼ਰੀਏ ਨਾਲ ਦੇਖੀਏ ਤੇ ਰੱਬ ਦਾ ਆਪਣਾ ਕਮਾਲ ਦਾ ਤਰੀਕਾ ਹੁੰਦਾ ਤੇ ਸਮਝ ਨਹੀਂ ਆਉਂਦਾ, ਬਾਅਦ 'ਚ ਸਮਝ ਆਉਂਦਾ ਹੈ। ਅਸੀਂ ਜਾ ਰਹੇ ਸੀਗੇ ਉਸ ਦੇ ਇਲਾਕੇ ਵਿੱਚ, ਪਾਕਿਸਤਾਨ ਅਫਗਾਨਿਸਤਾਨ ਦੇ ਬਾਰਡਰ ਦੇ ਕੁਰਮ ਦਾ ਇਲਾਕਾ, ਜਿੱਥੇ ਕਹਿੰਦੇ ਨੇ ਕਿ ਭਾਈ ਮਰਦਾਨਾ ਦਾ ਦੇਹਾਂਤ ਹੋਇਆ ਸੀਗਾ, ਉਸ ਇਲਾਕੇ 'ਚ ਅਸੀਂ ਵੜ ਰਹੇ ਸੀ। ਉਹ ਸਾਰਾ ਕਹਿੰਦੇ ਹੈ ਕਿ ਉੱਤੇ ਬੜਾ ਲੋਕਾਂ ਨੇ ਕਿਹਾ ਨਾ ਜਾਣਾ, ਤਾਲਿਬਾਨ ਇਨਫੈਸਟਡ ਇਲਾਕਾ ਹੈ ਤੇ ਉਹ, ਤੇ ਅਸੀਂ ਚਲੇ, ਜਿਸ ਦਿਨ ਗਏ ਹਾਂ ਸਵੇਰੇ ਅਸੀਂ, ਬੜੀ ਘਮਾਸਾਨ ਬਾਰਿਸ਼, ਉਹ ਬਾਰਿਸ਼ ਦੇ ਅੰਦਰ ਇਹ ਗੱਲ ਲੱਗੀ ਕਿ ਅੱਜ ਹੀ ਬਾਰਿਸ਼ ਨੇ ਹੋਣਾ, ਤੇ ਅਸੀਂ ਕਿਹਾ ਕਿ ਅਸੀਂ ਪਹੁੰਚ ਵੀ ਜਾਵਾਂਗੇ, ਕੈਮਰਾ ਕੌਣ ਕੱਢੇਗਾ ਇਸ ਬਾਰਿਸ਼ ਦੇ ਅੰਦਰ, ਅਬ ਬੇਕਾਰ ਹੋ ਗਿਆ। ਕਰਦੇ ਕਰਦੇ ਅਸੀਂ ਇੱਕ ਦਰਿਆ ਦੇ ਕੋਲ ਪਹੁੰਚੇ, ਕਰੀਬ 15 ਕਿਲੋਮੀਟਰ ਦੂਰ ਹੋਵਾਂਗੇ। ਉਹ ਦਰਿਆ ਦੇ ਉੱਤੇ ਪੁਲ ਸੀਗਾ, ਉਹ ਪੁਲ ਦੇ ਉੱਪਰ ਪਾਣੀ ਆ ਗਿਆ ਸੀ ਤੇ ਫਿਰ ਸਾਨੂੰ ਮੋੜਨਾ ਪਿਆ ਸੀ, ਵਾਪਸ ਆ ਗਏ। ਚਲੋ ਉਸ ਦਿਨ ਤਾਂ ਅਸੀਂ ਉਦਾਸ ਹੋਏ, ਲੇਕਿਨ ਹੁਣ ਸ਼ਾਇਦ ਲੱਗਦਾ ਹੈ ਕਿ ਸ਼ਾਇਦ ਰੱਬ ਨੇ ਸਾਨੂੰ ਉਸ ਦਿਨ ਅੱਗੇ ਭੇਜਦਾ ਹੀ ਨਹੀਂ ਸੀਗਾ, ਕਿਉਂਕਿ ਅਗਲੇ ਦਿਨ ਜਦੋਂ ਅਸੀਂ ਗਏ ਹਾਂ ਤੇ ਉਸ ਦਿਨ ਪੂਰਾ ਸੂਰਜ ਨਿਕਲਿਆ ਹੋਇਆ ਸੀਗਾ, ਓਪਨ ਡੇ ਸੀਗਾ। ਅਸੀਂ ਉਹ ਬ੍ਰਿਜ ਕ੍ਰਾਸ ਕੀਤਾ, ਅੱਗੇ ਗਏ ਹਾਂ, 2 ਕਿਲੋਮੀਟਰ ਅੱਗੇ ਪਹਾੜੀ ਦੇ ਉੱਤੇ ਸੀਗੇ, ਸਾਡੇ ਅੱਗੇ 50 ਮੀਟਰ ਅੱਗੇ ਗੱਡੀ ਚੱਲ ਰਹੀ ਸੀ। ਉਹ ਬੰਦਾ ਸਾਡੇ ਅੱਗੇ ਇਸ ਤਰ੍ਹਾਂ ਦੀ ਗੱਲ ਕਰ ਰਹੇ, ਦੇਖ ਰਹੇ, ਇੱਥੋਂ ਪਹਾੜੀ ਤੋਂ ਟੱਪ ਕੇ ਆਇਆ, ਗੱਡੀ ਤੇ ਹੱਥ ਦਿੱਤਾ ਉਸਨੇ, ਆਪਣੀ AK-47 ਕੱਢੀ, ਦਾ ਫਾਇਰਿੰਗ ਕੀਤੀ। ਉਹਦੇ ਵਿਚਕਾਰ ਬੱਚਾ ਸੀਗਾ, ਡਰਾਈਵਰ ਸੀਗਾ, ਉਹ ਬੰਦਾ ਨਾਲ ਸੀਗਾ, ਡਰਾਈਵਰ ਉੱਥੇ ਮਰ ਗਿਆ, ਬੱਚਾ ਉੱਥੇ ਮਰ ਗਿਆ, ਉਹ ਬੰਦੇ ਦੀ ਇੱਥੇ ਗੋਲੀ ਲੱਗੀ। ਹਾਂ, ਉਹ ਗੱਡੀ ਥੱਲੇ ਪਾਣੀ ਦੇ ਥੱਲੇ, ਔਰ ਉੱਥੋਂ ਟੱਪ ਕੇ ਬੰਦਾ ਥੱਲੇ ਕਿਹਾ ਤੇ ਨਿਕਲ ਗਿਆ, ਬਚ ਗਿਆ। ਸਾਨੂੰ ਸਮਝ ਨਹੀਂ ਆਇਆ ਮਾਰਿਆ ਕਿਉਂ ਉਸਨੇ, ਤੇ ਅਸੀਂ ਪਿੱਛੇ ਸੀਗੇ। ਔਰ ਅਸੀਂ ਦੇਖਦੇ ਹਾਂ ਪੋਜ਼ੀਟਿਵਲੀ ਦੇਖੀਏ ਇਸਨੂੰ, ਪੋਜ਼ੀਟਿਵ ਨਜ਼ਰੀਏ ਨਾਲ, ਤੇ ਅਸੀਂ ਉੱਥੇ ਪਹੁੰਚੇ ਹਾਂ। ਅਸੀਂ ਉਸ ਬੰਦੇ ਨੂੰ ਕੱਢਿਆ, ਉਸਨੂੰ ਆਪਣੀ ਗੱਡੀ 'ਚ ਰੱਖਿਆ, ਜਦ ਜਿਉਂਦਾ ਸੀਗਾ, ਅਗਲੇ ਪਿੰਡ ਤੱਕ ਲੈ ਕੇ ਗਏ हैं। और रस्ते सानू कहता है यहाँ पर अफगानिस्तान में सब पागल हो गया है, सब पागल हो गया है। देखो वो बच्चा कहता था अभी कि घर में वादर जाकर अगले गांव में जाकर दूध पीने गए, अभी देखो उसको मार दिया, 4 साल का बच्चा, राइट। कहता मेरे को बोली याद, कहता है अभी अफगानिस्तान में कोई किसको एतबार करने का है ना, तो वो सिर्फ आपका हिंदू और सिख लोग है। और रह के बने गए हिंदू और सिख लोग। उस टाइम पे एक टाइम पे 3 ਲੱਖ ਦੀ ਆਬਾਦੀ ਸੀ ਜੀ, ਡਾਕੂਮੈਂਟਰੀ ਸੀਰੀਜ਼ ਦੱਸਿਆ। ਜਦੋਂ ਅਸੀਂ ਗਏ ਹਾਂ 1200 ਲੋਕ ਸਨ, ਉਸ ਤੋਂ ਬਾਅਦ ਕੁਝ ਹੋਰ ਚੀਜ਼ਾਂ ਆਈਆਂ ਨੇ, ਹੁਣ 100 ਲੋਕ ਰਹਿ ਗਏ ਨੇ। ਤੇ ਮੈਂ ਕਹਿਣ ਦਾ ਮਤਲਬ ਸੀਗਾ ਕਿ ਸਾਨੂੰ ਮਹਿਸੂਸ ਹੁੰਦਾ ਕਿ ਸਾਨੂੰ ਰੱਬ ਨੇ ਉਸ ਦਿਨ ਭੇਜਿਆ ਸੀਗਾ ਉਸ ਬੰਦੇ ਦੀ ਜਾਨ ਬਚਾਇਆ। ਪਹਿਲੇ ਦਿਨ ਤਾਂ ਨਹੀਂ ਭੇਜਿਆ। There isn't such a like order. See, there are ਬਹੁਤ ਵੱਡੇ ਕੰਮ ਕੀਤੇ ਨੇ, ਪਤਾ ਬਾਦੀ ਸੀ ਤਾਂ ਸਟੈਬਲੀ ਸਿਟੀ ਫਲਾਂਗਿਆ ਨੇ ਤੇ ਉਸ ਤੋਂ ਅੱਗੇ ਤੁਸੀਂ ਕੀ ਕਰਨਾ ਚਾਹੁੰਦੇ? ਉਹਨੇ ਤਾਂ ਸਾਹ ਲੈ ਰਹੇ ਪਰ ਇਹ ਅਗਲਾ ਆਏਗਾ ਕਿ ਨਹੀਂ ਆਏਗਾ ਨਹੀਂ। ਅਸੀਂ ਅਗਲਾ ਕੰਮ ਸ਼ੁਰੂ ਕਰ ਦਿੱਤਾ ਹੈ। ਅਸੀਂ ਗੁਰੂ ਨਾਨਕ ਪ੍ਰੋਜੈਕਟ ਫੇਜ਼ 2 ਦੇ ਕੰਮ ਸਟਾਰਟ ਕੀਤਾ ਹੈ। ਫੰਡਿੰਗ ਅਸੀਂ ਅਜੇ ਰੇਜ਼ ਕਰ ਰਹੇ ਹਾਂ। ਅਜੇ ਕੌਮ ਦੇ ਉੱਤੇ ਅੰਦਰ ਅਜੇ ਉਤਨੀ ਚੇਤਨਾ ਆਈ ਨਹੀਂ ਹੈ, ਉਤਨੇ ਲੋਕਾਂ ਨੇ ਅਜੇ ਸਾਨੂੰ ਐਮਬਰੇਸ ਕਰਨਾ ਸ਼ੁਰੂ ਨਹੀਂ ਕੀਤਾ, ਸਾਡੀ ਗਲਵਕੜੀ ਬਾਣੀ ਸ਼ੁਰੂ ਨਹੀਂ ਕੀਤੀ ਹੈ। ਲੇਕਿਨ ਮੈਨੂੰ ਮੁਕੰਮਲ ਵਿਸ਼ਵਾਸ ਹੈ ਜਿਸ ਤਰੀਕੇ ਨਾਲ ਇਹ ਸਾਰੇ ਕੰਮ ਕੰਪਲੀਟ ਹੋਏ ਨੇ,
ਅਗਲਾ ਪ੍ਰੋਜੈਕਟ ਗੁਰੂ ਨਾਨਕ ਪ੍ਰੋਜੈਕਟ ਫੇਸ 2 ਵੀ ਕੰਪਲੀਟ ਹੋਏਗਾ, क्योंकि वो 5 साल का प्रोजेक्ट है वो भी। क्योंकि मैं किस चीज़ को अगर ਹੁਣ ਹੱਦ ਤੱਕ ਸਮਝ ਗਿਆ, ਹੱਥ ਅਗਰ ਲਗਾਉਣਾ ਹੈ ਤੇ ਫਿਰ ਤੁਸੀਂ ਕੋਈ YouTube ਵੀਡੀਓ ਨਹੀਂ ਬਣਾ ਰਹੇ ਹੋ ਆਪਣੇ ਬਾਰੇ 'ਚ, ਤੁਸੀਂ ਕੋਈ ਚੀਜ਼ ਬਣਾ ਰਹੇ ਹੋ ਕਮਿਊਨਿਟੀ ਵਾਸਤੇ, ਤੇ ਇਹਨੂੰ ਬਣਾਉਣ ਦੇ ਬਾਅਦ 4-5 ਸਾਲ ਲੱਗਦੇ ਨੇ, ਤੇ ਅਗਲਾ ਪ੍ਰੋਜੈਕਟ ਸਾਰਾ 4-5 ਸਾਲ ਦਾ ਹੈਗਾ। ਤੇ ਅਸਲ ਫਿਰ ਇਸ ਦਾ ਜਿਹੜਾ ਬੇਸ ਹੈਗਾ ਇਸ ਦਾ ਇਹ ਹੈ, ਇਸ ਨੂੰ ਅਸੀਂ ਕਹਿ ਰਹੇ ਹਾਂ ਵਨਨੈਸ ਇਨ ਡਾਈਵਰਸਿਟੀ। ਅਗਰ ਪੰਜਾਬੀ 'ਚ ਬੋਲੀਏ ਅਨੇਕਤਾ ਵਿੱਚ ਏਕਤਾ, ਹਿੰਦੀ 'ਚ ਬੋਲੀਏ ਤਾਂ ਅਨੇਕਤਾ ਮੇਂ ਏਕਤਾ। ਬਹੁਤ ਫਾੜੇ ਪੈ ਗਏ ਨੇ, ਬਹੁਤ ਡਿਵੀਜ਼ਨਸ ਹੋ ਗਈਆਂ ਨੇ, ਬਹੁਤ ਅਸੀਂ ਸਮਝ ਗੁਰੂ ਨਾਨਕ ਦੇ ਫਲਸਫੇ ਤੋਂ ਅਸੀਂ ਬਹੁਤ ਦੂਰ ਹਟ ਗਏ। ਤੇ ਅਸੀਂ ਦੇਖਦੇ ਹਾਂ ਹੁਣ ਸਾਰਾ ਜਿਹੜਾ ਪ੍ਰੋਜੈਕਟ ਹੈ ਉਹ ਇਸ ਚੀਜ਼ ਦੇ ਉੱਤੇ 2 ਡਾਕੂਮੈਂਟਰੀਜ਼ ਨੇ ਇਸ ਦੇ ਅੰਦਰ, ਔਰ ਇੱਕ ਫਿਰ ਐਜੂਕੇਸ਼ਨਲ ਕੰਟੈਂਟ ਹੈ ਜਿਹੜਾ ਬਣ ਰਿਹਾ ਹੈ। ਪਹਿਲੀ ਜੋ ਡਾਕੂਮੈਂਟਰੀਜ਼ ਨੇ ਉਹਦੇ ਅੰਦਰ ਸਭ ਤੋਂ ਪਹਿਲਾ ਜਿਹੜਾ ਬਣ ਰਿਹਾ ਹੈ ਉਹ ਹੈ ਅਨੇਕਤਾ ਵਿੱਚ ਏਕਤਾ ਦੀ ਕਨਸੈਪਟ ਦੀ ਅਸੀਂ ਗੱਲ ਕਰ ਰਹੇ ਹਾਂ। ਕਿ ਦੇਖੋ ਜੀ, ਗੁਰੂ ਨਾਨਕ ਸਾਹਿਬ ਅਗਰ ਆਪਣੀ ਜ਼ਿੰਦਗੀ 'ਚ ਗਏ ਨੇ ਬਾਬਾ ਫਰੀਦ ਦੀ ਜਗ੍ਹਾ ਦੇ ਉੱਤੇ, ਤੇ ਉਹਨਾਂ ਨੇ 12ਵੇਂ ਗੱਦੀ ਨਸ਼ੀਨ ਨਾਲ ਮਿਲੇ ਨੇ, ਉਹਨਾਂ ਦੇ ਇਸਲਾਮਿਕ ਪੱਖ ਦੇ ਬਾਰੇ 'ਚ ਕੋਈ ਜਜਮੈਂਟ ਨਹੀਂ ਦਿੱਤੀ, ਕੋਈ ਗਲਤ ਜਾਂ ਸਹੀ ਕੁਝ ਨਹੀਂ ਬੋਲੇ। ਅੱਜ ਤੇ ਅਸੀਂ ਗਲਤ ਸਹੀ ਸਭ ਨੂੰ ਬੋਲਦੇ ਰਹਿੰਦੇ ਨਾ, ਉਹਨਾਂ ਨੇ ਕੁਝ ਨਹੀਂ ਬੋਲਿਆ। ਉਹਨਾਂ ਨੇ ਇੱਕ ਚੀਜ਼ ਕੀਤੀ ਕਿ ਜੋ ਮੂੰਹ ਜ਼ਬਾਨੀ ਜਿਹੜੀ ਬਾਬਾ ਫਰੀਦ ਦੀ ਬਾਣੀ ਚੱਲ ਰਹੀ ਸੀ ਨਾ, ਉਸਨੂੰ ਉਸਨਾਂ ਨੇ ਕਲਮ ਬੰਦ ਕਰ ਦਿੱਤਾ ਉਸ ਟਾਈਮ। ਇਹ ਗੁਰੂ ਨਾਨਕ ਸਾਹਿਬ ਦੇ ਬਹੁਤ ਵੱਡੀ ਕੰਟਰੀਬਿਊਸ਼ਨਸ ਨੇ। ਕਿਉਂਕਿ ਤੁਸੀਂ ਅੱਜ ਵੀ ਪਾਕਿਸਤਾਨ 'ਚ ਚਲੇ ਜਾਓ, ਤੁਹਾਨੂੰ ਸ਼ਾਇਦ ਨਾ ਪਤਾ ਹੋਵੇ, ਕਿਉਂਕਿ ਮੈਂ ਤਾਂ ਦੇਖਿਆ, ਤੁਸੀਂ ਦੇਖਿਆ ਹੋਣਾ, ਉਦੋਂ ਮੈਂ ਉਹ ਉੱਪਰ ਪੜ੍ਹ ਕੇ ਦੱਸ ਰਿਹਾ ਸੀਗਾ ਖਾਲਕ ਮੈਂ ਹੈ ਨਾ, ਮੈਂ ਤੁਹਾਨੂੰ ਦੱਸਣਾ ਉਹ ਉਰਦੂ ਪੜ੍ਹ ਲੈਣਾ ਸਿੱਖੀ ਹੈ, ਰਾਈਟ। ਹੁਣ ਇੱਕ ਕੰਮ ਕਰਨ ਤੋਂ ਬਾਅਦ ਤੇ ਉੱਤੇ ਮੈਂ ਪੜ੍ਹ ਰਿਹਾ, ਮੈਂ ਗੁਰੂ ਗ੍ਰੰਥ ਸਾਹਿਬ ਗੁਰਮੁਖੀ 'ਚ ਪੜ੍ਹੀ ਹੈ, ਇੱਕ ਲਫ਼ਜ਼ ਦਾ ਫਰਕ ਨਹੀਂ ਹੈ। ਤੇ ਤੁਸੀਂ ਅਗਰ ਡੀਪਲੀ ਜਾ ਕੇ ਇਸ ਨੂੰ ਸਮਝਣਾ ਸ਼ੁਰੂ ਕਰੋ, ਪਾਕਿਸਤਾਨ ਦੇ ਅੰਦਰ ਬਾਬਾ ਫਰੀਦ ਦੀ ਜਿਤਨੀ ਵੀ ਬਾਣੀ ਉਰਦੂ ਵਿੱਚ ਲਿਖੀ ਗਈ ਹੈ ਜਾਂ ਸ਼ਾਹਮੁਖੀ ਲਿਖੀ ਗਈ ਹੈ, ਜੋ ਉਰਦੂ ਸਕ੍ਰਿਪਟ ਦੇ ਅੰਦਰ ਹੈ ਪਰ ਪੰਜਾਬੀ ਲਹਿਜੇ ਨਾਲ, ਉਹ ਸਾਰੀ ਦੀ ਸਾਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਦੀ ਜਿਹੜੀ ਅੰਕਿਤ ਬਾਣੀ ਹੈ ਉਸ ਵਿੱਚੋਂ ਆ ਰਹੀ ਹੈ। ਤਾਂ ਹੀ ਉਹ ਫਰਕ ਨਹੀਂ ਹੈ, ਸੋਰਸ ਉੱਥੋਂ ਹੈਗਾ। ਕਬੀਰ ਜੀ ਦੀ ਹੋਵੇ ਤਾਂ ਮੈਂ ਤੁਹਾਨੂੰ ਦੂਜਾ ਪੱਗ ਦਿਖਾਣਾ, ਕਬੀਰ ਜੀ ਦੀ ਬਾਣੀ ਲੈ ਲਓ ਇੰਡੀਆ ਦੇ ਅੰਦਰ ਹੀ, ਯੂਪੀ ਤੋਂ ਕਬੀਰ ਇਨ ਯੂਪੀ, ਉਹਨਾਂ ਦੇ ਸ਼ਬਦ ਚੇਂਜ ਹੋਣ, ਪੰਜਾਬ ਆਉਂਦੇ ਆਉਂਦੇ ਚੇਂਜ ਹੁੰਦੇ ਨੇ, ਰਾਜਸਥਾਨ ਜਾਂਦੇ ਜਾਂਦੇ ਚੇਂਜ ਹੁੰਦੇ ਨੇ, ਬੰਗਾਲ ਜਾਂਦੇ ਜਾਂਦੇ ਚੇਂਜ ਹੁੰਦੇ ਨੇ। ਕਬੀਰ ਦੀ ਬਾਣੀ ਇੱਕ ਜਗ੍ਹਾ ਥੰਮ ਦੇ ਅੰਦਰ ਨਹੀਂ ਬਣੀ ਹੋਈ ਹੈ। ਕਿਉਂ? ਕਿਉਂਕਿ ਹੋ ਸਕਦਾ ਹੈ ਪੰਜਾਬ ਵਿੱਚ ਜਿਸ ਤਰ੍ਹਾਂ ਦਸਤਾਵੇਜ਼ ਵੀ ਕੀਤੀ ਗਈ, ਉਸ ਤਰ੍ਹਾਂ ਹੋਰ ਮੁਲਕ ਪੰਜਾਬੀਆਂ ਨੇ ਉਸ ਨੂੰ ਬੰਨ ਕੇ ਜਫਾ ਪਾ ਕੇ ਰੱਖ ਲਿਆ, ਰਾਈਟ। ਪਾਕਿਸਤਾਨ ਦੇ ਜਿਸ ਤਰ੍ਹਾਂ ਬਾਬਾ ਫਰੀਦ ਦੀ ਬਾਣੀ ਨੂੰ ਫਿਰ ਲੋਕਾਂ ਨੇ ਕਾਪੀ ਕਰਨਾ ਸ਼ੁਰੂ ਕੀਤਾ ਉੱਥੋਂ, ਅਸੀਂ ਪੰਜਾਬ ਤੋਂ ਕੱਢਿਆ ਹੀ ਨਹੀਂ ਉਸਨੂੰ, ਤਾਂ ਕਿ ਯੂਪੀ ਵਾਲੇ ਵੀ ਕਾਪੀ ਕਰ ਸਕਣ ਉਸ ਵਿੱਚੋਂ, ਰਾਈਟ। ਤੇ ਉਹ ਕਬੀਰ ਦੀ ਬਾਣੀ ਆਪਣੇ ਆਪ ਚੇਂਜ ਹੁੰਦੀ ਗਈ। ਮੇਰੇ ਕਹਿਣ ਦਾ ਮਤਲਬ ਇਹ ਸੀਗਾ ਅਨੇਕਤਾ ਵਿੱਚ ਏਕਤਾ ਦਾ। ਗੁਰੂ ਨਾਨਕ ਸਾਹਿਬ ਨੇ ਇੱਕ ਬਹੁਤ ਵੱਡਾ ਕੰਮ ਕੀਤਾ ਕਿ ਕਲਮ ਬੰਦ ਕਰਨਾ ਸ਼ੁਰੂ ਕੀਤਾ। ਉਹ ਕਲਮ ਬੰਦ ਕਰਨ ਦਾ ਕੰਮ ਫਿਰ ਅੱਗੇ ਦੀ ਪਨੀਰੀ ਗੁਰੂ ਨਾਨਕ ਸਾਹਿਬ ਦੀ ਅੱਗੇ ਦੀ ਸਿੱਖ ਗੁਰੂਜ਼ ਨੇ ਉਹ ਕੰਮ ਨੂੰ ਅੱਗੇ ਲੈ ਕੇ ਗਏ। ਗੁਰੂ ਅਰਜਨ ਦੇਵ ਜੀ ਦੇ ਟਾਈਮ 'ਤੇ ਜਦੋਂ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਆਉਂਦੀ ਹੈ ਤੇ 15 ਭਗਤਾਂ ਦੀ ਬਾਣੀ ਆ ਕੇ ਇਕੱਠੀ ਹੁੰਦੀ ਹੈ। ਹੁਣ ਇਹ ਏਕਤਾ ਵਾਲੀ ਗੱਲ ਹੈ। ਇਸ ਨੂੰ ਅਸੀਂ ਡਾਕੂਮੈਂਟਰੀ 'ਚ ਪੇਸ਼ ਕਰਨਾ ਚਾਹੁੰਦੇ ਹਾਂ ਕਿ ਉਸਨੂੰ ਸਾਰੇ ਭਗਤਾਂ ਦਾ ਜਿਹੜਾ ਮੇਲ ਜੋਟ ਹੈ ਗੁਰੂ ਨਾਨਕ ਸਾਹਿਬ ਦੇ ਵਿਜ਼ਨ ਦੇ ਨਾਲ, ਉਸਨੂੰ ਅਸੀਂ ਦਿਖਾਉਣਾ ਚਾਹ ਰਹੇ ਹਾਂ ਕਿ ਜਿਹੜਾ ਅੱਜ ਤੁਸੀਂ ਡਿਵਾਈਡ ਦੀ ਗੱਲ ਕਰ ਰਹੇ ਹੋ, ਕਿਸ ਬੇਸ ਤੇ ਡਿਵਾਈਡ ਦੀ ਗੱਲ ਕਰ ਰਹੇ ਹੋ। ਤੁਹਾਨੂੰ ਇਹ ਨਹੀਂ ਸਮਝ ਆਉਂਦਾ ਕਿ ਗੁਰੂ ਨਾਨਕ ਸਾਹਿਬ ਕੀ ਦੱਸ ਰਹੇ ਸਨ ਤੁਹਾਨੂੰ, ਫਲਸਫਾ ਹੀ ਤੁਸੀਂ ਉਲਟ ਕਰਤਾ। ਕਿਸ ਚੀਜ਼ ਦੀ ਤੁਸੀਂ ਡਿਵਾਈਡ ਦੀ ਗੱਲ ਕਰ ਰਹੇ ਹੋ, ਜਦੋਂ ਗੁਰੂ ਨਾਨਕ ਸਾਹਿਬ ਤੁਹਾਨੂੰ ਸਿੱਧਾ ਦੱਸ ਰਹੇ ਨੇ ਕਿ ਅਨੇਕਤਾ ਵਿੱਚ ਏਕਤਾ। ਅਗਰ ਜੈਦੇਵ ਜੀ ਬੰਗਾਲ ਵਿੱਚ ਰਹਿ ਕੇ ਸਤੀ ਦੇ ਅਗੇਂਸਟ ਕੁਝ ਗੱਲ ਕਰ ਸਕਦੇ ਨੇ, ਤੇ ਉਹਦੀ ਉਤਨੀ ਅਹਿਮੀਅਤ ਹੈ ਕਿ ਪੰਜਾਬ ਦੇ ਅੰਦਰ ਉਸ ਜ਼ਮਾਨੇ ਦੇ ਅੰਦਰ ਜਦੋਂ ਇੰਟਰਨੈਟ ਨਹੀਂ ਸੀਗਾ, ਜਦੋਂ ਪ੍ਰਿੰਟਿੰਗ ਪ੍ਰੈਸ ਨਹੀਂ ਸੀਗੀ, ਸਿਰਫ ਹੱਥ ਲਿਖਤ ਕੰਮ ਹੁੰਦਾ ਸੀਗਾ, ਲੇਕਿਨ ਜੈਦੇਵ ਬੰਗਾਲ ਤੋਂ ਭਗਤ ਜੈਦੇਵ ਦੀ ਬਾਣੀ ਪੰਜਾਬ ਵਿੱਚ ਆ ਕੇ ਅੰਕਿਤ ਹੁੰਦੀ ਹੈ। ਇਹ ਤੁਹਾਨੂੰ ਸਮਝ ਨਹੀਂ ਆ ਰਿਹਾ ਕਿ ਏਕਤਾ ਵਿੱਚ ਅਨੇਕਤਾ ਕਿੰਨੀ, ਅਨੇਕਤਾ ਵਿੱਚ ਏਕਤਾ ਦੀ ਕਿੰਨੀ ਇੰਪੋਰਟੈਂਸ ਹੈ। ਗੁਰੂ ਨਾਨਕ ਸਾਹਿਬ ਤੁਹਾਨੂੰ ਦਿਖਾ ਸਕਦੇ ਤੇ ਅਸੀਂ ਇੱਕ ਡਾਕੂਮੈਂਟਰੀ ਇਹ ਬਣਾ ਰਹੇ ਹਾਂ। ਦੂਜੀ ਡਾਕੂਮੈਂਟਰੀ ਜਿਹੜੀ ਹੈ ਕਿ ਅਸੀਂ ਤਾਂ ਵੱਡਾ ਦਸਤਾਵੇਜ਼ ਬਣਾ ਲਿਆ, ਇਹ ਇਨਸਾਈਕਲੋਪੀਡਿਕ ਕੰਟੈਂਟ ਹੈ, ਇਹਦੀ ਆਪਣੀ ਅਹਿਮੀਅਤ ਹੈ। ਇਹਨੂੰ ਜਿਹੜਾ ਇਨਸਾਈਕਲੋਪੀਡੀਆ ਨੂੰ ਜਾ ਚਾਹੁੰਦਾ ਹੈ ਉਹ ਜਾਏਗਾ, ਲੇਕਿਨ ਹਰ ਕੋਈ ਨਹੀਂ ਜਾ ਸਕਦਾ ਉਸ ਦੇ ਅੰਦਰ। ਮੈਂ ਤੁਹਾਨੂੰ ਆਲਰੇਡੀ ਕਹਿਤਾ, ਤੁਸੀਂ ਇੱਕ ਹਫ਼ਤੇ 'ਚ ਇੱਕ ਐਪੀਸੋਡ ਦੇਖੋ, ਤੁਹਾਨੂੰ 24 ਹਫ਼ਤੇ ਲੱਗਣਗੇ, ਤੁਸੀਂ ਸ਼ਾਇਦ ਵਿਚਕਾਰ ਛੱਡ ਦੋਗੇ, ਲੇਕਿਨ ਜਿਸ ਨੇ ਦੇਖਣਾ ਉਹ ਦੇਖੇਗਾ। ਅਸੀਂ ਚਾਹੁੰਦੇ ਹਾਂ ਕਿ ਮੈਂ ਦੇਖਣਾ ਗੁਰੂ ਨਾਨਕ ਸਾਹਿਬ ਨੂੰ 45 ਮਿੰਟਸ ਦੇ ਅੰਦਰ ਅੱਜ ਤੱਕ ਅਸੀਂ ਕੀ ਪ੍ਰੋਫੈਸ਼ਨਲੀ ਪ੍ਰੈਜ਼ੈਂਟ ਕੀਤਾ। YouTube ਤੇ ਦੇਖ ਲਓ, ਮਿਥ ਮਿਥਿਆਸ ਇਸ ਤਰ੍ਹਾਂ ਉਸ ਤਰ੍ਹਾਂ ਦੀ ਚੀਜ਼ ਹੈ। ਇੱਕ ਗੋਰੇ ਨੂੰ ਅਗਰ ਦਿਖਾਣਾ ਹੈ, ਕੈਨੇਡਾ ਵਿੱਚ ਦਿਖਾਣਾ ਹੈ, ਉਹ ਇਸ ਗੁਰੂ ਨਾਨਕ। ਅਗਰ ਕਿਸੇ ਨੇ ਕੋਸ਼ਿਸ਼ ਕੀਤੀ ਵੀ ਹੈ ਤੇ ਉਹ ਕਿੱਥੇ ਆ ਜਾਂਦੀ ਹੈ, ਗੁਰੂ ਨਾਨਕ ਨੂੰ ਅਸੀਂ ਸਿੱਖੀਜ਼ਮ ਦੇ ਨਾਲ
ਪ੍ਰੈਜ਼ੈਂਟ ਕਰਨ ਦੇ ਵਿੱਚ ਮਾਹਿਰ ਆ। ਲੇਕਿਨ ਗੁਰੂ ਨਾਨਕ ਨੀਡ ਨਾਟ ਬੀ ਪ੍ਰੈਜ਼ੈਂਟਡ ਵਿਦ ਸਿੱਖੀਜ਼ਮ ਅਲੋਨ। ਗੁਰੂ ਨਾਨਕ ਨੂੰ ਅਗਰ ਪ੍ਰੈਜ਼ੈਂਟ ਕਰਨਾ ਹੈ, ਸਿਰਫ 2 ਕੁਐਸਚਨ ਐਡਰੈਸ ਕਰਨੇ ਨੇ, ਹੂ ਵਾਜ਼ ਹੀ ਐਂਡ ਵਾਟ ਡਜ਼ ਹੀ ਸਟੈਂਡ ਫॉर। ਕੌਣ ਸਨ ਤੇ ਉਹਨਾਂ ਦਾ ਫਲਸਫਾ ਕੀ ਸੀਗਾ, ਬਸ। ਉਸ ਵਿੱਚ ਕੋਈ ਮੁਸਲਮਾਨ ਅਗਰ ਡੂੰਗੀ ਮਾਰਨਾ ਚਾਹਵੇ, ਕੋਈ ਸਿੱਖ ਮਾਰਨਾ ਚਾਹਵੇ, ਚਾਹੇ ਹਿੰਦੂ, ਚਾਹੇ ਕੋਈ ਗੋਰਾ ਕੋਈ ਮਾਰਨਾ ਚਾਹਵੇ, ਉਹ ਜਾ ਸਕਦਾ। ਸਾਨੂੰ ਸਿੱਖੀਜ਼ਮ ਨੂੰ ਨਹੀਂ ਸੈਲ ਕਰਨਾ। ਤੇ ਅਸੀਂ ਉਹ 45 ਮਿੰਟਸ ਦੀ ਅਸੀਂ 4 ਲੈਂਗੁਏਜ ਦੇ ਅੰਦਰ ਗੁਰੂ ਨਾਨਕ ਸਾਹਿਬ ਦਾ 45 ਮਿੰਟ ਦਾ ਪ੍ਰੈਜ਼ੈਂਟੇਸ਼ਨ ਕਰਨਾ ਚਾਹ ਰਹੇ ਹਾਂ। ਇਸ ਦਾ ਸਾਰਾਂਸ਼ ਹੈ ਜਿਸ ਨੂੰ ਅਸੀਂ ਕੋਈ ਵੀ ਇੰਟਰਫੇਥ ਫੋਰਮ ਦੇ ਅੰਦਰ ਕਿਤੇ ਵੀ ਦਿਖਾ ਸਕੀਏ ਫ੍ਰੀਲੀ। ਔਰ ਲਾਸਟ ਚੀਜ਼ ਹੈ ਜਿਹੜੀ ਕਿ ਅਸੀਂ ਪੂਰੀ ਗੁਰੂ ਨਾਨਕ ਦੀ ਬਾਣੀ ਔਰ ਭਗਤਾਂ ਦੀ ਬਾਣੀ ਜੋ 1700 ਕੁਝ ਸ਼ਬਦ ਬਣਦੇ ਨੇ, ਅਸੀਂ ਇਸ ਦਾ ਐਜੂਕੇਸ਼ਨਲ ਕੰਟੈਂਟ ਬਣਾਉਣ ਵਾਸਤੇ ਪਹਿਲੇ ਇਹਨਾਂ ਨੂੰ ਸਾਰਿਆਂ ਨੂੰ ਰਾਗਾਂ ਵਿੱਚ ਰਿਕਾਰਡ ਕਰਕੇ, ਜਿਸ ਤਰੀਕੇ ਨਾਲ ਤੁਸੀਂ ਮਿਊਜ਼ਿਕ ਸੁਣ ਰਹੇ ਹੋ, ਔਰ ਉਸਨੂੰ ਮਾਡਰਨ ਟਰਾਂਸਲੇਸ਼ਨਸ ਨਾਲ ਪ੍ਰੈਜ਼ੈਂਟ ਕਰਕੇ। ਮਾਡਰਨ ਟਰਾਂਸਲੇਸ਼ਨ ਇਸ ਕਰਕੇ ਮੈਂ ਕਹਿ ਰਿਹਾ ਇਹ ਬੜਾ ਇੰਪੋਰਟੈਂਟ ਹੈ। ਅਸੀਂ ਵੀ ਡਾਕਟਰ ਸੀਰੀਜ਼ ਅੰਦਰ ਇਸ ਚੀਜ਼ ਨੂੰ ਪ੍ਰਿੰਸੀਪਲ ਨੂੰ ਯੂਜ਼ ਕੀਤਾ ਹੈ। ਦੇਖੋ ਜੀ, ਇੰਗਲਿਸ਼ ਟਰਾਂਸਲੇਸ਼ਨ ਸਾਡੇ ਕੋਲ ਬਹੁਤ ਨੇ। ਗੋਪਾਲ ਸਿੰਘ ਜੀ ਦੀ ਟਰਾਂਸਲੇਸ਼ਨ ਹੈ, ਮਨਮੋਹਨ ਸਿੰਘ ਜੀ ਦੀ ਟਰਾਂਸਲੇਸ਼ਨ ਹੈ, ਸੰਤ ਸਿੰਘ ਖਾਲਸਾ ਜਿਨ੍ਹਾਂ ਨੇ US ਵਿੱਚ ਰਹਿ ਕੇ ਟਰਾਂਸਲੇਟ ਕੀਤਾ, ਉਹ ਵੀ ਹੈਗੀ ਇੰਗਲਿਸ਼। ਅੱਜ ਕੱਲ੍ਹ ਗੁਰਦੁਆਰੇ ਵਿੱਚ ਦਿਖਾਉਂਦੇ ਨੇ। ਲੇਕਿਨ ਇਹ ਸਾਰੇ ਟਰਾਂਸਲੇਸ਼ਨਸ ਦੇ ਅੰਦਰ ਜੈਂਡਰ ਬਾਇਸ ਹੈ। ਜੈਂਡਰ ਬਾਇਸ ਮਤਲਬ ਲੈਂਗਿਕ ਹੈ, ਪੁਰਸ਼ ਦੇ ਤਰਫ ਹੈ ਨਾ ਸਭ ਕੁਛ। ਰੱਬ ਨੂੰ ਵੀ ਅਸੀਂ ਪੁਰਸ਼ ਵਾਂਗਨ ਗੱਲ ਕਰਦੇ ਹਾਂ। ਇਹ ਜ਼ਮਾਨਾ ਬਦਲ ਰਿਹਾ ਹੈ। ਤੁਹਾਡੀ ਅਦੀਬ ਪਨੀਰੀ ਤੁਹਾਨੂੰ ਰੱਬ ਨੂੰ ਪੁਰਸ਼ ਨਹੀਂ ਮੰਨੇਗੀ। ਉਹ ਗੱਲ ਆ ਰਹੀ ਕਰਤਾ ਪੁਰਖ, ਉਹਦਾ ਫਲਸਫੇ ਦੀ ਗੱਲ ਹੈ। ਲੇਕਿਨ ਉਹ ਜਿਹੜੀ ਰੱਬੀ ਰੂਹ ਐਨਰਜੀ ਹੈ, ਉਹ ਨਿਊਟਰਲ ਹੈ ਐਨਰਜੀ। ਉਸਦੇ ਅੰਦਰ ਜਨਾਨਾ ਔਰ ਮਰਦਾਨਾ ਪੱਖ ਦੋਵੇਂ ਨੇ। ਤੁਸੀਂ ਸਭ ਚੀਜ਼ ਨੂੰ ਟਰਾਂਸਲੇਸ਼ਨ ਨੂੰ ਜੈਂਡਰ ਨਿਊਟਰਲ ਬਣਾਉਣਾ ਹੈ। ਔਰ ਇਸ ਦੇ ਅੰਦਰ ਸਾਡੀ ਜਿਹੜੀ ਭਾਰਤੀ ਭਾਸ਼ਾਵਾਂ ਨੇ, ਇਹ ਲੈਂਗਿਕ ਭਾਸ਼ਾਵਾਂ ਨੇ। ਇਸ ਨੂੰ ਕਰਨਾ ਲੇਕਿਨ ਇਸਦਾ ਇੱਕ ਤਰੀਕਾ ਹੈ। ਤੁਸੀਂ ਸੈਂਟੈਂਸ ਦੇ ਵਿਚਕਾਰ ਤੁਸੀਂ ਪਲੇ ਕਰ ਸਕਦੇ ਹੋ ਲੈਂਗੁਏਜ ਨਿਊਟਰਲ ਲਿਆਉਣ ਵਾਸਤੇ। ਲੇਕਿਨ ਇੰਗਲਿਸ਼ ਦੇ ਅੰਦਰ ਤੁਸੀਂ ਹੀ ਔਰ ਸ਼ੀ ਨਾ ਯੂਜ਼ ਕਰੋ, ਦੇ ਦੈਮ ਯੂਜ਼ ਕਰੋ, ਤੁਸੀਂ ਕਰ ਸਕਦੇ ਹੋ। ਤੇ ਸਾਨੂੰ ਇਹ ਟਾਈਮ ਆ ਗਿਆ ਹੈ ਕਿ ਸਾਨੂੰ ਆਪਣੀ ਟਰਾਂਸਲੇਸ਼ਨਸ ਨੂੰ ਨਿਊਟਰਲ ਕਰਨਾ ਪਏਗਾ, ਕਿਉਂਕਿ ਅਗਲੀ ਪਨੀਰੀ ਬਾਹਰ ਦੇ ਮੁਲਕਾਂ 'ਚ ਇਸ ਨੂੰ ਐਕਸੈਪਟ ਨਹੀਂ ਕਰੇਗੀ। ਔਰ ਰਹੀ ਗਈ ਫਲ ਦੂਜੀ ਗੱਲ, ਦੇਖੋ ਮੈਂ ਸਮਾਪਤੀ ਕਰਨਾ ਇਸ ਚੀਜ਼ ਦੇ ਬਾਰੇ 'ਚ ਕਿ ਟਰਾਂਸਲੇਸ਼ਨ ਦੀ ਗੱਲ ਇੱਥੇ ਆਉਂਦੀ ਹੈ ਕਿ ਮੈਂ ਬਚਪਨ ਤੋਂ ਗੁਰੂ ਨਾਨਕ ਸਾਹਿਬ ਨੂੰ ਪੜ੍ਹਿਆ, ਤੇ ਬੜੇ ਅਕੈਡਮਿਕ ਐਂਗਲ ਸਾਈਡ ਤੋਂ ਬੜੇ ਲੋਕ ਬੈਠੇ ਨੇ, ਮਾਫ ਕਰਨਾ ਤਾਂ ਮੈਂ ਕੁਝ ਗਲਤ ਬੋਲ ਰਿਹਾ ਹਾਂ, ਲੇਕਿਨ ਮੇਰੀ ਜਿਹੜੇ ਆਪਣੇ ਪਰਸਨਲ ਐਕਸਪੀਰੀਅੰਸਿਸ ਨੇ, ਜੋ ਮੈਂ ਗੁਰੂ ਨਾਨਕ ਸਾਹਿਬ ਨੂੰ ਬਚਪਨ ਵਿੱਚ ਪੜ੍ਹਨਾ ਸ਼ੁਰੂ ਕੀਤਾ, ਤੇ ਮੈਨੂੰ ਹਰ ਇੰਗਲਿਸ਼ ਆਥਰ ਨੇ, ਸਿੱਖ ਇੰਗਲਿਸ਼ ਆਥਰ, ਸਿੱਖ ਜੋ ਇੰਗਲਿਸ਼ ਵਿੱਚ ਲਿਖ ਰਿਹਾ ਹੈ, ਉਸਦੇ ਗੁਰੂ ਨਾਨਕ ਨੂੰ ਕਿਸ ਤਰ੍ਹਾਂ ਪੇਸ਼ ਕੀਤਾ। ਵਿਕੀਪੀਡੀਆ ਦੇ ਵੀ ਚਲੇ ਜਾਓ, ਗੁਰੂ ਨਾਨਕ ਇਜ਼ ਦ ਫਾਊਂਡਰ ਆਫ ਸਿੱਖ ਮੋਨੋਥੀਸਟਿਕ ਸਿੱਖ ਫੇਥ। ਪਹਿਲੀ ਗੱਲ ਤਾਂ ਗੁਰੂ ਨਾਨਕ ਸਾਹਿਬ ਨੇ ਕੋਈ ਫੇਥ ਨਹੀਂ ਸਟਾਰਟ ਕੀਤਾ। ਗੁਰੂ ਨਾਨਕ ਸਾਹਿਬ ਨੇ ਇੱਕ ਚੀਜ਼ ਦੇ ਅਗੇਂਸਟ ਬੁਲੰਦ ਆਵਾਜ਼ ਉਠਾਈ। ਉਹ ਚੀਜ਼ ਬਾਅਦ ਵਿੱਚ ਮਜ਼ਹਬ ਬਣਿਆ ਹੈ, ਮੈਂ ਉਸ ਨੂੰ ਨਹੀਂ ਕਹਿ ਰਿਹਾ, ਬਟ ਗੁਰੂ ਨਾਨਕ ਸਾਹਿਬ ਨੂੰ ਮੋਨੋਥੀਸਟਿਕ ਬੋਲ ਕੇ ਪੇਸ਼ ਕਰਨਾ, ਮੋਨੋਥੀਸਟਿਕ ਗੱਲ ਆ ਜਾਂਦੀ ਹੈ, ਜਿਸਨੂੰ ਅਗਰ ਇੰਗਲਿਸ਼ ਵਿੱਚ ਥੋੜ੍ਹਾ ਮੈਂ ਵਿਸਤਾਰ ਕਰਾਂ। ਮੈਂ ਇੰਗਲਿਸ਼ ਵਿੱਚ ਪੜ੍ਹ ਰਿਹਾ ਸੀਗਾ, ਮੈਂ ਕਿਤਨੇ ਸਾਲਾਂ ਤੱਕ ਗੁਰੂ ਨਾਨਕ ਨੂੰ ਮੋਨੋਥੀਸਟਿਕ ਹੀ ਸਮਝਦਾ ਰਿਹਾ। ਬਾਅਦ 'ਚ ਮੈਨੂੰ ਸਮਝ ਆਇਆ ਗੁਰੂ ਨਾਨਕ ਮੋਨੋਥੀਜ਼ਮ ਤੇ ਹੁੰਦਾ ਹੈ ਜਦੋਂ ਕਿ ਇਸਲਾਮ ਜਾਂ ਕ੍ਰਿਸਚੈਨਿਟੀ ਜਾਂ ਜਿਊਜ਼ ਦੇ ਅੰਦਰ ਕਹਿੰਦੇ ਕਿ ਰੱਬ ਇੱਕ ਹੈ, ਰੱਬ ਇੱਕ ਹੈ। ਮੋਨੋਥੀਸਟਿਕ ਨਾ ਮੋਨੋਥੀਸਟਿਕ, ਮੋਨੋ ਇੱਕ, ਰੱਬ ਇੱਕ ਹੈ, ਲੇਕਿਨ ਰੱਬ ਅਸੀਂ ਨਹੀਂ ਹਾਂ। ਕ੍ਰਿਸਚੈਨਿਟੀ ਦੇ ਅੰਦਰ ਰੱਬ ਨੂੰ ਹਾਲਤ ਦੇ ਅੰਦਰ ਨਹੀਂ ਮੰਨਿਆ ਜਾਂਦਾ, ਰੱਬ ਅਲੱਗ ਹੈ, ਇੱਕ ਹੈ। ਗੁਰੂ ਨਾਨਕ ਸਾਹਿਬ ਦਾ ਇੱਕ ਓਂਕਾਰ ਦੇ ਅੱਗੇ ਅਗਰ ਅਸੀਂ ਇੱਕ ਲਗਾਉਂਦੇ ਹਾਂ ਤੇ ਉਹ ਰੱਬ ਇੱਕ ਨਹੀਂ ਹੈ। ਉਹ ਕਹਿ ਰਹੇ ਕਿ ਪੂਰੀ ਖਾਲਕ ਓਂਕਾਰ ਜਿਹੜੀ ਹੈ, ਜੋ ਕ੍ਰੀਏਸ਼ਨ, ਡਿਸਟਰਕਸ਼ਨ ਜਾਂ ਸਸਟੇਨੈਂਸ ਦੀ ਗੱਲ ਹੈ, ਉਹ ਪੂਰੀ ਸਭ ਕੁਝ ਜੋੜ ਕੇ ਇੱਕ ਹੈ। ਤੁਸੀਂ ਸਭ ਕੁਝ ਸਾਰੇ ਇੱਕ ਹਾਂ, ਇੱਕ ਦੇ ਨਾਲ ਓਂਕਾਰ ਵੀ ਹੈ ਨਾ। ਹਾਂ, ਤੇ ਇੱਕ ਹਾਂ। ਤੇ ਉਹਦਾ ਜਿਹੜਾ ਲਫ਼ਜ਼ ਇੰਗਲਿਸ਼ ਵਿੱਚ ਆਉਂਦਾ ਹੈ, ਆਈ ਵਿਸ਼ ਕਿਸੇ ਨੇ ਇਸ ਨੂੰ ਯੂਜ਼ ਕੀਤਾ ਹੁੰਦਾ, ਕਿਸੇ ਇੰਗਲਿਸ਼ ਆਥਰ ਨੇ ਆਪਣੇ ਸਿੱਖਾਂ ਵਿੱਚੋਂ, ਕਿ ਗੁਰੂ ਨਾਨਕ represents monism। monism और monotheism बहुत अलग है। monotheism है कि रब एक है, monism है कि सब कुछ एक है। बहुत फर्क है, बहुत फर्क है ना। तो तुसी उस चीज ਨੂੰ ਲੈ ਕੇ ਚਲੋਗੇ तो ਸਾਰੀ ਪਰਿਭਾਸ਼ਾ ਪੂਰੀ ਚੇਂਜ ਹੋ ਜਾਂਦੀ ਹੈ। ਫਿਰ ਬਾਣੀ ਨੂੰ ਤੁਸੀਂ ਅਗਰ ਇੰਗਲਿਸ਼ ਵਿੱਚ ਟ੍ਰਾਂਸਲੇਸ਼ਨਸ ਕਰਨੀਆਂ ਨੇ, ਫਿਰ ਸਾਰਾ ਕੁਝ ਇੱਕ ਵਾਰੀ ਫਿਰ ਤੋਂ ਰੀਵਿਜ਼ਿਟ ਕਰਨਾ ਪਏਗਾ। ਹਾਂ, ਤੇ ਉਸ ਨੂੰ ਅਸੀਂ ਕਰਕੇ ਵੀਡੀਓ ਦੇ ਬਣਾ ਕੇ ਇੱਕ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਐਜੂਕੇਸ਼ਨਲ ਕੰਟੈਂਟ ਬਣ ਜਾਵੇ ਅਗਲੇ 5 ਸਾਲਾਂ ਦੇ ਅੰਦਰ, ਜਿਹਦੇ ਅੰਦਰ ਭਗਤਾਂ ਦੀ ਬਾਣੀ ਔਰ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਇਹ ਸਾਡਾ ਗੁਰੂ ਗ੍ਰੰਥ ਸਾਹਿਬ ਪ੍ਰੋਜੈਕਟ ਨਹੀਂ ਹੈ, ਕਿਉਂਕਿ ਮੈਨੂੰ ਨਹੀਂ ਲੱਗਦਾ ਮੇਰੀ ਜ਼ਿੰਦਗੀ ਦੇ ਅੰਦਰ ਉਤਨੇ ਸਾਫ਼ ਬੱਚੇ ਨੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਪ੍ਰੋਜੈਕਟ ਕਰ ਸਕਦੇ ਹਾਂ। ਲੇਕਿਨ ਅਸੀਂ ਅਗਰ ਗੁਰੂ ਨਾਨਕ ਸਾਹਿਬ ਔਰ ਭਗਤਾਂ ਦੀ ਬਾਣੀ ਨੂੰ 1700 ਸ਼ਬਦਾਂ ਨੂੰ 4 ਲੈਂਗੁਏਜਸ ਦੇ ਅੰਦਰ ਮਾਡਰਨ ਟਰਾਂਸਲੇਸ਼ਨ ਦੇ ਨਾਲ ਲਿਆ ਕੇ ਵੀਡੀਓ ਫਾਰਮੈਟਸ ਦੇ ਅੰਦਰ ਪ੍ਰੈਜ਼ੈਂਟ ਕਰ ਦਈਏ,
ਤੇ ਹੋ ਸਕਦਾ ਹੈ ਕੱਲ ਦੇ ਜਿਹੜੇ ਅਕੈਡਮਿਸ਼ੀਅਨਸ ਨੇ ਉਸ ਵਿੱਚੋਂ ਕੁਝ ਅਕੈਡਮਿਕ ਸਿੱਖ ਲੈ ਸਕਣ। ਇਹ ਲੱਗਦਾ ਮੈਂ ਪਤਾ ਤੁਹਾਨੂੰ ਸਕਦੇ ਦੇ ਜਿਹੜਾ ਤੁਸੀਂ ਵਿਚਾਰ ਦਿੱਤਾ ਹੈ ਮੋਨੋਥੀਜ਼ਮ ਦਾ ਉਹਦਾ ਪ੍ਰੈਕਟੀਕਲ ਰੂਪ ਮੈਂ ਤੁਹਾਡੇ ਨਾਲ ਪਸੰਦ ਕਰਦੀ ਹਾਂ। ਪਰ ਕੀ ਕਹਿੰਦੇ ਨੇ ਮੈਂ ਤਾਂ ਸਾਰਿਆਂ ਚ ਰੱਬ ਦਾ ਰੂਪ ਦੇਖਦਾ ਤੇ ਮੈਂ ਕਦੇ ਕਿਸੇ ਨਾਲ ਉਹਨੂੰ ਪਹਿਲੇ ਲਫ਼ਜ਼ ਨਹੀਂ ਵਰਤ ਸਕਦਾ। ਜਿਹੜਾ ਫਿਰ ਕੋਈ ਮੰਗਤਾ ਆਉਂਦਾ ਤਾਂ ਨੌਕਰੀ ਉਹਦੀ ਡਿਸਰਿਸਪੈਕਟ ਕਰਦੇ ਆ ਜਾਂ ਕਿ ਜਾਂ ਕੁਛ ਇੱਦਾਂ ਕਹਿੰਦਾ ਮੈਂ ਤਾਂ ਇੱਦਾਂ ਕਰ ਨਹੀਂ ਸਕਦਾ। ਫਿਰ ਮੈਂ ਸੋਚਿਆ ਮੈਂ ਕੀ ਕਰਾਂ, ਫਿਰ ਪੈਸਾ ਵੀ ਨਹੀਂ ਮੇਰੇ ਕੋਲ ਹੁੰਦਾ, ਮੈਂ ਦੇਣਾ ਵੀ ਕੁਛ ਨਹੀਂ ਹੁੰਦਾ ਤੇ ਮੈਂ ਉਹਦੀ ਡਿਸਰਿਸਪੈਕਟ ਵੀ ਨਹੀਂ ਕਰ ਸਕਦਾ। ਫਿਰ ਮੈਂ ਸੋਚਿਆ ਮੈਂ ਕੀ ਕਰਾਂ। ਕਹਿੰਦੇ ਫਿਰ ਮੈਂ ਸੋਚਿਆ ਵੀ ਆਪ ਹੀ ਮੈਂ ਮੰਗਤੇ ਵਾ ਬੁਰਾ ਲੱਗ ਜਾਣਾ, ਨਾ ਮੇਰੇ ਕੋਲ ਕੋਈ ਪੈਸਾ ਮੰਗੇ ਤੇ ਨਾ ਹੀ ਮੈਂ ਕਿਸੇ ਦੀ ਬੇਇੱਜ਼ਤੀ ਕਰਾਂ। ਤੋ ਇਹ ਜਿਹੜਾ ਪ੍ਰੈਕਟੀਕਲ ਰੂਪ ਜਿਹੜਾ ਮੋਨੋਥੀਜ਼ਮ ਦਾ ਇਹ ਅਸੀਂ ਭਗਤ ਪੂਰਨ ਸਿੰਘ ਜੀ ਕੋਲੋਂ ਜਿਹੜਾ ਸਿੱਖਿਆ ਹੈਗਾ। ਇਸ ਲਈ ਅੱਜ ਮੈਂ ਤੁਹਾਨੂੰ ਬੇਨਤੀ ਕਰਾਂਗਾ ਤੁਸੀਂ ਅੱਜ ਤੋਂ ਨਾ ਗੁਰੂ ਨਾਨਕ ਵਾਸਤੇ ਮੋਨੋਥੀਜ਼ਮ ਵਰਡ ਕੱਢ ਦਿਓ। ਮੋਨਿਜ਼ਮ MONISM ਤੁਸੀਂ ਅਗਰ ਦੂਰੀ ਦੋ ਮੋਨੋਥੀਜ਼ਮ ਬੋਲਿਆ Guru Nanak does not represent Abrahamic faiths, does not represent the God of Christianity, of Islam or Islam. Monism, हाँ, monism, monotheism ਨੂੰ ਕੱਢ ਦੋ, ਤੁਹਾਨੂੰ ਕੱਢ ਦੋ ਤੁਸੀਂ। ਸਭ ਦਾ ਜੋ था ਬਸ ਤੁਹਾਨੂੰ ਕੱਢ ਦੋ, ਬਹੁਤ ਫਰਕ ਹੈ ਇਸ। ਇਹ ਪ੍ਰੈਕਟੀਕਲੀ ਜਿਹੜੀ ਹੈ ਗੱਲ ਕਰਨ ਦੀ ਜਿਹੜਾ ਉਹਦਾ ਜ਼ਿਆਦਾ ਪ੍ਰੈਕਟੀਕਲੀ ਗੱਲ ਕਰੋ ਉਹਦਾ ਅਸਰ ਜ਼ਿਆਦਾ ਹੁੰਦਾ ਹੈ। And to quick question about do all to ਲੈ ਸਕਦੇ ਹਾਂ ਨਹੀਂ ਤੇ ਫਿਰ ਅਗਰ ਰਿਜ਼ਲਟ ਸੰਗਤ ਵਿੱਚੋਂ ਕਿਸੇ ਨੇ ਕੋਈ ਸਵਾਲ ਪੁੱਛਣਾ ਹੋਵੇ ਤਾਂ ਪੁੱਛ ਸਕਦੇ ਹਾਂ ਅਮਰਦੀਪ ਸਿੰਘ ਜੀ ਕੋਲੋਂ।